रायत अन्नास यदखुलून फी दीनिल्लाहि अफवाजा फसब्बिह बिहम्दि रब्बिका वस्तगफिर इन्नहु काना तव्वाबा। अल्लाह दे नबी सल्लल्लाहु अलैहि वसल्लम ते ਜਿਹੜੀਆਂ ਬਿਸ਼ਾਰਤਾਂ ਇਸ ਦੁਨੀਆ ਦੇ ਉੱਤੇ ਲੱਭੀਆਂ ਔਰ ਉਹ ਅੱਖਾਂ ਨਾਲ ਮੀਟ ਹੁੰਦੀਆਂ ਵੇਖੀਆਂ, ਮੇਰਾ ਖਿਆਲ ਹੈ ਕਿ ਸਾਰੇ ਹੀ ਨਬੀ ਮੁਹਤਰਮ ਨੇ, ਸਾਰੇ ਹੀ ਅੰਬੀਆ ਮੁਹਤਰਮ ਨੇ, ਲੇਕਿਨ ਕਿਸੇ ਨਬੀ ਦੇ ਦੌਰ 'ਚ ਸ਼ਾਇਦ ਇਹੋ ਜਿਹਾ ਯੂਨਸ अलैहिस्सलाम ਦੀ ਕੌਮ ਦਾ ਜ਼ਿਕਰ ਆਉਂਦਾ ਹੈ ਕੁਰਾਨ 'ਚ, ਉਹਨਾਂ ਦੇ ਨਾਲ ਦੀ ਕੌਮ ਕਿ ਸਾਰੀ ਦੀ ਸਾਰੀ ਕੌਮ ਹੀ ਮੰਨ ਲਈ। ਠੀਕ ਹੈ, ਉਹਨਾਂ ਦੇ ਉੱਤੇ ਅਜ਼ਾਬ ਦੀ ਵਈਦ ਸੀ, ਉਹ ਜਿਸ ਵੇਲੇ ਉਹਨਾਂ ਦੇਖਿਆ ਤਾਂ ਉਹਨਾਂ ਇਸਲਾਮ ਕਬੂਲ ਕਰ ਲਿਆ। ਲੇਕਿਨ ਜਿਸ ਤਰ੍ਹਾਂ ਸਟਰਗਲਿੰਗ ਫੇਸ 'ਚੋਂ ਗੁਜ਼ਰਨ ਤੋਂ ਬਾਅਦ ਨਬੀ अलैहिस्सलाम ਨੇ ਇਸਲਾਮ ਦਾ ਝੰਡਾ ਗੱਡਿਆ, ਇਸ ਤਰ੍ਹਾਂ ਦਾ ਤਾਂ ਕਿਰੇ ਸਾਨੂੰ ਮਿਸਾਲ ਵੀ ਨਹੀਂ ਮਿਲਦੀ ਹੈ। ਉਹਦੇ ਬਾਅਦ ਇਹੋ ਜਿਹੀ ਘਟੀਆ ਗੱਲ ਕਰਨੀ ਕਿ ਨਬੀ अलैहिस्सलाम ਦੀ ਤਬਲੀਗ ਦੇ ਵਿੱਚ ਜਾਂ ਅਸ਼ਾਅਤ ਦੀਨ ਦੇ ਵਿੱਚ ਕੋਈ ਨਕਸ ਰਹਿ ਗਿਆ, ਤੇ ਉਹ ਹੀ ਬੰਦਾ ਕਰ ਸਕਦਾ ਹੈ ਜਿਹਨੂੰ ਇਹ ਜਿਹਦੀ ਖਾਹਿਸ਼ ਹੋਵੇ, ਜਿਹਦਾ ਨਫਸ ਉਹਨੂੰ ਮਜਬੂਰ ਕਰਦਾ ਹੋਵੇ ਪਿਆ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਰਿਪਲੇਸ ਕਰਨ ਦੀ ਕੋਸ਼ਿਸ਼ ਕਰੋ, ਉਹਨਾਂ ਦੀ ਜ਼ਾਤ ਨੂੰ ਮਾਜ਼ ਅੱਲਾ ਮਾਈਨਸ ਕਰਕੇ ਤੇ ਜ਼ਾਤ ਨੂੰ ਮਾਜ਼ ਅੱਲਾ ਮਾਈਨਸ ਕਰਕੇ ਤੇ ਵਰਨਾ ਇਹ ਯਕੀਨੀ ਗੱਲ ਹੈ ਕਿ ਅੰਬੀਆ ਕੋਲੋਂ ਤਬਲੀਗ ਦੇ ਬਾਰੇ ਇਸ ਤਰ੍ਹਾਂ ਹੀ ਹਿਸਾਬ ਲਿਆ ਜਾਏਗਾ ਜਿਸ ਤਰ੍ਹਾਂ ਮੇਰੇ ਤੁਹਾਡੇ ਕੋਲੋਂ ਨਮਾਜ਼ ਦੇ ਬਾਰੇ ਹਿਸਾਬ ਲਿਆ ਜਾਏਗਾ ਨਾ। ਬਈ ਨਮਾਜ਼ਾਂ ਦਾ ਹਿਸਾਬ ਦੇ ਪੜ੍ਹੀਆਂ ਕਿ ਨਹੀਂ ਪੜ੍ਹੀਆਂ, ਰੋਜ਼ਿਆਂ ਦਾ ਹਿਸਾਬ ਦੇ, ਜ਼ਕਾਤ ਦਾ ਹਿਸਾਬ ਦੇ, ਜਿੰਨੇ ਵੀ ਸਾਡੇ ਵਾਸਤੇ ਫਰਾਇਜ਼ ਨੇ ਜੋ ਅੱਲਾਹ ਤਾਲਾ ਨੇ ਸਾਨੂੰ ਦੱਸੇ ਨੇ ਸ਼ਰੀਅਤ ਦੇ, ਉਹਨਾਂ ਦੇ ਬਾਰੇ ਜਿਹੜੇ ਫਰਾਇਜ਼ ਨੇ ਨਾ ਸਾਡੇ ਉੱਤੇ ਤਬਲੀਗ ਉਸ ਤਰ੍ਹਾਂ ਫਰਜ਼ ਨਹੀਂ ਜਿਸ ਤਰ੍ਹਾਂ ਅੰਬੀਆ ਦੇ ਉੱਤੇ ਫਰਜ਼ ਹੈ। ਔਰ ਅੰਬੀਆ ਨੂੰ ਕਿਆਮਤ ਵਾਲੇ ਦਿਨ ਰੱਬ ਪੁੱਛੇਗਾ, ਹਰ ਨਬੀ ਨੂੰ ਪੁੱਛੇਗਾ। ਈਸਾ अलैहिस्सलाम ਦਾ ਤੇ ਬਾਕਾਇਦਾ ਲਿਖਿਆ ਸੂਰਾ ਮਾਇਦਾ ਦੀ ਆਖਰੀ ਆਇਤਾਂ 'ਚ ਕਿ ਉਹਨਾਂ ਨੂੰ ਖੜਾ ਕਰਕੇ ਅੱਲਾਹ ਤਾਲਾ ਪੁੱਛੇਗਾ ਕਿ ਈਸਾ ਦੱਸੋ ਤੁਸਾਂ ਤੇ ਤੁਹਾਡੀ ਵਾਲਦਾ ਮਰੀਮ ਤੁਸਾਂ ਕੌਮ ਨੂੰ ਆਖਿਆ ਸੀ ਕਿ ਉਹ ਤੁਹਾਨੂੰ ਇਲਾਹ ਮੰਨ ਲੈਣ। ਇਸੇ ਤਰ੍ਹਾਂ ਸਭ ਅੰਬੀਆ ਨੂੰ ਅੱਲਾਹ ਤਾਲਾ ਪੁੱਛੇਗਾ ਕਿ ਤੁਸੀਂ ਆਪਣੀ ਕੌਮਾਂ ਕੋਲ ਗਏ ਸੀ, ਹਦਾਇਤ ਔਰ ਤਬਲੀਗ ਕਰਨ ਵਾਸਤੇ ਗਏ ਸੀ, ਦੱਸੋ ਕੀ ਕਰਕੇ ਆਏ ਹੋ। ਸਭ ਤੋਂ ਜ਼ਿਆਦਾ ਸਾਡੇ ਨਬੀ ਕਾਮਯਾਬ ਹੋਣਗੇ ਉੱਥੇ। ਫਸਟ ਕਲਾਸ ਫਸਟ ਪੋਜੀਸ਼ਨ ਲੈ ਕੇ ਅਗਰ ਕੋਈ ਨਬੀ ਪਾਸ ਹੋਏ ਨੇ ਤਾਂ ਮੁਹੰਮਦ ਅਰਬੀ ਸੱਲੱਲਾਹੁ ਅਲੈਹਿ ਵਸੱਲਮ ਨੇ। ਜਿਸ ਬਦਬਖਤ ਨੇ ਲਫ਼ਜ਼ ਕਹੇ ਨੇ ਕਿ ਉਹਨਾਂ ਦੀ ਕੋਈ ਅਦਮ ਦਸਤਿਆਬ ਵਸਾਇਲ ਦੀ ਵਜ੍ਹਾ ਤੋਂ ਕੋਈ ਨਕਸ ਰਹਿ ਗਿਆ, ਦਰ ਹਕੀਕਤ ਉਹ ਆਪਣੇ ਆਪ ਨੂੰ ਪੇਸ਼ ਕਰਨਾ ਚਾਹੁੰਦਾ ਸੀ ਕਿ ਨਬੀ ਪਾਕ ਦੀ ਹੁਣ ਲੋੜ ਕੋਈ ਨਹੀਂ, ਹੁਣ ਮੈਨੂੰ ਮੰਨ ਲਓ। ਕਿਉਂ? ਨਬੀ ਪਾਕ ਵਾਸਤੇ ਅੱਲਾਹ ਤਾਲਾ ਨੇ ਆਖਿਆ ਨਾ ਕੁਲ ਇਨ ਕੁੰਤੁਮ ਤੁਹਿਬੂਨ ਅੱਲਾਹ ਫੱਤਬਿਊਨੀ ਯੁਹਬਿਬਕੁਮ ਅੱਲਾਹ। ਇਹ ਕਹਿੰਦਾ ਮੈਨੂੰ ਵੀ ਇਲਹਾਮ ਹੋਇਆ ਕਿ ਮੇਰੀ ਤਬਾਹ ਕਰੋ ਤੇ ਅੱਲਾਹ ਤੁਹਾਡੇ ਨਾਲ ਪਿਆਰ ਕਰਨ ਲੱਗ ਪਵੇਗਾ। ਹਾਲਾਂਕਿ ਨਬੀ अलैहिस्सलाम ਵਾਸਤੇ ਕੁਰਾਨ ਦੇ ਵਿੱਚ ਆਇਤ ਨਾਜ਼ਲ ਹੋਈ ਤਾਂ ਦਰਅਸਲ ਇਹ ਚਾਹੁੰਦਾ ਇਹ ਸੀ ਕਿ ਮੈਂ ਨਬੀ ਪਾਕ ਦੀ ਜ਼ਾਤ ਨੂੰ ਰਿਪਲੇਸ ਕਰ ਦੇਵਾਂ, ਨਬੀ ਪਾਕ ਦੀ ਜ਼ਾਤ ਨੂੰ ਮਾਈਨਸ ਕਰਕੇ ਤੇ ਮੈਂ ਆਪਣੇ ਆਪ ਨੂੰ ਇੱਥੇ ਰੱਖ ਦੇਵਾਂ। ਲੇਕਿਨ ਵਮਾ ਕਰੂ ਵਮਾ ਕਰ ਅੱਲਾਹ ਵੱਲਾਹੁ ਖੈਰੁਲ ਮਾਕਿਰੀਨ। ਇੱਕ ਉਹਨੇ ਮਕਰ ਕੀਤਾ ਤੇ ਇੱਕ ਅੱਲਾ ਨੇ ਤਦਬੀਰ ਇਖਤਿਆਰ ਕੀਤੀ। ਵੱਲਾਹੁ ਖੈਰੁਲ ਮਾਕਿਰੀਨ। ਅੱਲਾ ਦੀ ਤਦਬੀਰ ਕਿੰਨੀ ਖੂਬਸੂਰਤ ਹੈ। ਵੇਖ ਲੋ ਕੈਸੀ ਖੂਬਸੂਰਤ ਅੱਲਾਹ ਤਾਲਾ ਨੇ ਤਦਬੀਰ ਇਖਤਿਆਰ ਕੀਤੀ ਹੈ ਕਿ ਜਿਹੜਾ ਕਹਿੰਦਾ ਸੀ ਕਿ ਮੈਂ ਨਬੀ ਪਾਕ ਨੂੰ ਰਿਪਲੇਸ ਕਰਕੇ ਤੇ ਮੈਂ ਪਿਆ ਤੁਹਾਨੂੰ ਦੱਸਣਾ ਅੱਲਾਹ ਤਾਲਾ ਨੇ ਮੈਨੂੰ ਆਖਿਆ ਇਨ ਕੁੰਤੁਮ ਤੁਹਿਬੂਨ ਅੱਲਾਹ ਫੱਤਬਿਊਨੀ ਯੁਹਬਿਬਕੁਮ ਅੱਲਾਹ। ਅੱਲਾਹ ਤਾਲਾ ਨੇ ਉਹਨੂੰ ਕਿੱਥੇ ਪਹੁੰਚਾਤਾ ਹੈ, ਉਹਨੂੰ ਕਿੱਥੇ ਪਹੁੰਚਾਤਾ, ਉਹਦੀ ਕੌਮ ਨੂੰ ਕਿੱਥੇ ਪਹੁੰਚਾਤਾ ਹੈ। ਇੰਜ ਕੱਢ ਕੇ ਸੱਟ ਦਿੱਤਾ ਜਿਵੇਂ ਮੱਖਣ ਚੋਂ ਵਾਲ ਕੱਢ ਕੇ ਸੱਟ ਦਿੱਤਾ ਜਾਂਦਾ ਹੈ। ਅੱਜ ਦੁਨੀਆ ਦੇ ਤਰਲੇ ਲੈਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਟਿਕਟਾਕ ਤੋਂ ਲੜਾਈ ਐ ਹੁੰਦੀ ਹੈ, ਸਾਨੂੰ ਮੁਸਲਮਾਨ ਮੰਨੋ, ਸਾਨੂੰ ਮੁਸਲਮਾਨ ਮੰਨੋ, ਯਾਰ ਸਾਨੂੰ ਕਾਫਰ ਕਿਉਂ ਕਰਾ ਦਿੱਤੇ, ਸਾਨੂੰ ਵਿੱਚ ਵਾੜੋ ਉਮਤ ਦੇ। ਤੇ ਮੁਸਲਮਾਨ ਥੂ ਕਰਦੇ ਨੇ। ਇਹ ਕਹਿੰਦਾ ਸੀ ਮੈਂ ਨਬੀ ਪਾਕ ਦੀ ਜ਼ਾਤ ਨੂੰ ਮਾਜ਼ ਅੱਲਾ ਰਿਪਲੇਸ ਕਰਾਂਗਾ। ਇਹ ਅਸਲ ਦੇ ਵਿੱਚ ਇਸ ਖਾਹਿਸ਼ ਤੇ ਸੀ। ਇਸ ਖਾਹਿਸ਼ ਦੇ ਤਹਿਤ ਨਬੀ ਪਾਕ ਦੀ ਤਬਲੀਗ ਦੇ ਬਾਰੇ, ਨਬੀ ਪਾਕ ਦੀ ਅਸ਼ਾਅਤ ਦੀਨ ਦੇ ਬਾਰੇ, ਨਬੀ अलैहिस्सलाम ਦੇ ਦਾਈ ਅੱਲਾਹ ਹੋਣ ਦੇ ਬਾਰੇ ਜਿਹੜਾ ਉਹਨੇ ਨਕਸ ਕੱਢਣ ਦੀ ਕੋਸ਼ਿਸ਼ ਕੀਤੀ ਹੈ ਨਾ, ਉਹਦੇ ਪਿੱਛੇ ਇਹ ਮਕਰ ਕਾਰ ਫਰਮਾਸ। ਲੇਕਿਨ ਜਿਹੜੀ ਤਦਬੀਰ ਅੱਲਾਹ ਇਖਤਿਆਰ ਕਰਦਾ ਉਹਦੇ ਨਾਲ ਦਾ ਤਾਂ ਫਿਰ ਕੋਈ ਵੀ ਨਹੀਂ ਨਾ। ਉਹ ਤਾਂ ਸੋਹਣਿਆਂ ਦਾ ਸੋਹਣਾ, ਸਭ ਨੂੰ ਸੋਹਣਾ। ਉਹਨੇ ਐਸਾ ਬੰਦੋਬਸਤ ਕਰ ਛੜਿਆ ਕਿ ਬਹਿ ਕਿਉਂ ਰੋਂਦੇ ਰਹੋ ਜੰਮਣ ਵਾਲੀਆਂ ਨੂੰ। ਲਿਹਾਜ਼ਾ ਉਹ ਤੁਸਾਂ ਚੈਲੰਜ ਉਹਦਾ ਤੋੜ ਕੇ ਰੱਖ ਦਿੱਤਾ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਿੰਨੇ ਮੁਸਲਮਾਨ ਪੇ ਸੁਣਦੇ ਹੋ, ਜਾਓ ਅਨਸਰ ਆਜ਼ਾਦੀ ਬਰਾੜ ਦੇ ਉੱਤੇ ਚੜ੍ਹ ਜਾਓ। ਕਿੱਧਰ ਗਿਆ ਅਬਦੁੱਲਾ? ਹੁਣ ਕਿਹੜੀ ਲੋੜ ਹੈ ਯਾਰ ਡਰਨ ਦੀ? ਜਿਹੜਾ ਮੁਸਲਮਾਨ ਪੇ ਸੁਣਦਾ ਚੜ੍ਹ ਕੇ ਬਰਾੜ ਦੇ ਉੱਤੇ ਉਹਨੂੰ ਆਖੋ ਹਾਂ ਬਾਈ ਦੇ ਜਵਾਬ। ਤੂੰ ਆਖਿਆ ਸੀ ਕਿ ਮੈਂ ਲਾਨਤ ਭੇਜਾਂਗਾ ਮਿਰਜ਼ਾਈਅਤ ਤੇ ਇਸਲਾਮ ਕਬੂਲ ਕਰਾਂਗਾ। ਇਹ ਉਹਨਾਂ ਜਵਾਬ ਦਿੱਤਾ ਹੀ। ਤੇਰੇ ਮਿਰਜ਼ਾ ਸਾਹਿਬ ਨੇ ਇਹ ਹੀ ਲਿਖਿਆ। ਤੇ ਹੁਣ ਦੱਸ ਕਦੋਂ ਮਿਰਜ਼ਾਈਅਤ ਲਾਨਤ ਪਾ ਕੇ ਕਦੋਂ ਇਸਲਾਮ ਕਬੂਲ ਕਰ? ਜੋ ਕਹਿੰਦਾ ਉਹਦੀ ਰਿਕਾਰਡਿੰਗ ਕਰੋ ਜੀ। ਮੈਂ ਬਿਲਕੁਲ ਅਪਲੇ ਕਰ ਰਿਹਾ ਉਹ ਰਿਕਾਰਡਿੰਗ ਜਿਹੜੀ ਜਵਾਬ ਜੀ। ਮੈਂ ਬਿਲਕੁਲ ਇਸ ਤਰ੍ਹਾਂ ਦੀਆਂ ਕੋਈ ਵੀ ਬੰਦਾ
کتاب سے یا ملفوظات سے یا اشتہارات سے یا مکتوبات سے ایک لائن یہ دکھا دیں کہ نعوذ باللہ سیدنا حضرت محمد صلی اللہ علیہ وسلم اپنے مشن میں ناکام ہوئے تھے، تو میں سب کے سامنے وعدہ کرتا ہوں کہ میں جی چھوڑ دوں گا فوراً اسی وقت۔ اس سے آپ مجھے یہ جملہ دکھا دیں، اشتہارات، ملفوظات، مکتوبات اور روحانی خزائن کسی بھی جگہ سے دکھا دیں، یہ ایک جملہ دکھا دیں مجھے اور مجھے اپنے ساتھ کر لیں۔ میں آپ سب کو چیلنج تو نہیں کہہ سکتا، لیکن میں یہ اپنا اقرار کر رہا ہوں اس وقت۔ جی یہ ان کے الفاظ سے اسامہ جی آپ نے فار دا ریکٹ اس چیلنج کو سن لیا؟ جی میں نے سن لیا۔ جی جی السلام علیکم۔ جی بھائی صاحب۔ وعلیکم السلام واٹر صاحب ਉਹਨੇ ਲਾਂਤੀ ਨੇ ਉਹ ਸੋਹਣੇ ਇੱਕ ਚੱਕਰ ਉਹਨੇ ਲਾਮਾ ਸਾਹਿਬ ਵੇਖਿਆ ਕੀ ਤਜਾ ਕੀਤਾ ਜੇ ਸੁਣਿਆ ਤੁਸੀਂ? ਸਮਝ ਨਹੀਂ ਆਇਆ ਲਾਲ ਭਾਈ ਮੈਨੂੰ ਮੈਂ ਆਵਾਜ਼ ਕਿਹਾ ਜਿਹੜਾ ਨੇ ਦਜਲ ਕੀਤਾ ਇਹ ਇਸ ਰਿਕਾਰਡਿੰਗ ਚ ਮੈਨੂੰ ਤਾਂ ਸਮਝ ਲੱਗ ਗਈ ਹੈ, ਤੁਸੀਂ ਵੀ ਸੁਣਿਆ ਇਹ ਧਿਆਨ ਨਾਲ? ਮੈਨੂੰ ਐਗਜ਼ੈਕਟ ਲਫ਼ਜ਼ ਨਹੀਂ ਆਣ ਮੁਸਤਾਦ ਕਿਉਂਕਿ ਮੈਂ ਡਰਾਈਵ ਕਰ ਉਹ ਦਜਲ ਕਰ ਰਿਹਾ ਹੈ, ਕਹਿੰਦਾ ਅਲਫਾਜ਼ ਦਿਖਾਓ। ਦਜਲ ਦਜਾਲੀਅਤ ਇਹ ਕਰ ਰਿਹਾ। ਕਿਹੜੇ ਅਲਫਾਜ਼? ਦੁਬਾਰਾ ਚਲਾਓ ਜਰਾ ਬੜਾ ਸਾਹਿਬ ਇਹਨੂੰ। ਆਵਾਜ਼ ਸਾਫ਼ ਨਹੀਂ ਸੀ ਔਰ ਬੜਾ ਨਹੀਂ ਇਹ ਤੇ ਅਗਲੇ ਦੇ ਵੀ ਜ਼ਿਹਨ 'ਚ ਨਾ ਹੋਵੇ, ਤੁਸੀਂ ਪਾ ਦੇਣੀ ਅਗਲੇ ਦੇ ਜ਼ਿਹਨ 'ਚ اور پھر السلام علیکم۔ آج کا موضوع ہے انصر صاحب احمدی مربی ہیں، انہوں نے ایک احمدیہ براڈ کے اوپر ایک چیلنج ایشو کیا تھا عام مسلمانوں کے لیے، وہ میں پلے کر رہا ہوں ان کی آڈیو۔ ڈوڑائی صاحب یا کوئی بھی بندہ سیدنا حضرت اقدس مسیح موعود کی کسی کتاب سے یا ملفوظات سے یا اشتہارات سے یا مکتوبات سے ایک لائن یہ دکھا دیں کہ نعوذ باللہ سیدنا حضرت محمد صلی اللہ علیہ وسلم اپنے مشن میں ناکام ہوئے تھے، تو میں سب کے سامنے وعدہ کرتا ہوں کہ میں جی چھوڑ دوں گا فوراً اسی وقت۔ اس سے آپ مجھے یہ جملہ دکھا دیں، اشتہارات، ملفوظات، مکتوبات اور روحانی خزائن کسی بھی جگہ سے دکھا دیں، یہ ایک جملہ دکھا دیں مجھے اور مجھے اپنے ساتھ کر لیں۔ میں آپ سب کو چیلنج تو نہیں کہہ سکتا، لیکن میں یہ اپنا اقرار کر رہا ہوں اس وقت۔ جی یہ ان کے الفاظ سے اسامہ جی آپ نے فار دا ریکٹ اس چیلنج کو سن لیا؟ جی میں جی یہ بات جو آگے جواب دیا گیا تھوڑا سا لمبا ہے، ظاہر ہے وہ ویڈیو لمبی ہے، لیکن اس کا خلاصہ یہ ہے، سب ساتھی سن لیں کہ جب یہ بندہ کوئی کہتا ہے کہ نبی علیہ الصلوۃ والسلام کی کوشش میں کوئی نقص رہ گیا، آپ کی دعوت و تبلیغ میں کوئی نقص رہ گیا، تو اس کا مطلب ہے کہ آپ پورے طور پر کامیاب نہیں ہوئے معاذ اللہ۔ اور کیا کہہ رہا ہے؟ یہی تو کہہ رہا ہے۔ جب وہ یہ کہہ رہا ہے، اللہ تعالیٰ نے تو کہا یا ایھا النبی انا ارسلناک شاہدا و مبشرا و نذیرا وداعیا الی اللہ باذنہ و سراجا منیرا۔ اللہ تعالیٰ نے تو ان کو داعی اللہ کہا، لیکن اگر ایک بدبخت اٹھ کے کہتا ہے کہ ان کی دعوت میں نقص رہ گیا، اس کا مطلب اور کیا نکلتا ہے اس کے علاوہ کہ وہ اپنی دعوت میں معاذ اللہ نقل کفر نباشت کامیاب نہیں ہوئے، ناکام ہے۔ اور کیا کہنا چاہتا ہے؟ تو جملہ بھلے یہ ہے یا وہ ہے، اس کا مطلب تو ایک ہی ہے نا۔ مرزا قادیانی نے یہی لکھا ہے، اور اس جملے میں کہ عدم دستیاب وسائل کی وجہ سے وہ جو دعوت و تبلیغ ہے اس میں نقص رہ گیا، اور اس کے علاوہ اور کوئی مقصد اس کا ہے ہی نہیں، اس کا کوئی مفہوم اور نکلتا ہی نہیں ہے۔ یہی مفہوم ہے کہ وہ کامیاب نہیں ہوئے معاذ اللہ، بالکل یہی معنی بنتا ہے۔ جزاک تو یہ اللہ جزاک جبکہ آپ اللہ۔ دیکھیں بخاری کے صرف اندر اس لیے یہ بولا تھا، میں نے صرف اس لیے بولا تھا کہ کوئی مسلمان اگر جائے اور آگے سے وہ یہ دجل کرنے کی کوشش کرے تو اس کے پاس یہ جواب جو آپ نے ابھی دیا یہ ہونا چاہیے تاکہ اس کے منہ میں دے۔ جزاک اللہ۔ اچھا بخاری جی کے اندر السلام اللہ کے علیکم۔ نبی صلی اللہ علیہ میں بھی وسلم ایک کا آپ کے لیے جواب واٹر لے کر بھائی آئی۔ واٹر صاحب ایک منٹ۔ اچھا نبی جی علیہ بھائی میں بھی السلام نے ویٹ کیا کر رہا ہوں، فرمایا اپنے فرض منصبی کے بارے میں؟ کیا فرمایا؟ بخاری آپ کے لوگوں اندر کا ہی ہے، فائدہ کروں گا۔ اللہ حل بلغت قالو، فرمایا کہ کیا میں نے اللہ کا پیغام سب پہنچا دیا؟ قالو نعم، سب نے یہ سب صحابہ نے کہا یا رسول اللہ بالکل آپ نے پہنچا دیا۔ یہ آپ کا فرض منصبی آگے ہی فرمایا کہ قال اللہم شاہد، کہ اب تم جو ہے وہ گواہ ہو جاؤ۔ کیا ہے؟ فل یبلغ الشاہد الغائب
فرب مبلغ او آمن سامعین، کہ اب یہ جو میرا پیغام ہے اے اللہ تو گواہ رہنا، اور ہاں یہاں موجود غائب کو پہنچا دیں، یعنی کہ جو یہاں پہ موجود ہیں وہ جتنے غائب ہیں نا ان کو پہنچا دیں، کیونکہ بہت سے لوگ جن تک یہ پیغام پہنچے گا سننے والوں سے زیادہ پیغام کو یاد رکھنے والے ثابت ہوں گے۔ یہ تھا وہ فرض منصبی، اللہ کے نبی صلی اللہ علیہ وسلم نے اس کو نبھایا، ادا کیا، پورا کیا۔ صحابہ نے گواہی دی اور کہا اے اللہ تو بھی گواہ ہو جا کہ میں نے وہ پیغام پہنچا دیا۔ مرزا قادیانی نے خود ایک دوسرا فرض منصبی پہلے گھڑ کے نبی علیہ السلام کی طرف منسوب کیا، کہ چونکہ نبی علیہ السلام کے لیے یہ فرض تھا، کیا فرض تھا کہ جہاں جہاں پر بھی انسان ہے آپ بذات خود وہاں پہ جائیں اور جا کے اس ساری بات کا نتیجہ، اور خود اس نے کہا ہے، نیچے لکھا ہوا ہے کہ پہنچانا چاہیے تھا، لیکن وہ جو دوسرا فرض منصبی اللہ نے وہ وسائل ہی نہیں پیدا کیا کہ آپ پہنچا سکتے ہیں، تو اس میں وہ نقص رہ گیا۔ تو کیا رزلٹ نکلا؟ یہی کہ معاذ اللہ ثم معاذ اللہ اپنا کام رہ گئے۔ جی عمر بھائی۔ بھائی قرآن کریم میں اللہ تعالیٰ نے فرمایا ہے یا ایھا الرسول بلغ ما انزل الیک، جو کچھ آپ پر نازل کیا گیا ہے، اے پیارے حبیب جو کچھ آپ پر نازل کیا گیا ہے اس کو لوگوں تک پہنچا دیجئے۔ وَإِن لَّمْ تَفْعَلْ فَمَا بَلَّغْتَ رِسَالَتَهُ، اگر آپ نے ایسا نہ کیا تو آپ نے رسالت کا حق ہی ادا نہیں کیا۔ سن لو، اللہ تعالیٰ نے خود فتویٰ دیا ہوا ہے کہ اگر نبی صلی اللہ علیہ وسلم نے اس بلاغت میں کوئی کمی کوتاہی کی معاذ اللہ، یا اس میں کوئی نقص رہ گیا، تو ہوگا کیا؟ وَإِن لَّمْ تَفْعَلْ فَمَا بَلَّغْتَ رِسَالَتَهُ، آپ نے رسالت کا حق ہی ادا نہیں کیا۔ اب مرزائیوں سے سوال کرو، انصر رضا سے ہی پوچھو کہ جو مرزا قادیانی نے لکھا ہوا ہے کہ نقص رہ گیا، بتاؤ کہ نبی پاک نے رسالت کا حق ادا کیا کہ نہیں کیا؟ وہ تو کہتا ہے نقص رہ گیا ہے۔ نبی پاک صلی اللہ علیہ وسلم کے پاس وسائل دستیاب نہیں تھے، اس وجہ سے وہ نقص رہ گیا معاذ اللہ۔ تو اس سے پوچھو کہ کیا نبی پاک انہوں نے رسالت کا حق ادا کیا کہ نہیں کیا؟ وہ کامیاب ہیں کہ ناکام ہیں؟ اگر وہ کامیاب ہیں اور انہوں نے حق ادا کر دیا ہے تو ایک بات دعوت و تبلیغ میں، اشاعت دین میں کوئی نقص رہ گیا، یہ کیسے کہہ سکتا ہے؟ اگر آپ نے حق ادا کر، دو ہی رستے ہیں، یا کہو کہ نبی پاک نے حق ادا کیا ہے، یا کہو کہ حق ادا نہیں کیا۔ اگر حق ادا کر دیا ہے تو یہ کفر ہے جو لکھا ہوا ہے، یہ زندگیت ہے، یہ شاطمیت ہے کہ نقص رہ گیا ہے۔ میری بات سمجھ گئے نا؟ لیکن اگر تم یہ کہو کہ یہ ٹھیک ہے کہ نبی پاک کی اشاعت دین میں نقص رہ گیا ہے، تو پھر اس کا مطلب کہ معاذ اللہ نبی پاک نے حق ادا نہیں کیا، جو کچھ ان پر نازل ہوا وہ نہیں پہنچا سکے لوگوں تک، جھوٹ بولا ہے، شاطمیت کی ہے۔ اور جس طرح میں نے کہا کہ صرف نبی پاک کی معصوم ذات پر اس لیے حملہ کیا ہے کہ ان کو ریپلیس کر کے میں اپنا منجا ڈاواں، میں اپنی تھاں بناواں، یہ ہے اصل کہانی۔ ساری کتابیں کھول کے دیکھ لیں، میں کے علاوہ کچھ بھی نہیں ہے۔ جی جی، ابھی جو آپ نے آخری پوائنٹ بتایا ہے جس میں آپ نے کہا ہے کہ میں اپنا منجا ڈاواں اور اپنی جگہ بنانے کی کوشش کی ہے، آپ اس پوائنٹ پہ قائم ہیں؟ 100% قائم، 100% قائم ہے۔ تو پھر مرزا صاحب کو آپ ہٹا دیں، اور آپ نے جو حضرت عیسیٰ کی جگہ بنائی ہے، ان کا منجا جو ڈانے کی کوشش کی ہے، جس نبی کو اللہ تعالیٰ نے اپنے پاس بلا لیا ہے، آپ یہی حرام زادگی ہے نا، یہی تو مرزائیت کی وہ حرام زادگی ہے حضرت کہ عیسیٰ جو کو بھی واپس بلا کے اسلام کی اشاعت کرواؤ گے، تم حضرت عیسیٰ سے آپ اسلام کی اشاعت کرواؤ گے، نبی پاک کا دین حضرت عیسیٰ کو دو گے؟ تم مجھے یہ بتاؤ، میں بتاتا ہوں نا، حوصلہ کرو نا۔ اب اگر مرزا صاحب پہ الزام لگاتے ہو تو اپنے پہ کیوں نہیں لگاتے، جو اپنا دین سارا اٹھا کے حضرت عیسیٰ کو پکڑا رہے ہو؟ تو بھائی سوال آ گیا نا، آپ کی شاطمیت کے ساتھ ہی آپ کا سوال بھی آ گیا۔ شاطمیت والی کیا بات ہے؟ شاطمیت تو آپ نے کی ہے،
हाँ कि नबियों तो से उसको- उनकी तबलीग उसको के बारे झूठा में कज़ाब सवाल समझते होएगा, हैं। तो फिर हम तो हजरत उसको ईसा ने कज़ाब इस्लाम की समझते हैं, तबलीग इसलिए मैं की कह रहा ना, मैं तो उसको हजरत ईसा कज़ाब ने समझता इस्लाम हूँ, की इसलिए तबलीग कह रहा की हूँ तो कि नबी मंजा पाक डाना ने चाहता किधर है की अपना। इस्लाम की तबलीग? बात तो सुनो ना। अब जिसको मैंने कहा कि वो मंजा डाना चाहता है, मैं तो उसको लानती समझता हूँ। तुम ईसा अलैहिस्सलाम के बारे में कह रहे हो, हरामजादगी कर रहे हो ना, यही मिर्जाइयत है, यही तो हम कहते गाली हैं। निकाली तुमने, चलो सुनो, तुमने सुनो मेरी- रसूल ये अल्लाह का मिर्जा दीन कादियानी हजरत का ईसा फतवा को है। कैसे पकड़ा दिया? और मिर्जा कादियानी का भाई फतवा है कि जो और तुमने नबी रसूल अल्लाह का सल्लल्लाहु दीन अलैहि हजरत वसल्लम ईसा को की कैसे गुस्ताखी पकड़ा करता दिया? है, वो उसके रसूल हरामी अल्लाह है, आप हमें तो इस्लाम शक है। फैला अब नहीं सके बताता हूँ और मैं, हजरत ईसा से फैलवाएंगे? बताता हूँ ना, अब बताता हूँ, जवाब तो सुन लो ना, हौसला तो करो ना, जवाब सुनो मेरा। पहली बात तो ये है कि किसी मुसलमान का ना ये अकीदा है, ना ये हमारे लिटरेचर में लिखा हुआ है कि ईसा अलैहिस्सलाम ने आकर दीन इस्लाम की कोई अशात, कोई तबलीग करनी है, या नबी पाक सल्लल्लाहु अलैहि वसल्लम की ज़ात को रिप्लेस करना है, या कि ये कहना है इन कुंतुम तुहिब्बूनल्लाह फत्तबिऊनी युहब्बिबकुमुल्लाह। ना ये कहना है वमा अरसलनाका इल्ला रहमतल लिल आलमीन, मुझे अल्लाह ने रहमतुल लिल आलमीन एक है, वो आमिना के लाल है। जो ये दावा फिर करता है, तुम्हारी मस्जिद में क्यों आ रहे हैं सुन ले, हजरत ईसा? सुन ले, और सुन ले, तुम्हारी मेरी बात मस्जिद खत्म में क्यों आ रहे हैं? और बात- अपने चर्चों पे क्यों नहीं आ रहे? और बात तो मेरी खत्म हो तुम्हारी लेने दो, दमिश्क बात की तो- मस्जिद में हजरत ईसा और मैं क्यों आ रहे बताता हूँ हैं? ना, मैं बताता हूँ, मेरी बात तो खत्म हो लेने दो ना। किसी मुसलमान का ईसा अलैहिस्सलाम के बारे में ये अकीदा है ही नहीं ना कि उन्होंने आके दीन की तबलीग करनी है, या उनकी इत्तबा से अल्लाह ताला ने उनके बारे में ये नाजल करना है इन कुंतुम तुहिब्बूनल्लाह फत्तबिऊनी युहब्बिबकुमुल्लाह, कि अल्लाह उससे प्यार करेगा जो ईसा अलैहिस्सलाम की तबा करेगा। कहीं नहीं लिखा हुआ, ना दीन के बारे में एक भी लफ्ज़ का ईसा अलैहिस्सलाम ने आके कोई तफसीर लिखनी है, कोई तशरीह करनी है, कोई हदीस पढ़नी है, कोई कुरान नहीं। उन्होंने जंग करनी है, उन्होंने दजाल को कत्ल करना है। कहीं नहीं लिखा हुआ, किसी मुसलमान का ये अकीदा नहीं है कि उन्होंने दीन का काम आके करना, नहीं, उन्होंने जंग करनी है, दजाल को कत्ल करना है, सलीब को तोड़ना है। लेकिन जो तुमने 10 महीने के हमल से एक बंदे को खड़ा करके कहा कि क्योंकि इसको इस्तियारा के रंग में 10 माह तक हमला ठहराया गया है और फिर ये ईसा बना है, रूह नफक की गई है इसके अंदर ईसा अलैहिस्सलाम की, और ये ईसा बना है, इस तरह बंदा ईसा ना बनता है, ना वो नबी अलैहिस्सलातु वस्सलाम की मासूम ज़ात को, अजीम ज़ात को वो रिप्लेस कर सकता है। ये अपना मंजा डाना चाहता था, क्योंकि जिस तरह मैंने कहा कि ये 10 माह के हमल से बना है। ईसा अलैहिस्सलाम तो जेन्युइन नबी हैं, हकीकी नबी हैं, अल्लाह की किताब लेकर इस दुनिया में आए हुए हैं, अल्लाह ताला का मोजज़ा है, कलिमतुल्लाह है, वजीहुन फिद दुनिया वल आखिरा है, वो रूहुल्लाह है। वो तो ईसा अलैहिस्सलाम का तो कुरान उनकी अजमतें बयान कर करके कुरान के सफ़े भरे हुए हैं। लेकिन तुम्हारा जो 10 महीने के हमल से बना है ईसा, इस बेचारे को, क्योंकि इसके पास सच्चाई की दलील तो थी कोई नहीं, ये तो खुद हमला हो के 10 महीने के हमल के जरिए से, और इसके अंदर फिर कहता है मेरा हैज भी आना था, हैज देखना चाहता है वो मुंशी इलाही बख्श अकाउंटेंट, तो इसको हैज भी आता था इस्तियारे के रंग में, हमला भी हुआ, फिर उससे ये ईसा बना। इसके पास क्योंकि दलील नहीं थी तो इसने ये झूठ गढ़े। लोगों, मैं भी रहमतुल लिल आलमीन हूँ, लोगों मैं भी वमा यंतिकु अनिल हवा इन हुवा इल्ला वह्युन यूहा हूँ, मैं भी अल्लाह के वही के बगैर बोलता नहीं। ये सारी झूठ जो इसने बोले, नबी पाक के हर खासे को हाथ डाला कि मैं भी इस्मो अहमद में शरीक हूँ। नबी पाक सल्लल्लाहु अलैहि वसल्लम अकेले वाहिद हैं जिनके बारे में ईसा इब्न मरियम ने कहा था मुबश्शिरम बिरसूल याती मिन बाद इस्मो अहमद। ये जिंदगी कहता है मैं भी इसमें शरीक हूँ, क्योंकि इस बेचारे के पास था कुछ नहीं, तो ये हर बात में घुसता था कि मैं नबी पाक को पीछे करके मैं अपना मंजा डावा। ये है मसला। ईसा अलैहिस्सलाम को मंजा डालने की जरूरत नहीं है, क्योंकि वो जेन्युइन नबी हैं, हकीकी नबी हैं। कुरान सारा उनकी तारीफों से भरा हुआ है, उनको जैली तारीफें अपने लिए करने की जरूरत क्या है? इस बदबख्त ने अपने लिए जैली तारीफें कढ़ी हैं, और उस यलाश ने इसको ये इल्हामात किए हैं कि कह दे इनको कि तेरी तबाह करें, तेरी तबाह करें, तेरी तबाह तेरा मुंडा करदा नहीं, तेरी तबाह मुसलमान करें, तेरी कोई गल दूजी गल ना रलदी नहीं, तेरी तबाह केड़ी गल दी तबाह करिए? तू कहना मैं लानत भेजना मुदय्यन नबूवत है, नाल ही कहना मैं मुदय्यन नबूवत हां, केड़ी गल दी तबाह करिए? लानत पाइए कि तैनू मुदय्यन नबूवत मनी है। तू कहता है मैं ईसा इब्न मरियम नहीं हूं, जाहिल लोगों ने मुझे मेरे दावे को गलत समझा है, फिर तो खुद कहता है मैं मसीह मऊद हूं, केड़ी तेरी गल मनी है, केड़ी ना मनी है, केड़ी तेरी तबाह करिए?
ایک جھوٹا مکار انسان جس کے ہاتھ میں مکر اور فریب کے علاوہ کچھ بھی نہیں ہے، اس کو نبیوں کا درجہ دیتے ہو اور پھر آگے جھگڑا کرتے ہو۔ خدا کا خوف کرو، ساتھ ظلم نہ کرو۔ اگر کرنا ہے تو جا کے قبر میں جا کے گڑھے میں جا کے گر کے مرو، مسلمانوں کے منہ نہ لگو، آ کے مسلمانوں سے بدتمیزی نہ کرو۔ ساروں سے پہلی بات مسلمان یہ ہے کہ ایک بات آپ لوگوں کی جھوٹ ہے۔ ساروں سے پہلی بات مکر ہی گئے ہو کہ حضرت عیسیٰ جو ہیں وہ اسلام کی تبلیغ کے لیے آ رہے ہیں۔ کسر صلیب اگر اسلام کی تبلیغ نہیں ہے تو پھر آپ نے صلیبیں توڑ کر عیسائیوں کو دوبارہ سے بت پرست بنانا ہے۔ حضرت عیسیٰ عیسائیوں کو واپس بت پرست بنائیں گے؟ اگر وہ مسلمان نہیں ہوں گے تو پھر وہ اور ہوں گے کیا؟ دوسرا نمبر، دجال جس کا کوئی ذکر ہی نہیں قرآن پاک میں، اس کی کہانی لے کر آ گئے ہو کہ دجال کو وہ ماریں گے۔ اور بھائی جس کا ذکر ہی نہیں قرآن پاک میں، تم کہاں سے لے آئے ہو اس کو دجال کو مارنے کے لیے، حضرت عیسیٰ کو؟ اور دجال کا دعوے کیا ہے؟ وہ اینٹی کرائسٹ ہے، ٹھیک ہے، عیسائیت کی زبان میں، اور مسلمانوں کی زبان میں وہ اسلام کا دشمن ہے، ٹھیک ہے۔ اس کو حضرت عیسیٰ مار کر کیا عیسائیوں کو دوبارہ سے بت پرست بنائیں گے یا مسلمان بنائیں گے؟ باتیں کر رہے ہو۔ ملاقات کہاں ہو رہی ہے حضرت عیسیٰ کی دجال کے ساتھ؟ مکہ شریف میں۔ وہاں پہ وہ داخل نہیں ہو سکے گا۔ خوابوں میں دیکھا گیا ہے کہ دجال اور حضرت عیسیٰ اکٹھے چکر حج کر رہے ہیں، حج کے دنوں میں ان دونوں کا نزول ہوئے گا۔ تو یار ساری چیزیں مسلمانوں سے ملائی ہوئی ہیں اور باتیں بنا دی ہیں کہ حضرت عیسیٰ نے کوئی اسلام کے لیے کرنا نہیں۔ اگر اسلام کے لیے حضرت عیسیٰ نے کچھ کرنا نہیں تو آ کیوں رہے ہیں؟ ہاں، آگے آپ کے 3-4 پوائنٹ آگے سن لیں بات۔ پہلی بات تو یہ ہے کہ آپ کہتے ہیں کہ میں مکر ہی گیا ہوں کہ انہوں نے آ کے دین کی اشاعت نہیں کرنی، دین کی تبلیغ نہیں کرنی۔ دکھاؤ تو صحیح نا، لکھا کہاں پر ہے؟ مانا کس نے ہے جو آج مکر گیا ہے؟ کب کس دن میں نے یہ کہا ہے کہ عیسیٰ علیہ السلام نے دین اسلام کی تبلیغ کرنی ہے، آ کے انہوں نے بخاری مسلم پڑھ کے سنانی ہے، تفسیر ابن کثیر کی اصلاح کرنی ہے؟ کس دن میں نے کہا ہے کہ انہوں نے قرآن کی تشریح کرنی ہے، حدیثیں لوگوں کو سمجھانی ہے یا لوگوں کو دین سکھانا ہے؟ کس دن کس مسلمان مولوی نے یہ بات کہی ہے؟ لاؤ تو صحیح اس کا قول، کس نے یہ بات کہی ہے؟ ہمارے نبی صلی اللہ علیہ وسلم نے جو بات کہی ہے، اصل بات یہ ہے کہ تم مرزائیوں کو وہ بات ہضم نہیں ہوتی۔ نبی صلی اللہ علیہ وسلم نے یہ خبر دی ہے کہ انہوں نے دجال کو قتل کرنا ہے، تم کہتے ہو وہ دجال تو ہے ہی اینٹی کرسٹ۔ اچھا تو آپ کو نہیں پسند تو نبی پاک صلی اللہ علیہ وسلم کا نام کیوں لیتے ہو؟ اگر نبی پاک کی بات نہیں پسند تو انکار کر دو۔ یہ جھوٹا اقرار، یہ ڈرامہ جو تم کرتے ہو، یہ کیوں کرتے ہو؟ ہم تو مانتے ہیں کہ جو نبی پاک صلی اللہ علیہ وسلم نے فرمایا ہے، گل تیرے منہوں جیڑی نکلے ہو تیرے، جیڑا تو اشارہ کرے وہی تقدیر۔ ہم تو یہ مانتے ہیں کہ اگر نبی صلی اللہ علیہ وسلم نے فرمایا ہے کہ انہوں نے دجال کو قتل کرنا، ہم ایسے ہی مانتے ہیں دجال کو قتل کرنا ہے۔ تم جس کو مانتے ہو کہ اس نے دجال کو قتل کیا، کس دجال کو قتل کیا؟ عیسائی پادریوں کو وہ کہتا ہے دجال ہیں۔ عیسائیوں کی جھولی میں آ کے تم بیٹھے ہو، پادریوں کی، ڈوب کے مار جو۔ اس زندگی سے موت اچھی ہے لیکن غیرت مند بندے کے لیے، بے غیرتوں کے لیے نہیں۔ اگر غیرت ہے تو مر جانا چاہیے۔ کہ جن کو دجال وہ کہہ کر گیا ہے، ان کی تو جھولی میں ہم بیٹھے ہوئے ہیں، ان کی جھولی سے نکل کر تو ہماری جائے پناہ ہے ہی نہیں دنیا میں کہیں پر۔ ان کو تم کہتے ہو کہ نبی پاک کی بات معاذ اللہ غلط ہے، جو نبی پاک نے فرمایا کہ وہ دجال کو قتل کریں گے، اس دجال کا انکار کر دو اور اس دجال کا اقرار کر لو۔ کون سے دجال کا؟ عیسائی پادری دجال ہے۔ تو عیسائی پادریوں کی جھولی میں آ کے بیٹھے ہوئے ہو، شرم سے ڈوب کر مر کیوں نہیں جاتے؟ کہتے ہیں کسر صلیب کا مطلب ہے کہ نبی وہ عیسیٰ علیہ السلام آ کے کسر صلیب اس طرح سے کریں گے کہ وہ اشاعت دین کریں گے یا کوئی تبلیغ کریں گے۔ بھئی یہ اپنی لچ پڑچیاں اپنے پاس رکھو نا، ہمارا تو اس سے کوئی لینا دینا نہیں ہے۔ ہمارا یہ اعتقاد نہیں ہے کہ کسر صلیب کا یہ معنی ہے۔ تمہارے یہاں تو کسر صلیب کا یہ معنی ہوگا کہ انہوں نے تبلیغ کرنی ہے، زرد چادروں کا یہ معنی ہوگا کہ ان کو 2 بیماریاں ہوں گی، ایک اوپر والے دھڑ کی، ایک نیچے والے دھڑ کی۔ تمہارے نزدیک تو یہ ہوگا کہ لدھ جہاں پر دجال کو قتل کرنا ہے اس کا معنی لدھیانہ ہے، اس سے مراد لدھیانہ ہے۔ تمہارے نزدیک تو یہ ہوگا کہ جہاں دمشق میں عیسیٰ علیہ السلام نے نازل ہونا ہے، دمشق سے مراد قادیان ہے۔ تمہارے نزدیک یہ باتیں ہوں گی، ہمارے نزدیک یہ باتیں نہیں۔ ہمارے نزدیک یہ بے حیائی ہے، بے شرمی ہے۔ یہ باتیں بے حیائی اور بے شرمی کی باتیں ہیں کہ لدھ کا مراد لدھیانہ ہے، دمشق سے مراد قادیان ہے، اور 2 زرد چادروں سے مراد 2 بیماریاں ہیں۔ شرم سے ڈوب مرو۔ جو تمہارا دین ہے اس کا تو کوئی لینا دینا نہیں اسلام سے، کہ 10 ماہ کے حمل کے ذریعے سے ایک عیسیٰ بنایا ہے، پھر دجال کن کو پادریوں کو قرار دیا ہے، اور پھر ان کی جھولی میں آ کے بیٹھے ہوئے ہیں،
और कहते हैं हमने कसरे सलीब की है, और उनका आके 1 जनवरी को गंद उठाते हैं, वकार अमल नाम रखा हुआ है उसका, और वो उनके रात को फेंके हुए गंदे वो गुब्बारे उठा के, तो तुम कहते हो कि ये हमने कसरे सलीब, हम कह रहे हैं कसरे सलीब, जाओ जाके कसरे सलीब करो, इस तरह की बेगैरती की कसरे सलीब। कसरे सलीब का मतलब यही है कि ईसा अलैहिस्सलाम के बाद, नजूल के बाद आपको दुनिया में सलीब दिखाई नहीं देगी। अल्लाह की कसम खा के कहता हूं, नजूल मसीह के बाद सलीब दुनिया में दिखाई नहीं देगी। जिस कैसे सलीब दिखाई को नहीं देगी? ये थोड़ा सा साबित तुम्हारे करें, कैसे और दिखाई सुन लो, नहीं देगी? और भाई साबित तो तभी कैसे करूंगा ना दिखाई जब नहीं पता- देगी? सलीबों को वो ओ आग भाई, लगा देंगे, ओ भाई मैं सलीबों को बताता हूँ, वो मैं तुड़वा बताता हूँ देंगे, ना, और मैं उठवा देंगे, चर्च गिरवा देंगे, हाँ, वो ईसाइयों को कत्ल करवा देंगे। वो क्या तो मैं करेंगे जो बताता हूँ कसरे सलीब हो जाएगी? मैं और बताता हूँ, कुछ मैं बताता अकल हूँ। वाली बात भी बता दें लोगों को। दुनिया पढ़ी लिखी है, हाँ, अब मैं बताने लगा हूँ ना, पढ़ी लिखी दुनिया वाली बात करें। ईसाइयत के खात्मे को ही कसरे सलीब कहते हैं, और ईसाई खत्म होंगे तो मुसलमानों में ही कन्वर्ट होंगे ना भाई। चुप भी कर जाना। अक्लमंद चुप तो करके बैठा हुआ हूं इतनी देर का, तोता मैना की अरीफ लैला तो सुन रहा हूं। मैं क्या अक्लमंद ਤੁਸੀਂ ਜੰਮੇ ਹੋ ਨਾ, ਜਿਨ੍ਹਾਂ 10 ਮਾਹ ਦੇ ਹਮਲਾ ਨੂੰ ਤੁਸੀਂ ਈਸਾ ਮੰਨ ਲਿਆ ਕਿ ਇਹ 10 ਮਾਹ ਦੇ ਹਮਲ ਨਾਲ ਈਸਾ ਬਣਿਆ ਹੈ, ਤੁਸੀਂ ਉਹਨੂੰ ਮੰਨ ਕੇ ਤੇ ਤੁਸੀਂ ਆਪਣੇ ਆਪ ਨੂੰ ਅਕਲਮੰਦ ਸਮਝਦੇ ਹੋ, ਸਾਨੂੰ ਤੁਸੀਂ ਬੇਵਕੂਫ ਸਮਝਦੇ ਹੋ। ਮੈਂ ਤੁਹਾਨੂੰ ਅਕਲ ਦੀ ਗੱਲ ਦੱਸਣਾ। ਜਦੋਂ ਈਸਾ ਅਲੈਹਿਸਲਾਮ ਸਲੀਬ ਨੂੰ ਤੋੜਨਗੇ, ਇੱਕ ਸਲੀਬ ਨੂੰ ਪਕੜ ਕੇ ਈਸਾ ਅਲੈਹਿਸਲਾਮ ਤੋੜ ਦੇਣ, ਕਿਆ ਜੋਸਫ ਮਸੀਹ ਦੀ ਹਿੰਮਤ ਹੈ ਕਿ ਉਹ ਸਲੀਬ ਗਲੇ 'ਚ ਲਟਕਾਏ? ਦੁਨੀਆ ਤੇ ਕਿਸੇ ਕ੍ਰਿਸਚਨ ਦੀ ਹਿੰਮਤ ਨਹੀਂ ਪੈਣ ਲੱਗੀ ਦੁਬਾਰਾ ਸਲੀਬ ਗਲੇ 'ਚ ਲਟਕਾਵੇ। ਜਦੋਂ ਈਸਾ ਅਲੈਹਿਸਲਾਮ ਉਸ ਸਲੀਬ ਨੂੰ ਤੋੜ ਦੇਣਗੇ, ਸਾਰੇ ਈਸਾਈ ਤੋੜ ਦੇਣਗੇ। ਤੁਹਾਡੇ ਹਾਲਾਤ ਨੇ ਕਿ ਤੁਹਾਡੇ ਮਿਰਜ਼ਾ ਕਾਦੀਆਨੀ ਦੀ ਫੋਟੋ ਦੇ ਉੱਤੇ ਜੋਸਫ ਮਸੀਹ ਸਲੀਬ ਉਹਦੇ ਗਲੇ 'ਚ ਲਟਕਾ ਕੇ ਤੇ ਆਂਦਾ ਬੇਗੈਰ ਤੋਂ ਉਹ ਬੇਸ਼ਰਮੋ, ਜੋ ਤੁਸੀਂ ਤੁਹਾਡਾ ਖਲੀਫਾ ਵੀ ਇੱਥੇ ਆ ਕੇ ਸਾਡੀ ਝੋਲੀ 'ਚ ਬੈਠੇ ਹੈ ਸਲੀਬ ਵਾਲਿਆਂ ਦੀ, ਤੇ ਇਧਰ ਆਓ ਮੈਂ ਤੁਹਾਡੇ ਮਿਰਜ਼ਾ ਦੇ ਗਲ 'ਚ ਸਲੀਬ ਲਟਕਾਣਾ। ਇੱਥੇ ਉਹਨੇ ਸਾਡੇ ਸਾਹਮਣੇ ਟਿਕਟਾਕ ਆਨ ਕਰਕੇ, ਕੈਮਰਾ ਆਨ ਕਰਕੇ, ਇੱਕ ਕ੍ਰਿਸਚਨ ਨੌਜਵਾਨ ਨੇ ਉਹ ਸਲੀਬ ਤੁਹਾਡੇ ਮਿਰਜ਼ੇ ਦੇ ਗਲ 'ਚ ਲਟਕਾਈ ਹੈ। ਤੁਸੀਂ ਕਹਿੰਦੇ ਅਸੀਂ ਕਸਰੇ ਸਲੀਬ ਕੀਤੀ ਹੈ। ਇਹ ਕਸਰੇ ਸਲੀਬ ਹੈ। 1 ਜਨਵਰੀ ਨੂੰ ਈਸਾਈਆਂ ਦਾ ਤੂੰ ਗੰਦ ਚੁੱਕਣਾ, ਇਹ ਕਸਰੇ ਸਲੀਬ ਹੈ। ਡੁੱਬ ਕੇ ਮਰ ਕਿਉਂ ਨਹੀਂ ਜਾਂਦੇ ਇਸ ਬੇਗੈਰਤੀ ਤੇ ਬੇਹਯਾਈ ਨਾਲੋਂ, ਇਸ ਦਾਅਵੇ ਨਾਲੋਂ ਕਿ ਅਸੀਂ ਕਸਰੇ सलीब पे करने हैं। हजरत ईसा आएंगे और सलीब तोड़ देंगे, और ईसाई उनकी देखा देखी सारे सलीबें तोड़ देंगे। ये ईसाई हैं कि बांदर हैं कि जनाब अली एक बांदर ने टोपी सुटनी है तो सारे ने टोपी सुट देनी है। और भाई कोई अक्ल की बात करो, मजहब खत्म करने की बात हो रही है। वो मजहब खत्म होएगा तो वो सारे मुसलमान होंगे। जिस तरह तुसी कीता है जिस तरह तुसी मजहब खत्म करता ना क्रिश्चियनिटी, आपने हजरत ईसा के आने का मकसद ही खत्म कर दिया है। आपने तबाह कर दिया है अपने ही अकीदे को। हजरत ईसा को वापस ला रहे थे, वो रसूल अल्लाह की ताईद में उन्होंने आना था, उन्होंने सारे ईसाइयों को मुसलमान करना था। आपने पकड़ के दजाल से कुश्ती करवा दी, हजरत ईसा की दजाल से कुश्ती करवा दी। अब हजरत ईसा दजाल को कुश्ती में हरा देंगे और फिर वो जनाब अली क़यामत आ जाएगी। 2 बारी मैं कह चुका, तीजे बार के मैं तो चुक के थले मारूंगा। मिर्जा कादियानी तो कम से कम किसी नाल कुश्ती जोगा भी नहीं ना, ਇਹਦਾ ਤਾਂ ਵਿਚਾਰੇ ਦਾ ਤੈਨੂੰ ਛੋੜ ਕੇ ਨਹੀਂ ਸੀ ਖਲੋਂਦਾ, ਇਹਨੇ ਕਿਸੇ ਨਾਲ ਕੀ ਕੁਸ਼ਤੀ ਕਰਨੀ ਹੈ। ਅੱਲਾ ਦੇ ਨਬੀ ਜੇ ਕਿਸੇ ਨਾਲ ਕੁਸ਼ਤੀ ਕਰਨ ਵੀ, ਖੁਦ ਮੁਹੰਮਦ ਅਰਬੀ ਸੱਲੱਲਾਹੁ ਅਲੈहि ਵਸੱਲਮ ਨੇ ਕੁਸ਼ਤੀ ਕੀਤੀ ਹੈ। ਨਬੀ ਅਗਰ ਕਿਸੇ ਨਾਲ ਕੁਸ਼ਤੀ ਕਰਨੀ ਵੀ ਪੈ ਜੇ ਨਾ, ਤੇ ਨਬੀ ਹੁੰਦੇ ਨੇ, ਉਹ ਕਾਮਲ ਮਰਦ ਹੁੰਦੇ ਨੇ। ਇੰਜ ਤਾਂ ਦਿਨ ਹੁੰਦੀ ਨਾ ਛੋੜ ਕੇ ਨਹੀਂ ਪੇ ਖਲੋਂਦਾ, ਇਹਨੇ ਕਿਸੇ ਨਾਲ ਕੀ ਕੁਸ਼ਤੀ ਕਰਨੀ ਹੈ। ਜਿਹੜਾ ਆਂਦਾ ਮੇਰੇ ਪਾਣੀ ਵਾਲੇ ਜਲਾਬ ਹੀ ਨਹੀਂ ਖਲੋਂਦੇ ਹਨ, ਇਹ ਤੇ ਕਿਸੇ ਨੇ ਕੁਸ਼ਤੀ ਕਰਨ ਜੋਗਾ ਵੀ ਨਹੀਂ ਵਿਚਾਰਾ। ਲੇਕਿਨ ਬਹਰਲ ਈਸਾ ਅਲੈਹਿਸਲਾਮ ਜਦੋਂ ਸਲੀਬ ਨੂੰ ਤੋੜਦੇ ਨੇ ਤੇ ਸਲੀਬ ਇੱਕ ਅਕੀਦੇ ਦਾ ਨਾਂ ਹੈ। ਉਹਨਾਂ ਦੇ ਗਲ ਦੇ ਵਿੱਚ ਜਿਹੜੀ ਸਲੀਬ ਹੈ ਨਾ, ਉਹ ਇੱਕ ਅਕੀਦੇ ਨੂੰ ਰਿਪਰੈਜ਼ੈਂਟ ਕਰਦੀ। ਕੀ ਅਕੀਦਾ ਹੈ? ਸੁਭਾਨ ਅੱਲਾਹ। ਹੁਣ ਆ ਰਹੇ ਹੋ ਨਾ ਲਾਈਨ ਤੇ, ਆ ਜਾਓ ਲਾਈਨ ਤੇ। ਉਹ ਮੈਂ ਦੱਸਣਾ ਨਾ ਜਦੋਂ ਸਲੀਬ ਟੁੱਟ ਜਾਏਗੀ ਤੇ ਇਹ ਅਕੀਦਾ ਤੇ ਆਟੋਮੈਟਿਕ ਬਾਤਲ ਹੋ ਜਾਏਗਾ, और कुरान साबित कर देगा वमा कतलूहु वमा सलबूहु वलाकिन शुब्बिह लहुम। कुरान दी इस आयत दी तस्दीक हो जाएगी जदों सलीब टुट जाएगी, जदों सलीब नूं तोड़ के थल्ले सुट देंगे क्रिश्चियन। ਉਹਦਾ ਮਤਲਬ ਇਹ ਹੋਵੇਗਾ ਕਿ ਕੁਰਾਨ ਸੱਚਾ ਹੈ ਤੇ ਉਹਨਾਂ ਦੀ ਸਲੀਬ ਜਿਹੜੀ ਉਹਨਾਂ ਗਲੇ 'ਚ ਲਟਕਾਈ ਹੈ ਉਹ ਦਰੁਸਤ ਅਕੀਦਾ ਨਹੀਂ ਹੈ। ਉਹ ਇਸ ਤਰ੍ਹਾਂ ਟੁੱਟਣੀ ਹੈ, ਨਾ ਕਿ ਇਸ ਤਰ੍ਹਾਂ ਟੁੱਟਣੀ ਹੈ ਕਿ 1 ਜਨਵਰੀ ਨੂੰ ਉਹਨਾਂ ਦੇ ਰਾਤ ਦੇ ਪਕਾਨੇ ਚੁੱਕ ਕੇ ਸਵੇਰੇ ਉੱਠ ਕੇ ਤੇ ਆਖਣਾ ਅਸੀਂ कसरे सलीब, इंज सलीब टूटनी है। कुरान को सच्चा मानकर ईसाई क्या करेंगे? मुसलमान होंगे ना। सारी दुनिया ने इस्लाम पे हमने, कुरान ही आखिरी किताब है, कुरान तो अभी तो रौला पा रहे थे कि मुसलमानों का हजरत ईसा ने कुछ करने आना ही नहीं है। ਉਹ ਬਈ ਈਸਾ ਅਲੈਹਿਸਲਾਮ ਨੇ दीन ਦੀ तबलीग नहीं करनी। मैं ये कह रहा कि जदों ਉਹਨਾਂ ਨੇ भाई दीन की तबलीग ये नहीं है तो और फिर है क्या? ਉਹ ਭਾਈ ਉਹ ਸਾਡੇ ਨਜ਼ਦੀਕ ਸਲੀਬ ਤੋੜਨ ਦਾ ਮਤਲਬ ਇਹ ਵੇ ਕਿ ਸਲੀਬ ਨੂੰ ਅਮਲੀ ਤੌਰ ਤੇ ਈਸਾ ਅਲੈਹਿਸਲਾਮ ਹੱਥ ਨਾਲ ਤੋੜਨਗੇ,
ਔਰ तमाम ਕ੍ਰਿਸਚੀਅਨ ਉਹਨਾਂ ਦੀ ਦੇਖੇ ਦੇਖੀ ਤੋੜ ਦੇਣਗੇ। ਸਲੀਬ ਟੁੱਟ ਜਾਏਗੀ ਤੇ ਅਕੀਦਾ ਵੀ ਟੁੱਟ ਜਾਏਗਾ। ਤੁਹਾਡੇ ਨਜ਼ਦੀਕ ਸਲੀਬ ਤੋੜਨ ਦਾ ਮਤਲਬ ਇਹ ਵੇ ਕਿ 1 ਜਨਵਰੀ ਨੂੰ ਜਾ ਕੇ ਤੇ ਈਸਾਈਆਂ ਦੇ ਰਾਤ ਦੇ ਗੰਦੇ ਪਕਾਨੇ ਚੁੱਕ ਕੇ ਤੇ ਉਹਨੂੰ ਵਕਾਰੇ ਅਮਲ ਦਾ ਨਾਂ ਦੇ ਕੇ ਆਣਾ ਗੁਲਾਮ ਅਹਿਮਦ ਕੀ ਭੈਂ जज्बा ईमानी तो कुछ नहीं सर, कुछ नहीं, कसरे सलीब करिए कुछ आप लोग हमारा मुकाबला नहीं कर सकते। आपका और हमारा मुकाबला बनता ही नहीं है। अल्लाह दी कसम है जिस मुकाबला नहीं कर सकते। फिर हमारे वाले अकीदे पर ही वापस आए हो ना कि सलीब टूटेगी और ईसाई मुसलमान होंगे, आके वहीं पे खड़े हुए हो ना। अब इतना रौला डालने की जरूरत क्या थी? पहले ही मान लेते कि मिर्जा साहब सच बोलते हैं। अच्छा ਉਹ ਇਸ ਤਰ੍ਹਾਂ ਹੋਵੇਗੀ ਕਿ ਉਤੋਂ ਅਬਦੁੱਲਾ ਆਤਮ ਨਾਲ ਮਨਾਜ਼ਰਾ ਕਰਕੇ ਉਹਨਾਂ ਕੋਲ ਛਿੱਤਰ ਖਾ ਕੇ ਝੂਠੀ ਪੇਸ਼ਗੋਈ ਕਰਕੇ ਇਸ ਤਰ੍ਹਾਂ कसरे सलीब होगी। ईसाइयों के खुदा को मार दो, ईसाइयत खुद खत्म हो जाएगी, सलीब खुद टूट जाएगी। आप लोगों ने ईसाइयों के खुदा को जिंदा रखा हुआ है, मार देता जाए, आपने जिंदा रखा हुआ है। जब तक आप उसको नहीं तोड़ोगे आपके अंदर से ईसाइयत कभी नहीं मरेगी। सलीब आपके अंदर जिंदा है, कसरे सलीब मुसलमानों के अंदर नहीं हुई। ਉਹ ਸੁਣ ਤੇ ਲੈ, ਮੈਨੂੰ ਗੁੱਸਾ ਚੜਾਉਣ ਲੱਗੇ ਅਸਾਂ ਈਸਾ ਅਲੈਹ ਸਲਾਮ ਨੂੰ ਜ਼ਿੰਦਾ ਰੱਖਿਆ ਹੈ। ਜਿਹੜੇ ਕ੍ਰਿਸਚੀਅਨ ਨੇ ਉਹ ਤੇ ਉਹਨਾਂ ਨੂੰ ਖੁਦਾ ਮੰਨਦੇ ਨੇ ਨਾ, ਅਗਾ ਵਾਹ ਬੂਆ ਖੜਕਾਓ ਕਿਸੇ ਕ੍ਰਿਸਚੀਅਨ ਦਾ, ਬੇਸ਼ਰਮੋ ਭੱਜ ਭੱਜ ਕੇ ਨਬੀ ਪਾਕ ਦੀ ਉਮਤ ਤੇ ਹਮਲਾ ਕਰਦੇ ਹੋ। ਲਾਂਤੀਓ ਜਾ ਕੇ ਉਹਨਾਂ ਦਾ ਬੂਆ ਖੜਕਾਓ ਤੇ ਉਹਨਾਂ ਨੂੰ ਆਖੋ ਅਸੀਂ ਤੁਹਾਡੀ ਕਸਰੇ ਸਲੀਬ ਕਰਨੀ ਹੈ, ਅਸੀਂ ਤੁਹਾਡਾ ਖੁਦਾ ਮਾਰਨਾ। ਬੇਗੈਰ ਤੋਂ ਤੁਸੀਂ ਤੇ ਉਹਨਾਂ ਦੇ ਜਾ ਕੇ ਮੈਂ ਦੱਸਿਆ ਕਿ ਰਾਤ ਦੇ ਗੰਦੇ ਟਿਨ ਪੈਕ ਜਿਹੜੇ ਉਹ ਸ਼ਰਾਬਾਂ ਦੇ ਉਹ ਚੁੱਕ ਕੇ ਪਕਾਨੇ ਉਹਨਾਂ ਦੇ ਚੁੱਕ ਕੇ ਤੇ ਤੁਸੀਂ ਨਾਰੇ ਪੇ ਮਾਰਦੇ ਹੋ ਬੇਗੈਰਤੀ ਦੇ, ਤੇ ਤੁਸੀਂ ਸਾਨੂੰ ਪਿਆਂਦੇ ਹੋ ਕਿ ਅਸਾਂ ਜ਼ਿੰਦਾ ਰੱਖਿਆ। ਅਗਰ ਉਹਨਾਂ ਦਾ ਖੁਦਾ ਤੁਸੀਂ ਮਾਰਨਾ ਚਾਹੁੰਦੇ ਹੋ ਬਕੌਲ ਤੁਹਾਡੀ ਇਸ ਗੰਦੀ ਜ਼ੁਬਾਨ ਦੇ ਮੁਤਾਬਕ, ਅਗਰ ਤੁਹਾਡੇ 'ਚ ਹਿੰਮਤ ਹੈ ਤੇ ਉਹਨਾਂ ਨਾਲ ਮੁਕਾਬਲਾ ਕਰੋ। ਕਿੰਨੇ ਕ੍ਰਿਸਚਨਾਂ ਨੂੰ ਦੁਨੀਆ ਦੇ ਉੱਤੇ ਤੁਸੀਂ ਮਰਜ਼ਾਈ ਬਣਾਇਆ, ਜਿੰਨਾ ਨੁਕਸਾਨ ਪਹੁੰਚਾਇਆ ਮੁਹੰਮਦ ਅਰਬੀ ਦੀ ਉਮਤ ਨੂੰ ਤੁਸੀਂ ਪਹੁੰਚਾਇਆ। ਲਾਂਤੀਓ ਜਿੰਨੇ ਮਰਜ਼ਾਈ ਬਣੇ ਨੇ ਸਭ ਨਬੀ ਪਾਕ ਦੀ ਉਮਤ 'ਚ ਬਣੇ ਨੇ ਨਾ। ਕਿੰਨੇ ਕ੍ਰਿਸਚਨ ਨੇ ਜਿਨ੍ਹਾਂ ਨੂੰ ਤੁਸੀਂ ਮਰਜ਼ਾਈ ਬਣਾ ਲਿਆ? ਗਿਣ ਕੇ ਦੱਸੋ ਮੈਨੂੰ। 10 ਮਰਜ਼ਾਈ ਨਹੀਂ ਤੁਸੀਂ ਦੱਸ ਸਕਦੇ ਜਿਹੜੇ ਕ੍ਰਿਸਚਨਾਂ 'ਚੋਂ ਮਰਜ਼ਾਈ ਤੁਸੀਂ ਕੀਤੇ ਨੇ। तुसा सारा नुकसान अगर जो अमा मिली तो कहाँ मिली, तेरे जुर्म खाना खराब को मेरे उफवे बंदा नवाज। तुसा नबी पाक दी उम्मत नूं नुकसान पहुंचा। लांतियो जाके उन्हां दी क्रिश्चियन आखो असीं तुहाडा खुदा मारन आए हां, असीं तुहाडे पकाने नहीं चुकण आए हां, असीं गैरतमंद। वाह उत्थे गैरत, जाओ उन्हां नूं करो अपना दीन पेश। उत्थे उन्हां दे गंद रात दा सुट्टिया शराबां दीयां बोतलां ते पकाने चुक के ते तुसीं उत्थे नारे पे मारदे हुंदे गुलाम अहमद की भैं हो गई है ਤੇ ਸਾਨੂੰ ਆ ਕੇ ਲੜਦੇ ਪਿਓਗੇ ਤੁਸੀਂ ਡੱਕੇ, ਅਸੀਂ ਡੱਕੇ ਈਸਾ ਅਲੈਹ ਸਲਾਮ ਦੀ ਜ਼ਿੰਦਗੀ ਨੂੰ। ਅਗਰ ਈਸਾ ਅੱਜ ਵੀ ਕ੍ਰਿਸਚੀਅਨ ਤੇ ਜ਼ਿਆਦਾ ਨੇ ਨਾ ਤਦਾਦ 'ਚ, ਮੁਸਲਮਾਨਾਂ ਨੂੰ ਜ਼ਿਆਦਾ ਨੇ, ਤੁਹਾਡਾ ਤੇ ਕੰਮ ਹੀ ਉਹ ਨਾਲ ਜਾਣਾ, ਤੁਹਾਡਾ ਤੇ ਕੰਮ ਹੀ ਨਹੀਂ। हजरत मसीह मऊद ने उसी दिन कसरे सलीब कर दी थी जिस दिन आपने ये साबित कर दिया था कि ईसाइयों का खुदा फौत हो गया हुआ है। उन्होंने उसी दिन कसरे सलीब कर दी। मेरी गल सुन, मेरी गल सुन। अब बस इशाद का वक्त पूरा हो रहा है और आपके लोग भी हमारे ही सिपाही बनेंगे और जा जाके हर एक ईसाई को भी बताएंगे कि जिस खुदा को वो जिंदा रख कर बैठे हुए हैं, हर मुसलमान को भी जिसने हजरत ईसा को जिंदा रखा है उसको जाकर बताएंगे कि हजरत ईसा ईसाइयों का खुदा फौत हो चुके हैं। सारे मुसलमान मरजाई बनगे, बनगे तुसां ते पाइयां ने चूड़ियां, तुसां ते भज भज नबी पाक दी उम्मत दे थल्ले वड़ना है। उधर जाके गैरत वहाओ ते जाके क्रिश्चना लोग कहंदे ने कि असल गल ए वे कि ओ ਇਹ ਕਰਨਗੇ, ਮੁਸਲਮਾਨ ਹੀ ਆ ਕੇ ਤਬਲੀਗ ਕਰਨਗੇ, ਜੇ ਕਰਨਗੇ ਸਾਡੇ ਕੋਲ ਤਾਂ ਹੁੰਦੀ ਨਹੀਂ। ਕੈਸੀ ਘਟੀਆ ਕੌਮ ਹੈ। ਮੈਂ ਪਿਆਨਾ ਕਿ ਦੁਨੀਆ ਦੇ ਉੱਤੇ ਮੈਜੋਰਿਟੀ ਤੇ ਉਹਨਾਂ ਦੀ ਹੈ। ਤੁਸੀਂ ਉਹਨਾਂ ਨੂੰ ਸਾਬਤ ਕਰਦਾ ਸੀ ਨਾ। ਈਸਾ ਅਲੈਹ ਸਲਾਮ ਦੀ ਵਫਾਤ ਮਿਰਜ਼ਾ ਕਾਦੀਆਨੀ ਨੇ ਕਦੋਂ ਸਾਬਤ ਕੀਤੀ ਕ੍ਰਿਸਚਨਾਂ ਨੂੰ? ਕਿਹੜੇ ਮਨਾਜ਼ਰੇ ਵਿੱਚ, ਕਿਹੜੇ ਮੈਦਾਨ ਵਿੱਚ, ਕਿਹੜੀ ਗਲੀ 'ਚ, ਕਿਹੜੇ? ਤੁਸੀਂ ਤੇ ਕੁਰਾਨ ਤੋਂ ਮੁਸਲਮਾਨਾਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ। ਬੇਸ਼ਰਮੋ ਤੁਸੀਂ ਸਾਨੂੰ ਸਾਬਤ ਪੇ ਕਰਦੇ ਹੋ। ਇਹ मुसलमान जो हैं वो इस्लाम की सच्चाई के रास्ते में दज्जाल बनकर खड़े हो गए हैं। यार गल सुनो, आप जैसे मुसलमान दज्जाल बनकर खड़े हो गए हैं और कसरे सलीब जो हजरत मिर्जा साहब ने की है उसको छुपा रहे हैं और मुसलमानों को ईमान नहीं लाने देते। आप दज्जाल हैं। और दज्जाल ते मिर्जा कादियानी उन्होंने अल्लाह दे नबी ने आख्या करीबन सलासून कज़्ज़ाबून दज्जालून, कज़ाब दज्जाल ते उन्होंने साडे नबी ने आख्या। गल सुन, जो कसरे सलीब के रास्ते में खड़ा होएगा वो दज्जाल होएगा। गल तो सुन, जो कसरे सलीब के रास्ते में खड़ा होएगा वो दज्जाल होगा। बगैर तो ਤੁਹਾਡੇ ਰਸਤੇ 'ਚ ਕੋਈ ਨਹੀਂ ਖੜਾ। ਤੁਹਾਡੇ ਰਸਤੇ 'ਚ ਤੁਹਾਡੇ ਖਲੀਫਾ ਖੜੇ ਨੇ ਜਿਹੜੇ ਤੁਹਾਨੂੰ ਕਹਿੰਦੇ ਨੇ ਇਹਨਾਂ ਦੇ ਪਕਾਨੇ ਚੁੱਕੋ, ਕਸਰੇ ਸਲੀਬ ਹੀ ਹੁੰਦੀ ਏ। ਇਹ ਤੁਹਾਨੂੰ ਲੱਗੇ ਨੇ ਗੁੰਮਰਾਹ ਕਰਨ, ਤੁਸੀਂ ਸਾਡੇ ਗੱਲ ਪੈਂਦੇ ਪਿਓ। ਕਸਰੇ ਸਲੀਬ ਦੇ ਰਸਤੇ 'ਚ ਅਗਰ ਕੋਈ ਰੁਕਾਵਟ ਹੈ ਨਾ ਤੇ ਉਹ ਨੇ ਜਿਹੜੇ ਕਹਿੰਦੇ ਨੇ ਕਿ ਤੁਸੀਂ ਕ੍ਰਿਸਚਨਾਂ ਦੇ ਪਕਾਨੇ ਚੁੱਕੋ ਤੇ ਇਹ ਕਸਰੇ ਸਲੀਬ ਹੈ। ਇਹ ਤੁਹਾਨੂੰ ਗੁੰਮਰਾਹ ਕਰਨ ਲੱਗੇ। ਮੈਂ ਪਿਆ ਕਹਿਣਾ ਕਿ ਕਿਆ ਤੁਸੀਂ ਵਫਾਤੇ ਮਸੀਹ ਬਾਈਬਲ ਤੋਂ ਸਾਬਤ ਕੀਤੀ ਕਿਸੇ ਨੂੰ ਕਿ ਈਸਾ ਅਲੈਹ ਸਲਾਮ ਫੌਤ ਹੋ ਗਏ ਨੇ ਬਾਈਬਲ ਦੇ ਮੁਤਾਬਕ?
ਜਾਓ ਉਹਨਾਂ ਨੂੰ ਕੱਢ ਕੇ ਦੱਸੋ ਬਈ ਕਸ਼ਮੀਰ 'ਚ ਉਹਨਾਂ ਦੀ ਕਬਰ ਹੈ, ਉਹ ਫੌਤ ਹੋ ਗਏ ਨੇ, ਉਹ ਸਲੀਬ ਤੋਂ ਥੱਲੇ ਲਾ ਲੈ ਗਏ ਸੀ, ਲੂਕਾ ਕੱਢ ਕੇ ਵਹਾਓ, ਉਹ ਮੱਤੀ ਕੱਢ ਕੇ ਵਹਾਓ, ਤੀਜੀ ਕੱਢ ਕੇ ਵਹਾਓ, ਚੌਥੀ। ਉਹ ਭੱਜ ਤੁਸੀਂ ਮੁਸਲਮਾਨਾਂ ਦੇ ਥੱਲੇ ਵੜਦੇ ਹੋ। ਇਹ ਗੱਲ ਉਹਨਾਂ ਨੂੰ ਕਿਉਂ ਨਹੀਂ ਸਾਬਤ ਕਰਦੇ ਕਿ ਈਸਾ अलैहिस्सलाम फौत हो गए ने? अस्सलाम वालेकुम रहमतुल्लाहि व बरकातहू। बाइबल में भी हजरत ईसा वफात पा चुके हुए हैं। मिर्जा साहब मैथ्यू के चैप्टर नंबर 26 आयत नंबर 27 से 29 तक हजरत ईसा फरमा रहे हैं कि मैं दोबारा तुम्हारे में कभी वापस नहीं आऊंगा। ਵਾਟਰ ਸਾਹਿਬ ਤੁਹਾਡੀ ਹਮਾਇਤ ਵਿੱਚ ਇੱਕ ਸਿਰਫ ਫਿਕਰਾ ਕਹਿ ਦਿਆਂ। ਆਮਰ ਸਾਹਿਬ ਮੈਂ ਸਰਚ ਕੀਤੀ ਅਲ ਇਸਲਾਮ ਤੇ ਇਹ ਪਕਾਨੇ ਵਾਲਾ ਮੈਨੂੰ ਹਵਾਲਾ ਰੂਹਾਨੀ ਖਜ਼ਾਨੇ ਚੋਂ ਨਹੀਂ ਮਿਲਿਆ। ਉਹ 10 ਮਹੀਨੇ ਦੇ ਅਮਲ ਵਾਲਾ ਅਲਬત્ਤਾ ਮੌਜੂਦ ਹੈ। पकाने वाला ਇਹਨਾਂ ਦੇ ਖਲੀਫਿਆਂ ਨੇ ਆਖਿਆ ਪਕਾਨੇ ਚੋਂ ਕਰਨਾ ਦੇ ਯਕਮ ਜਨਵਰੀ ਨੇ ਜਾ ਕੇ। इन जैसे दज्जाल जो हैं, खत्म नबूवत के लोगों जैसे दज्जाल जो हैं, वो कसर सलीब के रास्ते में रुकावट है, जो जोसेफ मसीह जैसे ईसाइयों के पीछे छुप रहे हैं, यार 80 रुकावट है ना, जो इस्लाम के पीछे नहीं खड़े हुए, जो जोसेफ मसीह जैसे ईसाइयों के पीछे छुप रहे हैं, जो हर साल एक कुरान पाक जला छोड़ते हैं। और गंदे मिर्जाई गल ते सुन ले, मैं पे करना अगर 80 रुकावट ਤੇ ਤੁਸੀਂ ਸਾਡੇ ਤੇ ਲਾਨਤ ਪਾਓ, ਤੁਸੀਂ ਸਾਨੂੰ ਛੱਡੋ ਨਾ ਲਵੋ, ਉਹਨਾਂ ਦਾ ਬੂਹਾ ਭੰਨੋ, ਉਹਨਾਂ ਦਾ ਖੁਦਾ ਮਾਰਿਆ, ਤੁਸੀਂ ਦਾਅਵਾ ਪੇ ਕਰਦੇ ਹੋ। ਕਦੋਂ ਉਹਨਾਂ ਨੂੰ ਸਾਬਤ ਕੀਤਾ ਜੀ ਈਸਾ अलैहिस्सलाम ਫੌਤ ਹੋਏ? ਕਿਹੜੇ ਮਨਾਜ਼ਰੇ ਸਾਬਤ ਕੀਤਾ ਜੀ? ਕਿਸ ਕ੍ਰਿਸਚੀਅਨ ਨੂੰ ਕਾਇਲ ਕੀਤਾ ਜੀ ਕਿ ਈਸਾ अलैहिस्सलाम ਫੌਤ ਹੋ ਗਏ ਨੇ? ਤੁਸੀਂ ਜਿੰਨਿਆਂ ਨੂੰ ਕਾਇਲ ਕੀਤਾ, ਮੁਸਲਮਾਨਾਂ ਨੂੰ ਕਾਇਲ ਕੀਤਾ। ਐਸੀ ਬਦਬਖਤ ਕੌਮ ਹੈ, ਨਬੀ ਪਾਕ ਦੀ ਉਮਤ ਦੀ ਦੁਸ਼ਮਣ ਹੈ। ਤੁਸੀਂ ਸਾਈਆਂ ਜਾ ਕੇ ਸਾਬਤ ਕਰੋ ਨਾ ਕਿ ਈਸਾ अलैहिस्सलाम ਫੌਤ ਹੋ ਗਏ ਨੇ ਬਾਈਬਲ ਦੀ ਰੂਹ ਨਾਲ, ਤੇ ਕਸਰ ਸਲੀਬ ਹੋ ਜਾਏਗੀ। ਚਲੋ ਅਗਰ ਇੰਜ ਤੁਸੀਂ ਕਰਨੀ ਹੈ ਤੇ ਉਹਨਾਂ ਨੂੰ ਦੱਸੋ ਬਈ ਈਸਾ अलैहिस्सलाम ਫੌਤ ਹੋ ਗਏ ਨੇ, ਇਹ ਵੇਖੋ ਮੱਤੀ ਖੋਲ ਕੇ ਵੇਖੋ, ਲੂਕਾ ਖੋਲ ਕੇ ਵੇਖੋ, ਮੈਥਿਊ ਖੋਲ ਕੇ ਵੇਖੋ, ਫਲਾਣਾ ਖੋਲ ਕੇ ਵੇਖੋ, ਕਰਕੇ ਸਾਬਤ। ਉਹਦੇ ਬਾਅਦ ਉਹਨਾਂ ਨੂੰ ਆਖੋ ਵੀ ਈਸਾ अलैहिस्सलाम ਜਿਹੜਾ ਉਹ ਵੀ ਮੰਨਦੇ ਨੇ ਕਿ ਈਸਾ अलैहिस्सलाम ਨੇ ਆਉਣਾ ਹੈ 1000 ਸਾਲ ਦੀ ਬਾਦਸ਼ਾਹਤ, ਉਹਨਾਂ ਨੂੰ ਕਹੋ ਵੀ 1000 ਸਾਲ ਦੀ ਬਾਦਸ਼ਾਹਤ ਕੋਈ ਨਹੀਂ, ਇੱਕ ਬੰਦੇ ਨੇ 10 ਮਹੀਨੇ ਦੇ ਅਮਲ ਨਾਲ ਬਣਨਾ ਸੀ ਤੇ ਪੇਚਸ ਉਹਦੇ ਖਲੋਣੇ ਨਹੀਂ ਸੀ, ਮੁਹੰਮਦੀ ਬੇਬੇ ਨੂੰ ਖਾਬ 'ਚ ਵੇਖ ਕੇ ਜੱਫੀਆਂ ਪਾਣਾ ਸੀ। ਇਹਦਾ ਹੀ ਨਾਂ ਈਸਾ ਹੈ। ਤੁਸੀਂ ਭੁੱਲੇ ਹੋ, ਪਾਗਲੋ, ਬੇਵਕੂਫੋ, ਕ੍ਰਿਸ਼ਚਨੋ, ਭੁੱਲੇ ਹੋ। ਇਹ ਜੇ ਈਸਾ अलैहिस्सलाम, ਇਹਨਾਂ ਨੂੰ ਸਾਬਤ ਕਰੋ, ਉਹਨਾਂ ਨੂੰ ਆਪੇ ਮੰਨ ਜਾਣਗੇ, ਤੁਹਾਡੇ ਪਿੱਛੇ ਲੱਗ ਜਾਣਗੇ। इतने अफसोस की बात है कि आज का मुसलमान इस बात का कायल ही नहीं कि ईसाइयों को तबलीग की जाए और उनको मुसलमान किया जाए। ਗੱਲ ਸੁਣ, ਇਹ ਲਾਈਵ ਕਸਰੇ ਸਲੀਪ, ਇਹ ਵੇਖੋ ਕਸਰੇ ਸਲੀਪੀ ਹੁੰਦੀ ਹੈ, ਇਹ ਬਗੈਰਤ ਕੌਮ। 1 जनवरी 1 जनवरी ਚ ਹੋ ਰਹੀ ਹੈ ਕਸਰੇ ਸਲੀਪ। ਪਰ ਚੋਕਰੇ ਨੇ ਪਕਾਨੇ ਚੋਕਰੇ ਨੇ। ਸਫਾਈ ਨਿਸਫ ਈਮਾਨ ਹੈ। ਇਹ ਜਿਹੜਾ ਸਫਾਈ ਨਿਸਫ ਹੁੰਦੀ, ਇਹ ਜਿਹੜਾ ਸਫਾਈ ਨਿਸਫ ਈਮਾਨ ਹੈ, ਇਹ ਕਿਹਨੇ ਫਰਮਾਇਆ ਸੀ? ਜਾਓ ਸਾਈ ਔਰ ਲੁਕਮਾਨ ਸਾਈ ਸਾਹਿਬ, ਜਾਓ ਸਫਾਈ ਨਿਸਫ ਈਮਾਨ ਓਏ ਓਏ ਕ੍ਰਿਸਚੀਅਨ ਕਿਹਨੇ फरमाया ਸੀ? लुकमान सही साहब, अफसोस की बात तो ये है कि इन्होंने एक अल्लाह के नबी का अल्लाह से ताल्लुक ही तोड़ दिया है और कह रहे हैं कि हजरत ईसा आएंगे लेकिन मुसलमानों के लिए कुछ नहीं करेंगे। गल तो सुन ले यार, और सलीब तोड़ देंगे, ईसाइयत खत्म कर देंगे और ईसाई दोबारा से बुत परस्ती में चले जाएंगे। चुप कर जा, मैनू गल कर लेंदे, मेरी आवाज ऊंची है। ਤੁਸੀਂ ਨਵਾਂਦੇ ਸਫਾਈ ਨਿਸਫ ਮਾਨ ਹੈ, ਮੇਰੀ ਗੱਲ ਸੁਣੋ, ਸਫਾਈ ਨਿਸਫ ਮਾਨ ਹੈ। ਆਪਣਾ ਪਤਾ ਨਹੀਂ ਕਿ ਮਿਰਜ਼ਾ ਸਾਹਿਬ ਨਹਾ ਕੇ ਮਰੇ ਨੇ ਕਿ ਗੰਦਗੀ ਦੀ ਹਾਲਤ ਚ ਰੂਹ ਨਿਕਲ ਗਈ। ਦੇਖਿਆ ਨਾ ਤੁਸੀਂ, ਦੇਖਿਆ ਨਾ ਤੁਸੀਂ, ਨਹੀਂ ਪਿਸ਼ਾਬ ਤੇ ਆਉਂਦਾ ਸੀ ਨਾ ਬਾਰ-ਬਾਰ, ਪਖਾਨੇ ਆ ਰਹੇ ਸੀ ਨਾ, ਤੁਸੀਂ ਇਹਨਾਂ ਦੀ ਟੱਟੀ ਚੁੱਕਣ ਨਾਲੋਂ ਇਹਨਾਂ ਦੇ ਤੁਸੀਂ ਹੁਣ ਫਖਸ਼ਾਤ ਲਾ ਰਹੇ ਹੋ। ये रसूल पाक की उम्मत है। अफसोस ये दज्जाल है, दज्जाल। और दज्जाल हो, ये दज्जाल है, दज्जाल आके है, दज्जाल हो, तुम दज्जाल हो जो इस्लाम की ਉਹ ਕਸਰੇ ਸਲੀਬ ਹੋਣ ਲੱਗੀ ਆ, ਉਹ ਵੇਖ ਕਸਰੇ ਸਲੀਬ ਤਾਜ਼ੀ ਨਹੀਂ, ਮਿਊਟ ਤਾਂ ਨਾ ਕਰੋ ਉਹਨਾਂ ਨੂੰ, ਮਿਊਟ ਤਾਂ ਨਾ ਕਰੋ। ਇੱਕ ਮਿੰਟ ਰੋਲਾ ਪਾਣ ਲੱਗੇ, ਉਹ ਕਸਰੇ ਸਲੀਬ ਦਾ ਤਮਾਸ਼ਾ ਵੇਖ ਲਓ, ਉਹ ਸਲੀਬ ਚੁੱਕ ਕੇ ਆਪਕੋ ਬੰਦਾ ਹੀ ਲਾਂਦਾ ਪਿਆ। ਤੁਸੀਂ ਉਹਨਾਂ ਨੂੰ ਥੱਲੇ ਉਤਾਰ ਦਿੱਤਾ ਹੁਣ। ਨਹੀਂ ਮੈਂ ਨਹੀਂ ਉਤਾਰਿਆ, ਅੱਲਾ ਦੀ ਨਾਮ ਮਿਊਟ ਕੀਤਾ ਨਾ। ਜਦੋਂ ਇੱਕ ਸ਼ਖਸ ਦਾ ਗਲਾ ਹੀ ਦਬਾ ਦੇਣਾ ਤੇ ਫਿਰ ਉਹਨੇ ਥੱਲੇ ਉਤਰਨਾ, ਔਰ ਕਿਉਂ ਨੇ। ਦੂਸਰਾ ਤੁਸੀਂ ਇਹ ਫਰਮਾਇਆ ਕਿ ਕਸਰੇ ਸਲੀਬ ਕਰਨਗੇ, ਸਲੀਬ ਨੂੰ ਤੋੜਨਗੇ, ਸੂਰ ਦਾ ਨਹੀਂ ਦੱਸਿਆ ਤੁਸੀਂ। ਜਮਾਤੇ ਸਲੀਬ ਕਰਤੇ ਹੋਏ ਜ਼ਰਾ ਸਾਹਮਣੇ ਕਰਨਾ ਫੋਟੋ। ਸੂਰ ਦਾ ਨਹੀਂ ਦੱਸਿਆ ਕਿ ਸੂਰ ਦਾ ਕੀ ਕਰਨਾ। ਉਹ ਤੇ ਚਲੋ ਸਲੀਬ ਇੱਕ ਤੋੜੀ, ਜਦੋਂ ਸਲੀਬ ਟੁੱਟ ਜਾਏਗੀ ਨਾ ਤੇ ਸੂਰ ਵੀ ਟੁੱਟ ਜਾਏਗਾ। ਉਹ ਈਸਾ अलैहिस्सलाम ਦੀ ਕੌਮ ਸੂਰ ਖਾਂਦੀ, ਮੁਸਲਮਾਨ ਤੇ ਖਾਂਦੇ ਹੀ ਨਹੀਂ ਹਨ। ਹਾਂਜੀ, ਤਾਂ ਉਹ ਫਿਰ ਸੂਰ ਦਾ ਕੀ ਕਰਨਗੇ? ਮਤਲਬ ਮਾਰ ਦੇਣਗੇ ਉਹਨੂੰ, ਖਤਮ ਕਰ ਦੇਣਗੇ। ਸੂਰ ਵੀ ਮਾਰ ਦੇਣਗੇ। ਉਹਦਾ ਕੀ ਕਸੂਰ ਹੈ ਸੂਰ ਦਾ? ਉਹਦਾ ਕਸੂਰ ਹੈ ਕਿ ਪਲੀਤ ਜਾਨਵਰ, ਪਲੀਤ, ਬਾਕੀ ਸੱਪ ਪਲੀਤ ਨਹੀਂ, ਡੱਡੂ ਪਲੀਤ ਨਹੀਂ। ਉਹਦੀ ਨਜਾਸਤ ਔਰ ਨਾਪਾਕੀ ਦੂਸਰੇ ਜਾਨਵਰਾਂ ਨੂੰ ਬੜੀ, ਦੂਸਰਿਆਂ ਤੁਸੀਂ ਨਾ ਖਾਓ। ਅਗਰ ਨਜਾਸਤ ਤੇ ਸੱਪ ਥੋੜੀ ਨਜਾਸਤ ਹੈ। ਨਬੀ ਪਾਕ ਦੀ ਗੱਲ ਤੇ ਨਹੀਂ ਤਬਾਰ ਨਹੀਂ, ਸਾਨੂੰ ਤੇ ਤਬਾਰ ਹੈ, ਸਾਨੂੰ ਤੁਹਾਡੀਆਂ ਹਰਕਤਾਂ ਦੇ ਨਹੀਂ ਤਬਾਰ ਹੈ ਨਾ। ਤੁਸੀਂ ਮਤਲਬ ਇਹ ਕਿ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਔਰ ਸਹਾਬਾ ਜਿਹੜੇ ਸਨ, ਸਫਾਈ ਨਿਸਫ ਈਮਾਨ ਦੇ ਤਹਿਤ ਉਹਨਾਂ ਦੀ ਸੀਰਤ ਪੜ੍ਹ ਕੇ ਦੇਖ ਲਓ। ਉਹ ਲੋਕ ਕੈਸੀ ਸੀਰਤ ਚ ਮਕਾਮ,
यार सीरत दा कैसा ओ मुकाम वास्ता सी जे खुद यार हजरत अबू बकर सिद्दीक रजी अल्लाह ओए तआला मेरी गल अन्हु सुनो और लुकमान सही खुद साहब रसूल करीम ओ यार सल्लल्लाहु अलैहि वसल्लम दी ओए जेहड़ी गल सीरत है रसूले पाक अल्लाह सीरत जाओ दी ओ सीरत गल दी सुनो किताबां पढ़ के देख लो एमएसआर चीमा नु टोली लिखे सफाई अपनी निसफ गंदी ईमान जुबान दे नाल विच की साडे की नहीं काबरी उन्होंने दा कहा नाम ना लो मेरी गल सुनो लुकमान हाँ सही जी साहब तुसी नहीं सही ਤੁਹਾਡੇ ਸਾਹਮਣੇ सुन ਤੁਹਾਡੇ ते लो ਕਾਬਰੀਨ ਦਾ ओ ਨਾ यार ਹਾਂ गल ते करन दो ਤੁਸੀਂ सही ਬਹੁਤ हो सही जट हुंदे ने मैनू पता है यार जट हो के मैं गैरतमंद कौम दूजी हाँ कौम दी गंदगी फ्री चुक के ਔਰ ਅਗਰ ओनू ਮੈਂ ਸਾਬਤ अच्छा ਕਰ ਦਿਆਂ ਕਿ ਪੂਰੇ 365 ਦਿਨਾਂ ਚੋਂ ਇੱਕ ਦਿਨ ਅਸੀਂ ਕਰਨੇ ਆ 364 ਦਿਨ ਤੁਹਾਡੇ ਮੁਸਲਮਾਨ ਇਥੇ ਕਰਦੇ ਨੇ ਤੇ ਫਿਰ मुसलमान ते और पैसे लेके नहीं करते करते, हाँ झूठ नहीं बोलता है, मैं झूठ बोलता साबत है, झूठ बोलता है। फर्ज कर लो कि अगर मैं भी करना वा ਦੇਖੋ फर्ज कर ਨਹੀਂ लो ਨਹੀਂ मैं ਇਹਨਾਂ ਨੂੰ अपनी ਪਤਾ गड्डी ਨਹੀਂ ਨਾ दी ਅਮਰ यार ਸਾਹਿਬ मैं दफ्तर दी ਇਹਨਾਂ गड्डी ਨੂੰ दी ਪਤਾ सफाई ਨਹੀਂ ਉਸਮਾਨ ਭਾਈ ਨੂੰ ਪਤਾ ਨਹੀਂ ਉਸਮਾਨ ਭਾਈ ਨੂੰ ओ ਪਤਾ भाई ਨਹੀਂ ओदे ਪਾਕਿस्ताਨ वास्ते ਰਹਿ ਰਹੇ ਨੇ पेमेंट ले ओ यार ਹਾਂ पेमेंट लेना ਹਾਂ ਪੇਮੈਂਟ ओ ਲੈ ते ਕੇ ओ ते ਤੁਸੀਂ मुलाजमत ਲੈ है ਕੇ ओ ते ਤੁਸੀਂ ਪੇਮੈਂਟ नौकरी ਲੈ है ਕੇ ਤੁਸੀਂ ओ ਪੇਮੈਂਟ कोई ਲੈ ਕੇ ਹੀ मुसलमान ਕੰਮ है ਕਰਦੇ नौकरी ਨਹੀਂ नहीं ਨਹੀਂ ਨਹੀਂ करदा कि ओ जाके उन्होंने ਮੈਂ पकाने चुकदा वे ਮੇਰੇ ਘਰ ਦਾ ਜਿਹੜਾ ਕੂੜਾ पेमेंट ਨੇ ਇੱਕ लैके भी ਮੁਸਲਮਾਨ नहीं कोई ਚੁੱਕਦਾ आ काम करदा जेड़ा तुसी करदे ਮੇਰੇ हो ਘਰ ਦਾ ਕੂੜਾ ਇੱਕ ਮੁਸਲਮਾਨ ਚੁੱਕਦਾ ਹੈ मैं झूठ बोलदे पे तुसी ਮੈਂ ਤੁਹਾਡੇ ਨਾਲ ਕਿਸੇ ਨੇ मैं ਵੀਡੀਓ कहना ਕਾਲ तुसी ਮੈਂ झूठ ਮੈਂ पे ਤਾਂ भाई बोल ਇੰਟਰਵਿਊ रहे ਲੈ हो साडे ਕੇ घर दा तुहाडे ਉਹ मर्जी ਜਿੱਦ चुकदा ਜਿਸ ਦਿਨ दिखावा तेनू ਮੈਂ ਇੱਥੇ ਜਰਮਨੀ ਦੇ जेड़ा ਵਿੱਚ जेड़ा ਜਿਸ पकाने तुसी फ्री चुकदे हो ओदी की दलील है ਮੈਂ ਉਹੀ ਤੁਸੀਂ ਸੁਣੋਗੇ ਤੁਹਾਨੂੰ ਜਵਾਬ ਦਿਆਂਗਾ ਨਾ ਇਹ ਜਿਹੜਾ ਤੁਸੀਂ ਕੰਮ ਉਹ ਕਹਿ ਰਹੇ ਹੋ ਜਿਹੜੇ ਨਾ ਬੀਅਰ ਦੀਆਂ ਬੋਤਲਾਂ ਰਾਤ ਦੀਆਂ ਡਿੱਗੀਆਂ ਸੜਕ ਤੇ ਚੁੱਕ ਉਹਦੀ ਕੀ ਦਲੀਲ ਹੈ ਮੈਂ ਦੱਸਦਾ ਨਾ ਤੁਹਾਨੂੰ ਉਹ ਸਾਰਾ ਕੁਝ ਦੱਸਣਾ ਹੈ ਤੁਹਾਨੂੰ ਸਾਰਾ ਕੁਝ ਦੱਸਣਾ ਹੈ ਪਹਿਲੀ ਗੱਲ ਤੇ ਕਰਿਓ ਗੱਲ ਮੈਂ ਥੋੜਾ ਬਿਜ਼ੀ ਹੋਣ ਲੱਗਾ ਨਹੀਂ ਤੁਸੀਂ ਹੁਣ ਇਹ ਕੀ ਫਾਇਦਾ ਕੀ ਹੋਇਆ अच्छा गल सुनो सही साहब ਨਹੀਂ ਮੈਂ ਉਹਨਾਂ ਨਾਲ ਗੱਲ ਕਰਨੀ ਇੱਕ ਬੰਦਾ ਨੌਕਰੀ ਕਰ ਰਿਹਾ ਉਹ ਨੌਕਰੀ ਕਰਦਾ ਹੈ ਤੇ ਤੁਸੀਂ ਫ੍ਰੀ ਖਾਤੇ ਇਹ ਤੁਹਾਡੇ ਜਰਮਨ ਦਾ ਮੈਂ ਤੁਹਾਨੂੰ ਵਿਖਾਇਆ ਅਸੀਂ ਜਰਮਨ ਦੇ ਵਿੱਚ ਮੌਜੂ ਕੀ ਹੈ ਗੁਫ਼ਤਗੂ ਦਾ ਮੌਜੂ ਕੀ ਹੈਗਾ ਦੱਸਣੇ ਕਸਰੇ ਸਲੀਪ ਮੌਜੂ ਹੈ ਇਹ ਦੇਖੋ ਇਹਨਾਂ ਨੇ ਕਸਰੇ ਸਲੀਪ ਇਹ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕਰ ਰਹੇ ਨੇ ਕਸਰੇ ਸਲੀਮ ਉਹਨਾਂ ਨੇ ਗਵਰਨਮੈਂਟ ਨੂੰ ਕ੍ਰਿਸਚੀਅਨ ਨੂੰ ਖੁਸ਼ ਕਰਨ ਵਾਸਤੇ ਕਰ ਰਹੇ ਨੇ ਜੀ ਅਮਰ ਭਾਈ ਕਰੋ ਗੱਲ ਸਰ ਜੀ ਤੁਸੀਂ ਆਪਸ ਵਿੱਚ ਗੱਲਾਂ ਕਰੀ ਜਾਣੀਆਂ ਨੇ ਮੈਂ ਅਰਜ਼ ਕਰ ਰਿਹਾ ਕਿ ਜਿਸ ਬਿਲਡਿੰਗ ਵਿੱਚ ਮੈਂ ਰਹਿ ਰਿਹਾ ਹਾਂ ਨਾ ਤਾਰਕ ਚੌਹਾਨ ਸਾਹਿਬ ਵੀ ਯੂਰਪ ਵਿੱਚ ਰਹਿ ਰਹੇ ਨੇ ਆਮਰ ਸਾਹਿਬ ਵੀ ਜਿਹੜੇ ਲੋਕ ਯੂਰਪ ਦੇ ਨਹੀਂ ਨੇ ਉਹਨਾਂ ਨੂੰ ਨਹੀਂ ਇਲਮ ਹੈ ਸਾਕੀ ਭਾਈ ਵੀ ਯੂਰਪ ਵਿੱਚ ਨੇ ਦੇਖੋ ਇੱਥੇ ਜਿਹੜੇ ਕੂੜੇ ਦਾ ਸਿਸਟਮ ਹੈ ਨਾ ਕੂੜਾ ਉਠਾਉਣ ਦਾ ਉਹਦੇ ਵਿੱਚ ਹਰ ਤਬਕੇ ਦੇ ਲੋਕ ਮੁਸਲਮਾਨ ਵੀ ਅਫਰੀਕਨ ਵੀ ਹੋਰ ਵੀ ਮੁਖਤਲਿਫ ਮਮਾਲਕ ਦੇ ਲੋਕ ਈਵਨ ਕਿ ਔਰਤਾਂ ਵੀ ਕੰਮ ਕਰਦੀਆਂ ਨੇ ਔਰ ਉਹ ਕੂੜਾ ਚੁੱਕਦੀਆਂ ਨੇ ਹਾਂਜੀ ਉਹਦੇ ਵਿੱਚ ਸਾਰੇ ਲੋਕ ਕੰਮ ਕਰਦੇ ਨੇ ਉਹਦੇ ਵਿੱਚ ਉਹ ਸਾਰਾ ਕੁਝ ਚੁੱਕਦੇ ਨੇ ਹਾਂ ਸਾਰਾ ਕੁਝ ਚੁੱਕਦੇ ਨੇ ਸਾਡੀ ਪੂਰੀ ਬਿਲਡਿੰਗ ਦਾ ਗੰਦ ਜਿਹੜਾ ਨਾ ਉਹ ਮਰਜ਼ਈ ਚੁੱਕਦਾ ਆ ਕੇ ਚੁੱਕਣ ਦੀ ਮਰਜ਼ਈ ਕੋਈ ਗੱਲ ਚੁੱਕਦਾ ਚੰਗੀ ਅਸੀਂ ਸਾਡਾ ਪਤਾ ਮਰਜ਼ਈ ਚੁੱਕਦਾ ਇਹ ਕਿਹੜੀ ਤਰੀਕ ਹੋਈ ਬਈ ਅਸੀਂ ਉਹ ਰੂਹਾਨੀ ਕੰਮ ਤੌਰ ਤੇ ਕਰਦਾ ਤੁਹਾਡਾ ਆਪਣਾ ਗੰਦ ਜਿਹੜਾ ਉਹ ਕਮਾਈ ਕਰਦਾ ਆਪਣੀ ਤੂੰ ਕਹਿ ਲੱਗਿਆ ਕਿ ਉਹ ਕਰਦੇ ਨੇ ਇੱਥੇ ਤੁਹਾਡਾ ਫ੍ਰੀ ਆਫ ਕਾਸਟ ਗਵਰਨਮੈਂਟ ਨੂੰ ਕਸਰ ਸ਼ਰੀਫ ਕਰਦਾ ਖੁਸ਼ ਕੀਤਾ ਹੈ ਗਵਰਨਮੈਂਟ ਬੈਠ ਕੇ ਉਹਨਾਂ ਨੂੰ ਖੁਸ਼ ਕਰਦੇ ਨੇ ਤੁਸੀਂ ਸਾਨੂੰ ਵੀਜ਼ੇ ਦਿੱਤੇ ਨੇ ਤੁਸੀਂ ਸਾਨੂੰ ਖੁਸ਼ ਕੀਤਾ ਹੈ ਤੁਹਾਡੀ ਪਨਾਹ ਅਸੀਂ ਤੁਹਾਡੀ ਬੈਠ ਕੀਤੀ ਹੈ ਤੁਸੀਂ ਸਾਨੂੰ ਪਨਾਹ ਦਿੱਤੀ ਹੈ ਲੋ ਫਿਰ ਤੁਹਾਡੇ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਤੁਹਾਡੇ ਜਿਹੜੇ 1 ਜਨਵਰੀ ਦੇ ਵਿੱਚ ਜਿਹੜਾ ਤੁਸੀਂ ਮਾਰੇ ਨਾ ਪਟਾਕੇ ਛਟਾਕੇ ਤੇ ਜਿਹੜੇ ਭਗਾਨੇ ਛੁੱਟੇ ਨੇ ਅਸੀਂ ਚੁੱਕਾਂਗੇ ਹਾਂ ਤੁਹਾਨੂੰ ਕੀ ਇਤਰਾਜ਼ ਹੈ ਨਾ ਉਸ ਕੌਮ ਨੂੰ ਇਤਰਾਜ਼ ਹੈ ਨਾ ਸਾਨੂੰ ਇਤਰਾਜ਼ ਹੈ ਤੁਹਾਨੂੰ ਕੀ ਇਤਰਾਜ਼ ਹੈ ਤੁਹਾਡਾ ਕਸਰੇ ਸਲੀਪ ਕਰਨੀ ਹੈ ਇਹ ਕਸਰੇ ਸਲੀਪ ਤੁਹਾਡਾ ਤੁਸੀਂ ਜਿਹੜੇ ਨਹੀਂ ਤੁਸੀਂ ਤੁਸੀਂ ਮੁਸਲਮਾਨਾਂ ਨਾਲ ਆ ਕੇ ਲੜਦੇ ਹੋ ਕਸਰੇ ਸਲੀਪ ਕਰੋ ਉੱਥੇ ਜਾ ਕੇ ਉਹਨਾਂ ਨੂੰ ਕਹੋਗੇ ਅਸੀਂ ਤੁਹਾਡੀ ਬੈਠ ਕੋਈ ਨਹੀਂ ਕਰਨੀ ਅਸੀਂ ਤੁਹਾਡੇ ਇੱਥੇ ਮੁਲਕ ਚ ਰਹਿੰਦੇ ਤੁਹਾਨੂੰ ਟੈਕਸ ਦਿੰਦੇ ਆ ਅਸੀਂ ਤੁਹਾਡਾ ਕੰਮ ਨਹੀਂ ਅਸੀਂ ਤੁਹਾਡੀ ਕਸਰੇ ਸਲੀਪ ਕਰਨਾ ਹੈ ਤੁਸੀਂ ਇਹਨਾਂ ਦੇ ਥੱਲੇ ਲੰਮੇ ਪੈ ਗਏ ਤੁਹਾਨੂੰ ਨਹੀਂ ਨਜ਼ਰ ਆਉਂਦੀ ਤੇ ਇੱਕ ਲੈਦਾ ਗੁਮਾਸ਼ੀ ਤੱਕ ਚੁੱਕ ਨਹੀਂ ਕਰ ਦਿੱਤੀ ਹੋਈ ਹੈ ਮੈਂ ਇੱਕ ਮਿੰਟ ਅਬੂ ਬਕਰ ਭਾਈ ਇੱਥੇ ਇੱਕ ਮਰਜ਼ਈ ਦੇ ਘਰ ਮੈਂ ਆਪ ਖੁਦ ਉਸ ਬਿਲਡਿੰਗ 'ਚ ਰਿਹਾ ਮਰਜ਼ਈ ਦੇ ਘਰ ਕ੍ਰਿਸਚੀਅਨ ਆਏ ਨੇ ਉਹਨਾਂ ਨੇ ਆ ਕੇ ਬਾਈਬਲ ਦਿੱਤੀ ਬਾਈਬਲ ਦੇ ਕੇ ਕਿਹਾ ਜੀ ਇਹ ਤੁਸੀਂ ਪੜ੍ਹੋ ਮਰਜ਼ਈ ਦੀ ਉੱਥੇ ਚੂਹ ਨਹੀਂ ਨਿਕਲੀ ਕਿ ਉਹਨੇ ਕਿਹਾ ਕਿ ਭਾਈ ਤੂੰ ਅਸੀਂ ਤੁਹਾਡੀ ਕਸਰ ਸ਼ਰੀਫ ਕਰਨਾ ਹੈ ਤੂੰ ਸਾਨੂੰ ਬਾਈਬਲ ਪੜ੍ਹਾਉਣਾ ਹੀ ਉਹਨੇ ਚੂਹ ਚੜਾ ਨਹੀਂ ਕੀਤੀ ਮਸਰੂਰ ਸਾਹਿਬ ਨੇ 20 ਸਾਲ ਕੇ ਉਹਦੀ ਬਾਈਬਲ ਪੜ੍ਹ ਕੇ ਤੇ ਉਹਨੂੰ ਭੇਜ ਦਿੱਤਾ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਨੌਜ਼ ਬਿਲਾ ਹਜ਼ਰਤ ਈਸਾ ਅਲੈਹਿਸਲਾਮ ਨੇ ਸ਼ਰਾਬ ਪੀ ਕੇ ਕਿਹਾ ਸੀ ਮੈਂ ਦੁਬਾਰਾ ਆਵਾਂਗਾ ਇਹ ਕਸਰੇ ਸਲੀਪ ਕੀਤੀ ਐਂਜੀ ਕੀਤਾ ਸਹੀ ਤਰਕ ਸਾਹਿਬ ਤੁਹਾਨੂੰ ਪਤਾ ਕਿਸ ਮੌਜੂ ਤੇ ਗੱਲ ਹੋ ਰਹੀ ਹੈ ਕਸਰੇ ਸਲੀਪ ਤੇ ਮੌਜੂ ਇਹ ਹੋਈ ਹੈ ਕਿ ਮਰਜ਼ਈਆਂ ਨੇ ਕਸਰੇ ਸਲੀਪ ਕੀ ਕੀਤਾ ਹੈ ਮੌਜੂ ਤਰਕ ਸਾਹਿਬ ਮਿਰਜ਼ਾ ਮਸਰੂਰ ਸਾਹਿਬ ਨੇ ਕਿਹੜੀ ਕੀਤੀ ਹੈ ਮੌਜੂ ਇਹ ਵੇ ਕਿ ਚਲੋ ਸਾਨੂੰ ਤੇ ਇਹਨਾਂ ਨੇ ਕਾਫਰ ਕਰਾਰ ਦੇ ਦਿੱਤਾ ਨਾ ਅਸਲ ਜ਼ਿੰਮੇਵਾਰੀ ਤੇ ਫਿਰ ਇਹਨਾਂ ਦੀ ਸੀ ਇਹ ਕਰ ਦੇਣ ਕਸਰ ਸਲੀਪ ਇਹਨਾਂ ਨੇ ਕੀ ਕੀਤਾ ਸਵਾਏ ਕ੍ਰਿਸਚੀਅਨ
ਉਹਨਾਂ ਦੇ ਤਾਂ ਕੋਈ ਦਾਵਾ ਨਹੀਂ ਹੈ ਨਾ। ਨਹੀਂ ਹੈ ਨੀ ਇਹਨਾਂ ਦੇ ਦਾਅਵੇ, ਉਹਨਾਂ ਦੇ ਤਾਂ ਦਾਅਵਾ ਹੈ। ਉਹ ਤੇ ਹਾਂਜੀ ਉਹਨਾਂ ਦੇ ਖੁਤਬਾਤ ਜਿਹੜੇ ਹਰ ਜੁਮੇ ਤੇ ਦਿੰਦੇ ਨੇ, ਕਾਹਦੇ ਵਾਸਤੇ ਖੁਤਬਾਤ ਹੁੰਦਾ ਨੇ? ਮੈਂ ਤੁਹਾਨੂੰ ਉਹੀ ਨਹੀਂ 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 ਇਹ ਕੰਮ, ਇਹ ਗੱਲ ਸੁਣੋ ਨਾ, ਤੁਹਾਡੇ ਮੌਲਵੀ ਕੀ ਕਰਦੇ ਨੇ, ਉਹ ਤੇ ਯਹੂਦ ਵੀ ਕਰਦੇ ਸੀ ਜਦੋਂ ਹਜ਼ਰਤ ਈਸਾ ਅਲੈਹਿਸਲਾਮ ਆਏ ਸੀ, ਉਹ ਵੀ ਕਰਦੇ ਸੀ। ਤੇ ਗੱਲ ਇਸ ਤਰ੍ਹਾਂ ਹੈ, ਹਾਂ ਤਾਂ ਇਹ ਯਹੂਦੀ ਵੀ ਇਹੀ ਕਰਦੇ ਸੀ। ਮਿਰਜ਼ਾ ਸਾਹਿਬ, ਮਿਰਜ਼ਾ ਮਸਰੂਰ ਸਾਹਿਬ ਯਹੂਦੀ ਨੇ, ਫਿਰ ਔਰ ਈਸਾ ਅਲੈਹਿਸਲਾਮ ਯਹੂਦੀ ਨੇ ਕਰ ਯਹੂਦੀ ਦਾ ਕੰਮ ਕਰਦੇ। ਇਹੀ ਕੰਮ ਉਹ ਯਹੂਦੀ ਵੀ ਕਰਦੇ ਸਨ, ਇਹ ਕੰਮ ਯਹੂਦੀ ਵੀ ਕਰਦੇ ਸਨ। ਤੇ ਫਿਰ ਹਜ਼ਰਤ ਈਸਾ ਅਲੈਹਿਸਲਾਮ ਦੀ ਜ਼ਰੂਰਤ ਨਾ ਰਹੀ। ਮਿਰਜ਼ਾ ਮਸਰੂਰ ਸਾਹਿਬ ਵੀ ਕਰਨ ਲੱਗੇ ਨੇ, ਫਿਰ ਹਜ਼ਰਤ ਈਸਾ ਅਲੈਹਿਸਲਾਮ ਦੀ ਔਰ ਬਾਕੀ ਅੰਬੀਆ ਦੀ ਤਾਂ ਜ਼ਰੂਰਤ ਨਾ ਰਹੀ। ਹਾਂਜੀ, ਇਹ ਤਾਂ ਤੁਸੀਂ ਕਹਿੰਦੇ ਹੋ ਨਾ। ਬੰਦਾ ਪੁੱਛੇ ਤੂੰ ਜਵਾਬ ਨਹੀਂ, ਇਹ ਤੇ ਤੁਸੀਂ ਜਵਾਬ ਦੋ ਕਿ ਭਾਈ ਬੰਦਾ ਪੁੱਛੇ ਤੂੰ ਜਵਾਬ ਸਿੱਧਾ ਤੇਰਾ ਦੋ ਕਿ ਕੋਈ ਐਸੀ ਕੋਈ ਤੁਸੀਂ ਕ੍ਰਿਸਚੀਅਨ ਦੇ ਕੋਲ ਗਏ ਹੋ, ਕੋਈ ਤੁਹਾਡਾ ਖਲੀਫਾ ਗਿਆ ਹੋਵੇ ਅੱਜ ਤੱਕ, ਉਹਨੇ ਜਾ ਕੇ ਕਸਰ ਸ਼ਰੀਫ ਕੀਤੀ। ਹਾਂ, ਯੂਰਪ ਸੁਸਾਇਟੀ ਦੇ ਵਿੱਚ ਉਹਨਾਂ ਦੀਆਂ ਜਾ ਕੇ ਔਰਤਾਂ ਤੇ ਵੇਖਦੇ ਰਹੇ ਨੇ, ਉੱਥੇ ਜਾ ਕੇ ਕਸਰ ਸ਼ਰੀਫ ਤੇ ਕੋਈ ਨਹੀਂ ਕੀਤੀ। ਅੱਜ ਕੋਈ ਤਕਰੀਬ ਕੀਤੀ ਹੋਵੇ, ਕ੍ਰਿਸਚੀਅਨ ਨੂੰ ਬੁਲਾਇਆ ਹੋਇਆ ਕਿ ਸਾਡਾ ਮਕਸਦ ਮੇਨ ਈਸਾਈਅਤ ਦੇ ਮਾਜ਼ ਅੱਲਾ ਇਹ ਕਹਿਣਾ ਇਹ ਤੁਹਾਡਾ ਕੋਲ ਹੈ ਕਿ ਖੁਦਾ ਮਾਰ ਦੇਣਾ, ਈਸਾਈਅਤ ਦੇ ਕੋਲ ਤੁਸੀਂ ਗਏ ਹੋ, ਤੁਹਾਡਾ ਖਲੀਫਾ ਗਿਆ ਹੋਵੇ, ਇਸ ਪ੍ਰੋਟੋਕੋਲ ਦੇ ਨਾਲ ਗਿਆ ਹੋਵੇ, ਜਾ ਕੇ ਤਬਲੀਗ ਕੀਤੀ ਹੋਵੇ। ਤੁਸੀਂ ਤਾਂ ਜੋ ਸੁਸਾਇਟੀ ਦੇ ਵਿੱਚ ਔਰਤਾਂ ਜ਼ਰੂਰ ਵੇਖੀਆਂ ਨੇ, ਇਹ ਕੀਤੀ ਹੈ ਉਹਨਾਂ ਦੇ ਚਰਚ ਤੱਕ ਖਰੀਦ ਯਾਰ ਕੇ, ਇੱਕ ਕਰਕੇ ਗੱਲ ਕਰੋ ਸਾਰੇ ਬੰਦੇ। ਉਹਨਾਂ ਦੇ ਚਰਚ ਖਰੀਦ ਕੇ ਮਸਜਿਦਾਂ ਬਣਾਈਆਂ ਨੇ, ਉਹਨਾਂ ਦੇ ਚਰਚ ਖਰੀਦ ਕੇ ਮਸਜਿਦਾਂ ਬਣਾਈਆਂ, ਚ ਮਸਜਿਦਾਂ ਚ ਮੁੰਤਕਿਲ ਸਾਹਿਬ ਨੂੰ ਕਰ ਲੈਂਦਾ। ਹੁਣ ਗੱਲ ਹੈ ਕਿ ਇਹਨਾਂ ਨੂੰ ਦੱਸਣ ਕਿ ਕਸਰੇ ਸ਼ਰੀਫ ਕੀ। ਹਾਂਜੀ, ਉਹਨਾਂ ਨੇ ਚਰਚ ਖਰੀਦ ਕੇ ਮਸਜਿਦਾਂ ਬਣਾਈਆਂ ਨੇ, ਉੱਥੇ ਮਸਜਿਦਾਂ ਚ ਉਹਨਾਂ ਨੂੰ ਬਦਲਿਆ ਵੇ ਜਮਾਤੇ ਅਹਿਮਦੀਆ ਨੇ। ਫਿਰ ਉਹਨਾਂ ਦੇ ਜਿਹੜੇ ਸਿਆਸੀ ਲੀਡਰਾਂ ਨੇ ਹਰ ਜਲਸੇ ਤੇ ਉਹਨਾਂ ਨੂੰ ਮਦਊ ਕਰਦੇ ਨੇ, ਉੱਥੇ ਉਹਨਾਂ ਨੂੰ ਦੱਸਦੇ ਨੇ ਇਸਲਾਮ ਦੇ ਬਾਰੇ ਵਿੱਚ, ਦੀਨ ਦੇ ਬਾਰੇ ਵਿੱਚ। ਜਮਾਤੀ ਲਿਟਰੇਚਰ ਛਾਇਆ ਹੁੰਦਾ ਵੇ, ਜਿਹਦੇ ਵਿੱਚ ਉਹ ਲਿਟਰੇਚਰ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਦੱਸਿਆ ਹੋਇਆ ਵੇ। ਤੇ ਹੋਰ ਕੀ ਕਰਨਾ, ਹੋਰ ਕੀ ਚਾਹੀਏ, ਕਿਸ ਤਰ੍ਹਾਂ ਕਰੀਏ? ਜਮਾਤੀ ਲਿਟਰੇਚਰ ਕੇ ਦੱਸਿਆ 10ਵਾਂ ਦਾ ਹਮਲਾ ਹੁੰਦਾ ਹੈ। ਜਮਾਤ ਦਾ ਉਹਨਾਂ ਦਾ ਟੈਲੀਫੋਨ ਨੰਬਰ ਹੈ, ਫ੍ਰੀ ਟੈਲੀਫੋਨ ਨੰਬਰ ਹੈ, ਜਿਹਦੇ ਚ ਉਹਨਾਂ ਨੇ, ਇੱਕ ਮਿੰਟ ਗੱਲ ਸੁਣੋ ਨਾ, ਫ੍ਰੀ ਟੈਲੀਫੋਨ ਨੰਬਰ ਹੈ 0800 ਤੋਂ ਸ਼ੁਰੂ ਹੁੰਦਾ, ਜਾਂ ਹੋਰ ਵੀ ਉਹਨਾਂ ਦੇ WhatsApp ਦੇ ਨੰਬਰ ਨੇ, ਦੂਸਰੇ ਨੰਬਰ ਨੇ ਜਿਹੜੇ ਉਹਨਾਂ ਨੇ ਇੱਥੇ ਯੂਰਪ ਵਿੱਚ ਦਿੱਤੇ ਹੋਏ ਨੇ। ਤੇ ਉਹਦੇ ਵਿੱਚ ਉਹਨਾਂ ਨੇ ਉਹ ਜਮਾਤ ਦੇ ਉੱਥੇ ਲੋਕ ਫੋਨ ਕਰਦੇ ਨੇ, ਉਹਨਾਂ ਨੂੰ ਜਮਾਤੀ ਤਬਲੀਗ ਤੱਕ ਕਰਦੇ ਨੇ। ਸਾਡਾ ਕੰਮ ਪੈਗਾਮ ਪਹੁੰਚਾਉਣਾ ਹੈ। ਹਾਂ, ਅਸੀਂ ਵੀ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਤਰ੍ਹਾਂ ਦਰੋਗੇ ਨਹੀਂ ਹੈਗੇ ਕਿ ਫੜ ਕੇ ਢਾਹ ਲਓ ਸਾਰੇ। ਨਹੀਂ, ਬਿਲਕੁਲ ਨਹੀਂ। ਤੁਹਾਨੂੰ ਬੁਰਾ ਲੱਗਦਾ, ਸਾਨੂੰ ਪਤਾ ਹੈ, ਤੁਹਾਨੂੰ ਪਤਾ ਬੁਰਾ ਲੱਗਦਾ ਹੈ, ਤੁਹਾਨੂੰ ਬੁਰਾ ਲੱਗਦਾ ਹੈ, ਤੁਹਾਨੂੰ ਬੁਰਾ ਲੱਗਦਾ ਹੈ, ਸਾਨੂੰ ਪਤਾ ਹੈ, ਤੁਹਾਨੂੰ ਬੁਰਾ ਲੱਗਦਾ ਹੈ ਕਿ ਤੁਹਾਡੀ ਗੰਦੀ ਜ਼ੁਬਾਨ ਤੋਂ ਤੁਹਾਨੂੰ ਬੁਰਾ ਲੱਗਦਾ ਹੈ, ਨਾ ਚੰਗਾ ਨਹੀਂ ਨਾ ਲੱਗਦਾ, ਤੁਹਾਨੂੰ ਬੁਰਾ ਲੱਗਦਾ, ਸਾਨੂੰ ਪਤਾ ਹੈ, ਸਾਨੂੰ ਪਤਾ, ਸਾਨੂੰ ਵੀ ਪਤਾ, ਤੁਹਾਨੂੰ ਕੁਰਾਨ ਵੀ ਬੁਰਾ ਲੱਗਦਾ। ਰਸੂਲullah ਨੂੰ ਅੱਲਾ ਨੇ ਫਰਮਾ ਦਿੱਤਾ ਕਿ ਤੁਸੀਂ ਦਰੋਗਾ ਨਹੀਂ ਹੋ, ਅਸੀਂ ਵੀ ਦਰੋਗੇ ਨਹੀਂ ਹਾਂ, ਅਸੀਂ ਪੈਗਾਮ ਪਹੁੰਚਾਉਂਦੇ ਹਾਂ। ਉਹ ਕੁਰਾਨ ਚ ਤੇ ਆਇਆ ਦਰੋਗਾ ਨਹੀਂ, ਤੇ ਜਿਨੇ ਆਖਿਆ ਕਿ ਜੋ ਗਾਲੀ ਤੂੰ ਦੇਗਾ ਵਹੀ ਮੁਝਸੇ ਸੁਨੇਗਾ, ਇਹ ਨਹੀਂ ਤੁਹਾਡਾ ਕੁਰਾਨ। ਇਹ ਵੀ ਠੀਕ ਹੈ, ਇਹ ਵੀ ਅੱਲਾਹ ਤਾਲਾ ਨੇ ਕਿਹਾ, ਹਦੀਸ ਤੋਂ ਸਾਬਤ ਹੈ, ਜਿੰਨੀ ਕੋਈ ਜਿਹੜਾ ਤੁਹਾਨੂੰ ਕਹਿੰਦਾ। ਬਿਲਕੁਲ ਬਿਲਕੁਲ। ਔਰ ਤੁਹਾਡੇ ਖਾਦਮ ਹੁਸੈਨ ਸਾਹਿਬ ਦੀ ਰਿਕਾਰਡਡ ਮੌਜੂਦ ਨੇ, ਉਹਨਾਂ ਨੇ ਜਿਹੜੀ ਜ਼ਬਾਨ ਇਸਤੇਮਾਲ ਕੀਤੀ ਹੋਈ ਹੈ, ਜਿਹੜੀ ਖਾਦਮ ਹੁਸੈਨ ਸਾਹਿਬ ਨੇ ਜ਼ਬਾਨ ਇਸਤੇਮਾਲ ਕੀਤੀ ਹੋਈ ਹੈ, ਉਹ ਤੁਹਾਡੇ ਸਾਹਮਣੇ ਖਾਦਮ ਹੁਸੈਨ ਸਾਹਿਬ ਨੇ ਜੋ ਜ਼ਬਾਨ ਇਸਤੇਮਾਲ ਕੀਤੀ ਹੈ, ਉਹ ਨਹੀਂ ਨਜ਼ਰ ਆਈ ਕਦੀ। ਉਹ ਉਧਰ ਜਾਣ ਦੀ ਬਜਾਏ ਉਹਨਾਂ ਨੇ ਸਹਾਬਾ ਤੋਂ ਲਈ ਹੋਈ ਹੈ, ਉਹ ਕਹਿੰਦੇ ਨੇ ਸਹਾਬਾ ਦੀ ਸੀਰਤ ਤੋਂ ਲਈ ਹੋਈ ਹੈ। ਮਾਰ ਕੇ ਸ਼ਰਮਿੰਦਾ ਹੋ, ਮੇਰੀ ਗੱਲ ਸੁਣੋ, ਮੈਂ ਉਹੀ ਤਾਂ ਕਰ ਰਿਹਾ। ਕਿਸ ਬੰਦੇ ਨੂੰ?
ਇਹ ਮਿਰਜ਼ਾ ਸਾਹਿਬ ਨੂੰ ਮੰਨ ਕੇ ਸ਼ਰਮਿੰਦਾ ਹੁੰਦੇ ਹੋ? ਮਿਰਜ਼ਾ ਸਾਹਿਬ ਨੇ ਕਿਹਦਾ ਕਿਹਾ ਮੈਂ ਕਿਹਦੀ ਤਰਫੋਂ ਆਇਆ ਵਾਂ? ਜੋ ਇਹ ਗੱਲ ਕਿਹਨੇ ਉਹਨਾਂ ਕਹੀ ਦੀ ਹੈ? ਮੈਂ ਗੱਲ ਪੇਸ਼ ਕਰਨਾ, ਜਵਾਬ ਚ ਤੁਸੀਂ ਕਦੇ ਖਾਲਿਦ ਬਿਲਕੁਲ ਸਾਹਿਬ ਅਸੀਂ ਦੀ ਉਹ ਗੱਲ ਰਸੂਲullah ਤੇ ਕਰਦੇ ਪੇਸ਼ ਹੋ। ਕਰ ਦਿੰਦੇ ਹਾਂ, ਅਸੀਂ ਉਹ ਗੱਲ ਰਸੂਲullah ਤੇ ਪੇਸ਼ ਸੁਣੋ, ਕਰ ਦਿੰਦੇ ਹਾਂ। ਉਹ ਗੱਲ ਤਾਂ ਸੁਣੋ, ਮੇਰੀ ਗੱਲ ਨੂੰ ਵਿੱਚ ਨਾ ਕੱਟੋ। ਮੈਂ ਪਿਆਨਾ ਜੇ ਮੈਂ ਤੁਹਾਡੇ ਅੱਗੇ ਮਿਰਜ਼ਾ ਸਾਹਿਬ ਦਾ ਹਵਾਲਾ ਪੇਸ਼ ਕਰਾਂ ਤੇ ਸ਼ਰਮ ਦੇ ਮਾਰਿਆਂ ਤੁਸੀਂ ਭੱਜ ਕੇ ਆਂਦੇ ਹੋ ਮੌਲਾਨਾ ਖਾਦਮ ਰਿਜ਼ਵੀ ਨੇ ਆਖਿਆ, ਨਬੀ ਪਾਕ ਨੇ ਆਖਿਆ, ਕੁਰਾਨ ਨੇ ਆਖਿਆ। ਤੁਸੀਂ ਉਹਨਾਂ ਨੂੰ ਕਿਉਂ ਨਹੀਂ ਆਉਣ ਕਰਦੇ ਕਿ ਹਾਂ ਮਿਰਜ਼ਾ ਸਾਹਿਬ ਨੇ ਆਖਿਆ, ਸਾਨੂੰ ਖੁਸ਼ੀ ਹੈ, ਆਉਣ ਕਰਨੇ ਅਸੀਂ? ਕਿੱਥੋਂ ਆਨ ਸ਼ਰਮਾਂਦੇ ਕਿਉਂ ਕਰਨਾ? ਉਸ ਗੱਲ ਤੋਂ? ਮਿਰਜ਼ਾ ਸਾਹਿਬ ਨੇ ਕਿੱਥੋਂ ਲੈਣਾ ਹੈ? ਕਿਹਨੂੰ ਵੀ ਨਹੀਂ ਲੈਣਾ ਮਿਰਜ਼ਾ ਸਾਹਿਬ, ਡਾਇਰੈਕਟ ਯਲਾਸ਼ ਕੋਲ ਲੈਣਾ, ਕਿਹੜੇ ਇਜਲਾਸ ਕੋਲ ਲੈਣਾ ਹੈ? ਜਿਹੜਾ ਉਹਨਾਂ ਦਾ ਯਲਾਸ਼ ਹੈ ਸੀ, ਕਿਹੜਾ ਜਿਹੜਾ ਸੀ ਉਹ ਇਜਲਾਸ? ਜਿੱਥੇ ਚਿੱਲਾ ਕੱਟਣ ਗਏ ਸੀ। ਉਹ ਉੱਥੇ ਕਿਹੜਾ ਇਜਲਾਸ ਸੀ? ਹੁਸ਼ਿਆਰਪੁਰ ਨਹੀਂ ਸੀ ਗਏ ਚਿੱਲਾ ਕੱਟਣ? ਉੱਥੇ ਕਿਹੜਾ ਇਜਲਾਸ ਸੀ? ਉੱਥੋਂ ਹੀ ਆਇਆ ਨਾ ਯਲਾਸ਼। ਤੁਹਾਨੂੰ ਕਿਸ ਤਰ੍ਹਾਂ ਪਤਾ? ਤੁਸੀਂ ਕੋਲ ਸੋ? ਉੱਥੋਂ ਆਮਦਿਆਂ ਮਿਰਜ਼ਾ ਸਾਹਿਬ ਨੇ ਆਖਿਆ ਪਹਿਲੀ ਪੇਸ਼ ਗੋਈ ਚਿੱਲਾ ਕੱਟ ਕੇ ਆਏ ਨੇ ਨਾ ਜਦੋਂ, ਹਾਂਜੀ। ਤੇ ਆਮਦਿਆਂ ਪਹਿਲਾਂ ਤੇ ਮੇਰੀ ਗੱਲ ਸੁਣੋ, ਜਦੋਂ ਚਿੱਲਾ ਕੱਟ ਕੇ ਆਏ ਤੇ ਨੇ ਮਿਰਜ਼ਾ ਸਾਹਿਬ, ਇਜਲਾਸ ਕੌਣ ਸੀ? ਦੱਸਣਾ ਮੈਂ ਯਲਾਸ਼ ਕੌਣ ਸੀ। ਉਹਨਾਂ ਨੇ ਪਹਿਲਾਂ ਕੀ ਤੇ ਨਾਮ ਮਿਰਜ਼ਾ ਲਿਆ? ਸਾਹਿਬ ਚਿੱਲਾ ਉਹਦਾ ਉਹ ਤਾਰਫ ਕੀ ਦੱਸਣਾ ਨਾ ਕਿਤਾਬਾਂ ਮੈਂ, 'ਚ ਉਹਨਾਂ ਨੇ ਕਰਾਇਆ? ਉਹ ਉਹਦਾ ਦੱਸਣਾ ਕਿਤਾਬਾਂ 'ਚ ਮੈਂ, ਕੀ ਤਾਰਫ ਕਰਾਇਆ? ਦੱਸਣਾ ਮੈਂ ਤਾਰਫ। ਪਹਿਲਾਂ ਤੇ ਚਿੱਲਾ ਕੱਟ ਕੇ ਉੱਥੋਂ ਆਏ ਨੇ ਤੇ ਉਹ ਮੁਰਦਾ ਜਿਹੜਾ ਹੈ ਉਹ ਇਹਨਾਂ ਦੇ ਸਾਹਮਣੇ ਹੋ ਗਿਆ, ਜ਼ਿੰਦਾ ਹੋ ਕੇ ਬਹਿ ਗਿਆ ਨਾ। ਪਹਿਲਾਂ ਤੇ ਇਹਨਾਂ ਨੇ ਮੌਜਜ਼ਾ ਕਰਕੇ ਵਹਾਇਆ, ਉਹਦੇ ਬਾਅਦ ਇਹਨਾਂ ਨੇ ਆ ਕੇ ਤੇ ਪਹਿਲੀ ਪੇਸ਼ਗੋਈ ਦੇ ਨਾਂ ਤੋਂ ਛਾਇਆ ਕੀਤੀ ਹੈ 20 ਫਰਵਰੀ 1886 ਨੂੰ ਇਸ਼ਤਿਹਾਰ ਛਾਪਿਆ। ਉਹ ਪਹਿਲੀ ਪੇਸ਼ਗੋਈ ਹੈ, ਉਹਦੇ ਤੋਂ ਲੈ ਕੇ ਫਿਰ ਪੇਸ਼ਗੋਈ ਦੇ ਨਾਂ ਤੇ ਪੇਸ਼ਗੋਈ ਦੇ ਨਾਂ ਤੇ ਕਰੀ ਆਏ ਨੇ ਪੇਸ਼ਗੋਈਆਂ। ਤੇ ਉਹ ਉੱਥੋਂ ਜਿਸ ਵੇਲੇ ਚਿੱਲਾ ਕੱਟ ਕੇ ਆਏ ਨੇ ਤੇ ਸਾਰੇ ਕੰਮ ਉਦੋਂ ਹੀ ਹੋਏ ਨੇ। ਉਦੋਂ ਹੀ ਇਹਨਾਂ ਨੂੰ ਪਤਾ ਲੱਗਿਆ ਕਿ ਯਲਾਸ਼ ਇਹਨਾਂ ਦੇ ਖੁਦਾ ਦਾ ਨਾਂ ਹੈ, ਇੱਕ ਉਹਦਾ ਨਾਂ ਕਾਲੂ ਹੈ, ਇੱਕ ਉਹਦਾ ਨਾਂ ਕਾਲਾ ਹੈ। ਉਹ ਹੀ ਇਹਨਾਂ ਨੂੰ ਲਾਮ ਕਰਨ ਲੱਗ ਪਿਆ, ਉਹ ਹੀ ਇਹਨਾਂ ਨੂੰ ਦੱਸਣ ਲੱਗ ਪਿਆ ਮੁਹੰਮਦੀ ਬੇਗਮ ਨਾਲ ਤੁਹਾਡਾ ਵਿਆਹ ਹੋਵੇਗਾ, ਜੇ ਨਾ ਹੋਇਆ ਤਾਂ ਤੁਸੀਂ ਆਖ ਦਿਓ ਮੈਂ ਝੂਠਾ, ਸੁਲਤਾਨ ਬੇਗ ਮਰੇਗਾ, ਜੇ ਨਾ ਮਰਿਆ ਤੁਸੀਂ ਆਖ ਦਿਓ ਝੂਠਾ, ਇਹ ਤੁਹਾਡੇ ਘਰ ਮੁੰਡਾ ਹੋਵੇਗਾ ਤੇ ਇੰਝ ਹੀ ਸਮਝ ਆਵੇ ਦੀ ਖੁਦਾ ਹੀ ਸਮਾਨ ਤੋਂ ਥੱਲੇ ਢਾਲਿਆ। ਅਸਤਗਫਿਰੁੱਲਾਹ ਅਸਤਗਫਿਰ। ਉਹ ਯਲਾਸ਼ ਜਿਹਨੂੰ ਇਹ ਮੰਨਦੇ ਸਨ ਨਾ, ਆਂਦੇ ਸਨ ਮੇਰੇ ਘਰ ਮੁੰਡਾ ਹੋਵੇਗਾ, ਕਾਨ ਨਜ਼ਲ ਮਿਨਸ ਸਮਾ, ਇੰਝ ਸਮਝੋ ਕਿ ਅੱਲਾ ਹੀ ਜਿਹੜਾ ਨਾ ਉਹ ਸਮਾਨ ਤੋਂ ਢਾਲਾ ਹੈ। ਇਹ ਸਾਰੀਆਂ ਉਹਨੇ ਗੱਲਾਂ ਸਿਖਾਈਆਂ ਯਲਾਸ਼ ਨੇ ਇਹਨਾਂ ਨੂੰ। ਠੀਕ ਹੈ, ਫਿਰ ਕੀ ਹੈ? ਉਹ ਗੱਲਾਂ ਸਹੀ ਤੇ ਫਿਰ ਸਨ ਉਹਨੂੰ ਜਾਂ ਗਲਤ ਖੁਸ਼ੀ ਨਾਲ ਸਨ? ਉਹਨੂੰ ਆਉਣ ਕਰਨਾ, ਉਹਨੂੰ ਬਿਆਨ ਕਰਨਾ ਚਾਹੀਦਾ ਹੈ। ਅਸੀਂ ਤੇ ਅੱਲਾ ਦੇ ਹਰ ਅੱਛੇ ਸ਼ਰਮਾਨਾ ਨਾਮ ਨਹੀਂ ਚਾਹੀਦਾ। ਮੈਂ ਨੂੰ ਕਹਿੰਦਾ ਅਸੀਂ ਤੇ ਅੱਲਾ ਦੇ ਹਰ ਅੱਛੇ ਨਾਮ ਨੂੰ ਤਸਲੀਮ ਕਰਨੇ, ਔਰ ਜਿੰਨੇ ਵੀ ਮੈਂ ਨਾਮ ਕਹਿੰਦਾ ਨੇ ਜੋ ਤਸਲੀਮ ਵੀ ਕਰਨੇ। ਹੈ, ਜੇ ਤੁਹਾਨੂੰ ਅੱਛਾ ਲੱਗਦਾ ਹੈ, ਬਿਲਕੁਲ। ਆਪਣੇ ਬੱਚੇ ਦਾ ਨਾਮ ਅਬਦੁਲ ਯਲਾਸ਼ ਹੈ, ਤੁਹਾਡੇ ਕਿਸੇ ਬੱਚੇ ਦਾ ਜਿੰਨੇ ਵੀ ਨਾਮ ਗੈਰ ਅਰਬ ਅੰਬਿਆ ਮਰਜ਼ਾਈਆਂ ਗੁਜ਼ਰੇ ਚ ਨੇ, ਕਿਸੇ ਬੱਚੇ ਜਿੰਨੇ ਦਾ ਵੀ ਨਾਮ ਗੈਰ ਅਬਦੁਲ ਅਰਬ ਯਲਾਸ਼ ਹੈ, ਅੰਬਿਆ ਗੁਜ਼ਰੇ ਨੇ, ਜਿੰਨੇ ਵੀ ਸਾਈ ਸਾਹਿਬ 1,24,000 ਅੰਬਿਆ ਚੋਂ ਸਾਈ ਜਿੰਨੇ ਵੀ ਸਾਹਿਬ, ਗੈਰ ਇੱਕ ਅਰਬ ਸਵਾਲ, ਨਬੀ ਨੇ, मेरे बस जवाब एक सुन लो निगाह ना, पे ठहरा है फैसला दिल का, मेरा जवाब सुन लो बस ना। एक निगाह पे जिन्ने ठहरा है भी फैसला गैर अरब दिल नबी का। गुजरे ने, ये ते अरबी ਉਹ ਮੈਂ नाम ने ਨਹੀਂ कुरान ਤੁਹਾਡੇ करीम ਮੂੰਹ ਚ ਚ ਆਏ ਨਬੀਆਂ ਨੇ। ਦਾ ਨਾਮ ਸੁਣਨਾ ਚਾਹੁੰਦਾ, ਜਿਹੜਾ ਤੁਹਾਡਾ ਹੈ ਤੁਸੀਂ ਉਹਦਾ ਨਾਮ ਲਓ। ਅੰਬਿਆ ਨੂੰ ਅੱਲਾਹ ਤਾਲਾ ਨੇ ਕਿਹੜੇ ਨਾਮ ਦੱਸੇ ਸੀ? ਲਕਮਾਨ ਸਾਈ ਸਾਹਿਬ ਗੱਲ ਤਾਂ ਸੁਣੋ। ਇਹ ਤੇ ਅਰਬੀ ਨਾਮ ਨੇ ਜਿਹੜੇ ਕੁਰਾਨ ਕਰੀਮ ਉਹ ਚ ਜੇ ਆਏ ਨੇ। ਜਿਹੜੇ ਚੰਗੇ ਗੈਰ ਨਾਂ ਅਰਬ ਸੀ ਉਹ ਕਿੱਥੋਂ ਨਾਮ ਯਲਾਸ਼ ਲੈਂਦੇ ਸੀ? ਚੰਗਾ ਨਾਂ ਹੈ, ਬਹੁਤ ਯਲਾਸ਼ ਅੱਛਾ ਚੰਗਾ ਨਾਮ ਨਾਂ ਹੈ, ਬਹੁਤ ਅੱਛਾ ਨਾਮ ਹੈ। ਅੱਛਾ, ਕਿੰਨੇ ਸਾਲ ਹੋ ਗਏ ਨੇ ਮਿਰਜ਼ਾ ਸਾਹਿਬ ਨੂੰ ਤਾਰਫ ਕਰਾਇਆ ਯਲਾਸ਼ ਦਾ? ਜਦੋਂ ਹੈ ਸਨ ਉਦੋਂ ਦਾ ਕਰਾਇਆ ਹੋਇਆ ਨਾ। 125 ਸਾਲ ਹੋ ਗਏ ਨਾ। ਹੋ ਗਿਆ 125 ਸਾਲ ਚ ਤੁਹਾਡੇ ਮਿਰਜ਼ਾਈਆਂ ਚ ਕਿੰਨੇ ਬੱਚਿਆਂ ਦੇ ਨਾਮ ਅਬਦੁਲ ਯਲਾਸ਼ ਨੇ? ਈਸਾਈਆਂ ਚ ਯਹੂਦੀਆਂ ਚ ਕਿੰਨਿਆਂ ਦੇ ਨਾਂ ਅਬਦੁੱਲਾ ਨੇ? ਮੇਰੀ ਗੱਲ ਈਸਾਈਆਂ ਚ ਔਰ ਯਹੂਦੀਆਂ ਚ ਕਿੰਨਿਆਂ ਦੇ ਨਾਮ ਅਬਦੁੱਲਾ ਨੇ? ਮੈਂ ਦੱਸਣਾ ਮੇਰੀ ਗੱਲ ਸੁਣ। ਈਸਾਈਆਂ ਚ ਔਰ ਯਹੂਦੀਆਂ ਚ ਕਿੰਨੇ ਅਬਦੁੱਲਾ ਨਾਂ ਨੇ? ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਅੱਲਾਹ ਨਾਮ ਤਾਰਫ ਕਰਵਾਇਆ ਸੀ। ਮੈਂ ਦੱਸਣਾ, ਵਹਾਓ ਹਾਂ ਮੈਨੂੰ ਕਿੰਨੇ ਗੁਣ ਰੱਖੇ ਨੇ? ਮੈਂ ਦੱਸਣਾ ਨਾ, ਮਰਜ਼ੀ ਹੈ, ਜੋ ਮਰਜ਼ੀ ਕੋਈ ਨਾ ਰੱਖੇ ਨਾ ਅਸੀਂ ਅੱਲਾਹ ਰੱਖੇ। ਨੂੰ ਮੰਨਦੇ ਆ ਨਾ। ਮੇਰੀ ਸੁਣ ਲਓ ਲੁਕਮਾਨ ਸਾਹਿਬ, ਅਸੀਂ ਅੱਲਾਹ ਨੂੰ ਮੰਨਦੇ ਆ ਨਾ। ਅੱਲਾਹ ਦੀ ਕਸਮ ਖਾ ਕੇ ਨਾ, ਮੇਰੇ ਇੱਕ ਭਤੀਜੇ ਦਾ ਨਾਮ ਹੀ ਅਬਦੁੱਲਾ ਹੈ, ਦੂਜੇ ਭਰਾ ਦੇ ਬੇਟੇ ਦਾ ਵੀ ਨਾਮ ਅਬਦੁੱਲਾ ਹੈ, ਉਹ ਵੱਡੇ ਭਰਾ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਅੱਲਾਹ ਦਾ ਨਾਮ ਤਾਰਫ ਕਰਵਾਇਆ। ਯਹੂਦੀ ਨਹੀਂ ਮੰਨਦੇ, ਈਸਾਈ ਨਹੀਂ ਮੰਨਦੇ। ਸੁਣ ਤੇ ਲੋ, ਮੇਰੇ ਬੇਟੇ ਦਾ ਨਾਮ ਅਬਦੁਰ ਰਹਿਮਾਨ ਹੈ, ਉਹ ਤੁਹਾਡੇ ਚ ਕਿਹਦਾ ਨਾਮ ਅਬਦੁਲ ਯਲਾਸ਼? ਸਾਡੇ ਮੈਂ ਦੱਸ ਤੇ ਰਿਹਾ ਵਾਂ ਕਿ ਅੱਲਾਹ ਦੇ ਜਿੰਨੇ ਅੱਛਾ ਅਮਰ ਭਾਈ, ਇਹਨਾਂ ਨੇ ਮੰਨ ਲਿਆ ਹੈ ਕਿ ਜਿਹੜੇ ਅੱਲਾਹ ਦਾ ਤਾਰਫ ਕਰਵਾਇਆ ਨਾ ਯਹੂਦੀ ਨਹੀਂ ਮੰਨਦੇ ਤੇ ਇਸ ਵਾਸਤੇ ਉਹ ਨਾਮ ਨਹੀਂ ਰੱਖਦੇ, ਤੇ ਇਹ ਵੀ ਨਾਮ ਨਹੀਂ ਰੱਖਦੇ, ਤੇ ਨਹੀਂ ਅਸੀਂ ਤਾਂ ਸਾਰੇ ਮੰਨਦੇ, ਅਸੀਂ ਅੱਲਾਹ ਨਾਮ ਵੀ ਲੱਗਦਾ ਹੈ, ਅਬਦੁਰ ਰਹਿਮਾਨ ਵੀ ਲੱਗਦਾ ਹੈ, ਸਾਰੇ ਨਾਮ ਰੱਖਦੇ ਨੇ। ਤੁਸੀਂ ਹੁਣ ਇਹਨਾਂ ਨੂੰ ਨਾ ਸਾਰੇ ਨਾਮ ਲੈ ਦਿਓ। ਤੁਸੀਂ ਤੁਹਾਡੇ ਜੱਟ ਬਰਾਦਰੀ ਦਾ ਬੰਦਾ, ਅਸੀਂ ਇਹਨਾਂ ਨਾਲ ਬੰਦਾ ਮਾੜਾ ਨਹੀਂ, ਅਸੀਂ ਇਹਦੇ ਨਾਲ ਜ਼ਿਆਦਤੀ ਨਹੀਂ ਕਰਨਾ ਚਾਹੁੰਦੇ। ਤੁਸੀਂ ਇਹਨਾਂ ਨੂੰ ਪੁੱਛ ਦਿਓ ਵੀ 80 ਤੇ 1400 ਸਾਲ ਚੋਂ ਮੇਰੇ ਘਰ ਚ 3 ਭਤੀਜਿਆਂ ਦਾ ਨਾਮ ਅਬਦੁੱਲਾ ਨੇ, ਮੇਰੇ ਬੇਟੇ ਦਾ ਨਾਮ ਅਬਦੁਰ ਰਹਿਮਾਨ। ਤੁਸੀਂ 125 ਸਾਲ ਚ ਕਿਹੜੇ ਬੱਚੇ ਦਾ ਨਾਮ ਅੱਜ ਤੱਕ ਅਬਦੁਲ ਯਲਾਸ਼ ਰੱਖਿਆ ਗਿਆ? ਤੁਸੀਂ ਸ਼ਰਮਾਂਦੇ ਨਹੀਂ ਯਲਾਸ਼, ਬਸ ਐਸਾ ਨਹੀਂ ਅਸੀਂ ਕੋਈ ਨਹੀਂ ਸ਼ਰਮਾਂਦੇ। ਸਵਾਲ ਦਾ ਸਹੀ ਸਵਾਲ, ਮੇਰੀ ਗੱਲ ਸੁਣੋ ਨਾ, ਦੇਖੋ ਸਵਾਲ ਨਾਲ ਦੇ ਰਹੇ ਹੋ, ਨਹੀਂ ਉਹਦੇ ਨਾਲ ਕੋਈ ਪ੍ਰੋਡਕਟਿਵ ਗੱਲ ਨਹੀਂ ਹੋਈ। ਮੈਨੂੰ ਬੜਾ ਫੇਅਰ ਕੁਐਸਚਨ। ਮੈਨੂੰ ਜਵਾਬ ਨਹੀਂ ਦਿੱਤਾ ਜਾ ਰਿਹਾ। ਸਾਈ ਸਾਹਿਬ ਤੁਸੀਂ ਤੇਜ਼ ਗਾਮ ਤੇ ਬੈਠੇ ਹੋ, ਥੋੜਾ ਜਿਹਾ ਠੰਡੇ ਪੀਓ ਨਾ ਪਲੀਜ਼। ਇੱਕ ਬੜਾ ਫੇਅਰ ਸਵਾਲ ਕੀਤਾ ਨੇ। 1.25 ਸਾਲ ਦੇ ਵਿੱਚ ਅਬਦੁਲ ਯਲਾਸ਼ ਕਿਸੇ ਇੱਕ ਦਾ ਨਾਂ ਤੇ ਹੋਣਾ ਚਾਹੀਦਾ। ਅਗਰ ਯਲਾਸ਼ ਇੱਕ ਲੈਜੀਟੀਮੇਟ ਐਂਟੀਟੀ ਹੈ ਜਿਹਨੂੰ ਤੁਸੀਂ ਓਨ ਵੀ ਕੀਤਾ ਇਸ ਬਰਾਡ ਦੇ ਵਿੱਚ, ਹੋਣ ਅਗਰ ਤੁਸੀਂ ਓਨ ਕਰ ਰਹੇ ਹੋ
ਇੱਕ ਲੈਜੀਟਿਮੇਟ ਐਂਟੀਟੀ ਦੇ ਤੌਰ ਤੇ ਜਿਹੜੀ ਮਿਰਜ਼ਾ ਸਾਹਿਬ ਨੂੰ ਤਾਰਫ ਕਰਵਾਈ, ਤੇ ਫਿਰ ਉਹ ਉਹਨਾਂ ਦਾ ਨਾਂ ਇਸਤੇਮਾਲ ਹੋਣਾ ਚਾਹੀਦਾ ਹੈ ਤੁਹਾਡੇ ਕਲਚਰ ਦੇ ਵਿੱਚ, ਤੁਹਾਡੇ ਅੱਲਾਹ ਤਾਲਾ ਦੇ ਅਬਦਲ ਜਿੰਨੇ why not? हाँ मैं समझ लगी ना, अल्लाह ताला ਦੇ ਜਿੰਨੇ ਵੀ ਅੱਛੇ ਨਾਮ ਨੇ, ਸਾਰੇ ਨਾਮ ਪਿਆਰੇ ਔਰ ਖੂਬਸੂਰਤ ਨਾਮ ਨੇ, ਕਿਸੇ ਵੀ ਜ਼ੁਬਾਨ ਦੇ ਨਾਮ ਨੇ। ਅੱਲਾਹ ਤਾਲਾ ਨੇ ਆਪਣਾ ਕੋਈ ਨया ਨਾਮ ਮੁਤਾਰਫ ਕਰਵਾਇਆ ਹੈ, ਤੇ ਇੱਕ ਅੱਗੋਂ ਦੇ ਹਕਮਤ ਹੈ। ਜਦੋਂ ਇਨਸਾਨੀ ਤਖਲੀਕ ਖਤਮ ਹੋ ਜਾਏਗੀ ਔਰ ਨਵੀਂ ਮਖਲੂਕ ਆਏਗੀ, ਖੁਦਾ ਤਾਲਾ ਆਪਣੇ ਨਵੇਂ ਨਾਮ ਉਹਨਾਂ ਨੂੰ ਮੁਤਾਰਫ ਕਰਵਾਏਗਾ, ਜਿਹੜੇ ਕਿ ਨਾਮ ਇਸ ਇਨਸਾਨੀ ਕੋਈ ਇਸ ਫਿਤਰਤ ਦੇ ਗੱਲ ਦਾ ਨਾਲ ਜਵਾਬ ਨਹੀਂ ਨਹੀਂ ਆਪਣਾ ਮੈਚ ਕਰਦੇ। ਹੁਣ ਜਿਹੜੀ ਬੜਾ ਇਹ ਸਾਹਿਬ ਵੇ ਗੱਲ ਕਿ ਅਗਰ ਪੁੱਛੀ ਕੋਈ ਰੱਖਦਾ ਹੈ ਜਾਂ ਉਹਦੇ ਨਹੀਂ ਨਾਲ ਇਹਦਾ ਰੱਖਦਾ, ਕੀ ਤਲਕ ਹੈ? ਆ ਵੇਖਿਆ ਨਾ, ਫਿਰ ਵਿੱਚ ਬੋਲਣ ਲੱਗ ਪਏ ਨੇ। ਅੱਲਾਹ ਤਾਲਾ ਦੇ ਜਿੰਨੇ ਵੀ ਪਿਆਰੇ ਨਾਮ ਨੇ, ਉਹਨਾਂ ਨਾਮਾਂ ਤੋਂ ਸਾਡੇ ਅੰਦਰ ਨਾਮ ਮੌਜੂਦ ਨੇ। ਅਬਦੁੱਲਾ ਵੀ ਇਹ ਮੌਜੂਦ ਸਵਾਲ ਨੇ, ਕੀਤਾ ਤੁਹਾਨੂੰ ਅਬਦੁਰਰਹਿਮਾਨ ਵੀ ਸਾਹਿਬ ਨੇ? ਮੌਜੂਦ ਨੇ, ਹੋਰ ਵੀ ਜਿਹੜੇ ਅੱਲਾਹ ਤਾਲਾ ਦੇ ਪਿਆਰੇ ਨਾਮ ਨੇ, ਇਵਨ ਕਿ ਅੰਬਿਆ ਦੇ ਸਵਾਲ ਨਾਮ ਕੀਤਾ ਅਬਦੁਲ ਯਲਾਸ਼ ਸਾਹਿਬ ਦੇ ਉਹ ਨੇ ਰੱਖੇ ਨੇ। ਬਾਰੇ ਇਹਦੇ ਚ ਅਬਦਲ ਕਿਹੜੀ ਯਲਾਸ਼, ਅਬਦਲ ਉਹ- ਯਲਾਸ਼ ਕਿਸੇ ਬੱਚੇ ਦਾ ਨਾਮ ਕੋਈ ਇੱਕ ਯਲਾਸ਼ ਫੁੱਟ ਫਰਦਰ ਹੈ ਕਿ ਯਲਾਸ਼ ਕਿਹੜੇ ਲਫ਼ਜ਼ ਕਿਹੜੇ ਜ਼ਬਾਨ ਦਾ ਲਫ਼ਜ਼ ਹੈ, ਮੈਨੂੰ ਨਹੀਂ ਪਤਾ। ਤੁਸੀਂ ਦੱਸਿਆ ਜੀ ਐਕਸਪਲੇਨ ਕਰ ਦਿਓ ਨਾ, ਉਹ ਸਵਾਲ ਤੇ ਉਠਾਇਆ ਗਿਆ। नहीं ਮੈਨੂੰ ਦੱਸੋ ਨਾ ਕਿ ਯਲਾਸ਼ ਕਿਸ ਜ਼ਬਾਨ ਦਾ ਔਰ ਅਬਦੁਲ ਕਿਸ ਨਾਮ ਜ਼ਬਾਨ ਦਾ ਲਫ਼ਜ਼ ਹੈ। ਕਿਆ ਦੋ ਮੁਖਤਲਿਫ ਜ਼ਬਾਨਾਂ ਦੇ ਨਾਮ ਮਿਲਾ ਦਿੱਤੇ ਜਾਣਗੇ? ਯਾਨੀ ਨਹੀਂ ਵੇਖੋ ਯਲਾਸ਼ ਕਿਸੇ ਹੋਰ ਐਸੇ ਜ਼ਬਾਨ ਦਾ ਨਾਂ ਹੈ ਤੇ ਅਬਦੁਲ ਹੋਰ ਜ਼ਬਾਨ ਦਾ ਨਾਂ ਹੈ, ਮੈਨੂੰ ਇਹ ਨਹੀਂ ਕਹਿਣਾ ਪਤਾ, ਚਾਹੁੰਦੇ ਮੈਨੂੰ ਨਹੀਂ ਪਤਾ ਯਲਾਸ਼ ਕਿਸ ਜ਼ਬਾਨ ਦਾ ਨਾਮ ਦੋਵੇਂ ਮੇਰੇ ਅਰਬੀ ਇਲਮ ਦੇ ਚ ਨੇ, ਨਹੀਂ। ਦੋਵੇਂ ਅਰਬੀ ਦੇ ਨਹੀਂ ਨੇ। ਨਹੀਂ ਯਲਾਸ਼ ਹੈ ਨਾ ਜਿਹੜਾ ਮੈਂ ਤੁਹਾਨੂੰ ਬਹਰਹਾਲ ਦੱਸਣਾ, ਅੱਲਾਹ ਤਾਲਾ ਦੇ ਜਿੰਨੇ ਵੀ ਮਿਰਜ਼ਾ ਨਾਮ ਸਾਹਿਬ ਨੇ, ਨੇ ਅੱਲਾਹ ਤਾਲਾ ਦੇ ਯਲਾਸ਼, ਜਿੰਨੇ ਮੈਂ ਵੀ ਤੁਹਾਨੂੰ ਨਾਮ ਦੱਸਣਾ ਨੇ, ਨਾ, ਹਾਂਜੀ ਯਲਾਸ਼ ਜਿਹੜਾ ਨਾ ਅਰਬੀ ਵਿੱਚੋਂ ਹੀ ਘੜਿਆ ਹੈ, ਯਾ ਲਾ ਸ਼ਰੀਕ। ਉਹ ਜਿਹੜਾ ਨਾ ਅਰਬੀ ਦੇ ਜੁਮਲਾ ਹੈ ਯਾ ਲਾ ਸ਼ਰੀਕ, ਉਹਦੇ ਵਿੱਚੋਂ ਮਿਰਜ਼ਾ ਸਾਹਿਬ ਨੇ ਯਲਾਸ਼ ਕੱਢਿਆ। ਤੇ ਇਹ ਹੈ ਤੇ ਕਿਸੇ ਜ਼ਬਾਨ ਦਾ ਲਫ਼ਜ਼ ਨਹੀਂ, ਪਰ ਮਿਰਜ਼ਾ ਸਾਹਿਬ ਨੇ ਇਹਨੂੰ ਅਰਬੀ ਚ ਕੱਢਿਆ। ਤੇ ਅਬਦਲ ਵੀ ਅਰਬੀ ਦਾ ਲਫ਼ਜ਼, ਅਬਦਲ ਦਾ ਮੈਨਾਂ ਬੰਦਾ ਹੁੰਦਾ ਹੈ। ਤੇ ਉਹ ਚ ਵੜਾਇ ਸਾਹਿਬ ਇਹ ਪੁੱਛਦੇ ਨੇ ਵੀ ਅਬਦਲ ਯਲਾਸ਼ ਕਿਸੇ ਦਾ ਨਾਂ ਅੱਜ ਤੱਕ ਰੱਖਿਆ ਜੇ ਕਿ ਸ਼ਰਮਾਂਦੇ ਹੋਏ ਇਹਦੇ ਤੋਂ? ਹਾਂਜੀ ਮੈਂ ਜ਼ਰਾ ਸਾਈਡ ਤੇ ਹੋ ਗਿਆ ਸੀ, ਕੀ ਕਹਿ ਰਹੇ ਸੀ? ਮੈਂ ਕਿਹਾ ਵੀ ਵੜਾਇ ਸਾਹਿਬ ਸਵਾਲ ਤੇ ਤੁਹਾਨੂੰ ਇਹ ਪੁੱਛਿਆ ਹੈ ਬਈ ਕਿਸੇ ਬੱਚੇ ਦਾ ਨਾਂ ਅਬਦਲ ਯਲਾਸ਼ ਹੈ, ਤੁਸੀਂ ਜਵਾਬ ਕੋਈ ਹੋਰ ਹੀ ਦੇਈ ਜਾਂਦੇ ਹੋ। ਦੇਖੋ ਅੱਲਾਹ ਤਾਲਾ ਦੇ ਜਿੰਨੇ ਵੀ ਨਾਮ ਨੇ, ਸਾਰੇ ਨਾਮ ਸਾਡੇ ਚ ਮੌਜੂਦ ਨੇ। ਇਹਦੇ ਚ ਕੀ ਹਰਜ ਅਗਰ ਨਹੀਂ ਹੈ ਨਾਮ? ਚਲੋ ਜਿਹੜਾ ਛੁਪਾਇਆ ਨਹੀਂ। ਅਬਦਲ ਯਲਾਸ਼ ਓਹੋ। ਅਗਰ ਅਰਬੀ ਨਾਲ ਮੁਮਾਸਲਾ ਰੱਖਦਾ, ਉਹਦੀ ਬਜਾਏ ਚਲੋ ਇਹ ਵੀ ਹੋ ਸਕਦਾ ਸੀ ਯਲਾਸ਼ ਦਿੱਤਾ, ਜਿਵੇਂ ਅੱਲਾਹ ਦਿੱਤਾ ਨਾਮ ਸਾਡੇ ਕਲਚਰ ਹਾਂ ਤਾਂ ਤੁਸੀਂ ਰੱਖਿਆ ਨੇ, ਤੁਸੀਂ ਰੱਖਿਆ ਯਲਾਸ਼ ਨੇ। ਦਿੱਤਾ। ਇਸ ਅੱਲਾਹ ਇਹ ਕੋਈ ਦਿੱਤਾ, ਨਾਮ ਸਾਊਦੀ ਅਰਬ ਚ ਕਿੰਨੇ ਅੱਲਾਹ ਦਿੱਤੇ ਨੇ? ਸਾਊਦੀ ਅਰਬ ਵਾਲੇ ਰੱਖਦੇ ਨੇ ਅੱਲਾਹ ਦਿੱਤਾ ਨਾਮ। ਇਹ ਤਾਂ ਪੰਜਾਬ ਦੀ ਗੱਲ ਕਰ ਰਹੇ ਨੇ, ਆਪਣੇ ਹਾਂ ਕਲਚਰ ਤਾਂ ਦੀ। ਫਿਰ ਨਹੀਂ ਉਹ ਦਿੱਤਾ ਉਹਦੇ ਕਲਚਰ ਨਾ, ਅੱਲਾ ਦਾ ਨਾਮ ਇਸਤੇਮਾਲ ਨਹੀਂ ਕਰਦੇ ਨੇ, ਅਰਬ ਦਿੱਤਾ ਰੱਖਦੇ ਨੇ, ਪੰਜਾਬੀ ਹੈ ਨਾ। ਅੱਲਾਹ ਦਿੱਤਾ ਨਾਂ ਰੱਖਦੇ ਨੇ। ਨਹੀਂ ਤੇ ਉਹ ਅਸੀਂ ਅੱਲਾ ਉਹਨਾਂ ਨੂੰ ਦਿੱਤਾ ਕਿਦੋਂ ਕਹਿੰਦੇ ਆ ਕਿ ਤੁਸੀਂ ਉਹ ਦਿੱਤਾ ਫਿਰ- ਪੰਜਾਬੀ ਹੈ, ਅੱਲਾ ਦਾ ਨਾਮ ਇਸਤੇਮਾਲ ਹੈ। ਤੁਸੀਂ ਯਲਾਸ਼ ਜਿਹੜੇ ਨਾ, ਯਲਾਸ਼ ਦਿੱਤਾ ਕਿਉਂ ਨਹੀਂ ਰੱਖਦੇ? ਮੈਂ ਉਹੀ ਤਾਂ ਕਹਿ ਰਿਹਾ ਵਾਂ ਕਿ ਅਰਬ ਰੱਖਦੇ ਨੇ ਅੱਲਾਹ ਦਿੱਤਾ ਨਾਮ। ਉਹ ਭਾਈ ਉਹਨਾਂ ਦੀ ਜ਼ੁਬਾਨ ਦਾ ਲਫ਼ਜ਼ ਹੀ ਨਹੀਂ ਭਾਈ ਦਿੱਤਾ। ਸਾਡੇ ਜ਼ੁਬਾਨ ਚ ਵੀ ਜੇ ਨਹੀਂ ਤੇ ਹੈ, ਅੱਲਾ ਤੇ ਤੁਹਾਡੀ ਹੈ ਸਾਡੇ ਨਾ, ਚ ਹੈ ਸਾਡੇ ਨਾ ਯਲਾਸ਼, ਯਾ ਲਾ ਸ਼ਰੀਕ, ਅੱਲਾਹ ਦਿੱਤਾ ਵੀ ਯਾ ਨਾਮ ਲਾ ਨਹੀਂ ਹੈ। ਸ਼ਰੀਕ। ਸਾਡੇ ਭਾਈ ਅਬਦੁੱਲਾ, ਉਹ ਸਾਡੇ ਭਾਈ ਅਹਿਮਦੀਆਂ ਦੇ ਓਏ ਵਿੱਚ ਅੱਲਾ ਵੀ ਅਰਬੀ ਅੱਲਾਹ ਦਾ ਹੈ, ਦਿੱਤਾ ਗੱਲ ਸੁਣ, ਨਾਮ ਅੱਲਾ ਵੀ ਹੀ ਅਰਬੀ ਦਾ, ਬਹੁਤ ਲੇਕਿਨ ਮੁਸ਼ਕਿਲ ਪੰਜਾਬ ਮਿਲਦਾ ਦੇ ਹੋਏ ਵਿੱਚ, ਕਿਸੇ ਨੂੰ। ਪਾਕਿਸਤਾਨ ਦੇ ਵਿੱਚ ਇਹ ਹਰ ਪੰਜਾਬੀ ਕਿਸੇ ਦਾ ਉਰਦੂ ਆਪਣਾ ਜਾਣਨ ਵਾਲੇ ਉਹ ਮਸਲਾ, ਰੱਖਦੇ ਨੇ ਅੱਲਾ ਦਾ, ਨਾਮ ਅੱਲਾ ਰੱਖਦਾ, ਅਰਬੀ ਕੌਣ ਲਫ਼ਜ਼ ਨਹੀਂ ਹੈ। ਨਾਮ ਅੱਲਾ ਨਾਮ ਜਦ ਰੱਖਦਾ। ਅੱਲਾ ਦਾ ਨਾਮ ਹੈ ਅਰਬੀ ਦੇ ਵਿੱਚ ਹੈ। ਇਹ ਤੇ ਤੇ ਯਲਾਸ਼ ਇਨਸਾਨ ਵੀ ਦੀ ਮੇਰੇ ਆਪਣੀ ਸਾਹਿਬ ਆਪਣੀ ਨੇ ਯਾ ਲਾ ਮਰਜ਼ੀ ਸ਼ਰੀਕ ਆਪਣਾ ਨਾਮ ਕੀ ਰੱਖੇ ਕੀ ਨਾ ਰੱਖੇ, ਉਹ ਤੁਹਾਡੇ ਨਾਲ ਯਾਰ ਤਲਕ ਹੀ ਨਹੀਂ ਕੈਸੀ ਹੈ। ਪੂਰੀ ਦੁਨੀਆ ਦੇ ਵਿੱਚ ਫਜ਼ੂਲ ਜਿਸ ਬਹਿਸ ਜ਼ੁਬਾਨ ਔਰ ਦਾ ਵੀ ਕੱਚ ਬੰਦਾ ਹੈ, ਬਹਿਸੀ ਉਹ ਫਲਾਣੇ ਅੱਲਾ ਦਾ ਫਲਾਣੇ ਨਾਮ ਇਸਤੇਮਾਲ ਤੁਸੀਂ ਕਰਦਾ ਜਾ ਹੈ, ਕੇ ਅੱਲਾ ਦੇ ਟਰੰਪ ਦਾ ਰੱਖ ਲਓ 99 ਨਾਮ, ਨਾਮ ਕੋਈ ਜਿਹੜੇ ਇਸਤੇਮਾਲ ਅੱਲਾ ਕਰਦਾ ਦਿੱਤਾ ਹੈ, ਸਾਨੂੰ ਕੀ ਇਤਰਾਜ਼ ਲੇਕਿਨ ਹੈ? ਇਹ ਵਾਹਦ ਇਹ ਤੁਸੀਂ ਨਹੀਂ ਭਾਵੇਂ ਲੋੜ ਟਰੰਪ ਦਾ ਨਾਮ ਅੱਲਾ ਇਹ ਦਿੱਤਾ ਗੱਲ ਇਹ ਰੱਖ ਕਹਿ ਰਹੇ ਨੇ ਕਿ ਲਓ, ਕਿਉਂਕਿ ਉਹ ਸਾਡੀ ਜ਼ੁਬਾਨ ਹੈ, ਅਸੀਂ ਉਹਨੂੰ ਪਿਆਰੀ ਨਹੀਂ, ਅਸੀਂ ਨਹੀਂ ਆਪਣੇ ਬੱਚਿਆਂ ਦਾ ਸਾਡੀ ਨਾਮ ਮਰਜ਼ੀ ਹੈ। ਜਿੰਨੇ ਵੀ ਪਿਆਰੇ ਪਿਆਰੇ ਨਾਮ ਨੇ ਸਾਰੇ ਨਾਮ ਆਤੇ ਰੱਖੇ ਹੋਏ ਰੱਖੋ ਨੇ। ਨਾ, ਹਾਂ, ਕਰੋ ਸਾਰੇ ਇਸਤੇਮਾਲ। ਰੱਖੇ ਨੇ। ਇੱਕ ਬੰਦਾ ਦਿਖਾਓ ਅਬਦੁਲ ਜਲਾਸ਼, ਨਹੀਂ ਰੱਖਿਆ ਇਹਦੇ ਚ ਕਿਹੜੀ ਅੱਛਾ, ਐਸੀ ਗੱਲ ਥੱਲੇ ਹੈ? ਇਹ ਇੱਕ ਤਾਂ ਹੋਰ ਕੱਚ ਨਾਮ ਬੈਸੀ ਹੀ ਹੈ ਨਾ। ਸੁਜੈਸਟ ਹੋਇਆ ਕਿ ਆਪਣਾ ਸਾਈ ਕਹਿੰਦੇ ਸਾਹਿਬ, ਜਿਵੇਂ ਤੁਸੀਂ- ਅੱਲਾ ਰੱਖਾ ਹੁੰਦਾ ਹੈ, ਇਸ ਤਰ੍ਹਾਂ ਯਲਾਸ਼ ਰੱਖਾ ਹੋਵੇ। ਆਹ ਤੁਸੀਂ ਰੱਖ ਲਓ। ਇਹ ਸ਼ਰਮਾਂਦੇ ਨੇ ਇਸ ਲਫ਼ਜ਼ ਤੋਂ। ਅਸੀਂ ਬਿਲਕੁਲ ਨਹੀਂ ਸ਼ਰਮਾਂਦੇ ਕਿਸੇ ਵੀ ਲਫ਼ਜ਼, ਜਿਹੜੇ ਵੀ ਅੱਲਾਹ ਤਾਲਾ ਦੇ ਨਾਮ ਨੇ ਜੇ ਉਹਨਾਂ ਤੋਂ ਤੁਸੀਂ ਕਿਉਂ ਨਹੀਂ ਸ਼ਰਮਾਨਾ? ਸ਼ਰਮਾਂਦੇ, ਜੇ ਤੁਸੀਂ ਨਹੀਂ ਸ਼ਰਮਾਂਦੇ, ਨਹੀਂ, ਇਹ ਤਰ੍ਹਾਂ ਓਹੋ। ਨਾਮਾਂ ਚ ਯਲਾਸ਼ ਰੱਖਾ, ਯਲਾਸ਼ ਦਿੱਤਾ, ਸਾਡੇ ਚ ਜਾਂ ਹੈ ਹੀ ਨਹੀਂ, ਅਬਦੁਲ ਮੈਂ ਯਲਾਸ਼। ਨਹੀਂ ਰੱਖਿਆ ਅੱਲਾਹ ਦਿੱਤਾ ਵਹਾ ਦੇ ਕਦੇ ਮੇਰੇ ਰੱਖਿਆ? ਸਾਡੀ ਪੂਰੀ ਫੈਮਿਲੀ ਚ ਅੱਲਾਹ ਦਿੱਤਾ ਵੀ ਨਾਮ ਨਹੀਂ ਹੈ। ਉਹ ਲੁਕਮਾਨ ਭਾਈ ਕਹਿ ਦਿਓ ਬਈ ਮੇਰੇ ਵਾਲਾ ਮੂੜਾ ਹੋਇਆ ਤੇ ਰੱਖ ਦਿਆਂਦਾ, ਇਹਦੇ ਵਿੱਚ ਕਿਹੜੀ ਗੱਲ ਆ? ਮੈਨੂੰ ਕਾਦੀ ਲੋੜ ਹੈ ਇਹੋ ਜਿਹੀ ਗੱਲਾਂ ਕਰਨ ਦੀ? ਇਹ ਜ਼ਹਿਰ ਦਾ ਪਿਆਲਾ ਪੀ ਜਾਣਗੇ ਕਦੇ ਆਪਣੇ ਬੱਚੇ ਦਾ ਨਾਮ ਅਬਦੁਲ। ਇਹਨਾਂ ਨੂੰ ਪਤਾ ਹੈ ਸ਼ਰਮਨਾਕ ਤੁਸੀਂ- ਹਰਕਤ ਹੈ ਯਲਾਸ਼। ਤੁਸੀਂ ਜ਼ਹਿਰ ਦੇ ਅਲਾ ਪਿਆਲੇ ਕਾਲੂ, ਇੱਥੇ ਵੀ ਪੀ ਅਬਦੁਲ ਕਾਲੂ, ਲੈਣੇ, ਅੱਗਾ ਵੀ ਪੀ ਅਬਦੁਲ ਲੈਣੇ। ਕਾਲੂ ਰੱਖਿਆ ਹੋਵੇ, ਅਬਦੁਲ ਕਾਲਾ, ਅਬਦੁਲ ਕਾਲੂ। ਇਹ ਅੱਲਾਹ ਤਾਲਾ ਦੇ ਨਾਮ ਨੇ, ਕਾਲੂ ਉਹਨਾਂ ਦਿੱਤਾ। ਨੇ ਬਸ ਗੱਲ ਮੁਸਲਮਾਨ ਕਰ। ਆਪਣੇ ਅੱਲਾਹ ਦੇ ਨਾਮਾਂ ਤੇ ਫਖਰ ਕਰਦੇ ਨੇ, ਮਿਰਜ਼ਾਈ ਸ਼ਰਮਾਂਦੇ ਨੇ। ਨਹੀਂ ਅਸੀਂ ਕੋਈ ਨਹੀਂ ਸ਼ਰਮਾਂਦੇ। ਨਾਲੇ ਕਾਲੂ ਮੁਸਲਮਾਨਾਂ ਦਿੱਤਾ, ਕਾਲਾ ਦਿੱਤਾ, ਇਹ ਨਹੀਂ ਰੱਖਣਾ। ਦੇ ਜਿੰਨੇ ਵੀ ਨਾਮ ਨੇ ਅੱਲਾਹ ਤਾਲਾ ਦੇ ਨਾਮ ਨੇ, ਉਹ ਅੱਲਾਹ ਸਿਰਫ ਮੁਸਲਮਾਨਾਂ ਦਾ ਥੋੜੀ ਹੈ। ਉਹ ਬਈ ਜਿੰਨਾ ਦਾ ਵੀ ਹੈ, ਜਿਹਦਾ ਜਿਹਦਾ ਬੋਲੋਗੇ। ਅੱਲਾਹ ਜਿਹੜਾ ਵੇ ਸਿਰਫ ਮੁਸਲਮਾਨਾਂ ਦਾ ਤੇ ਨਹੀਂ ਨਾ ਇਕੱਲੇ ਦਾ। ਅੱਲਾਹ ਤਾਲਾ ਦੇ ਜਿੰਨੇ ਵੀ ਨਾਮ ਨੇ ਉਹ ਉਹਦੀ ਮਰਜ਼ੀ ਹੈ, ਕੌਣ ਕੀ ਰਾਮ ਰੱਖਦਾ ਕੀ ਨਹੀਂ ਰੱਖਦਾ, ਕਿਸੇ ਨੂੰ ਕੀ ਅੱਛਾ ਲੱਗਦਾ। ਤੁਸੀਂ ਆਮਰ ਨਜ਼ੀਰ ਨਾਂ ਰੱਖਿਆ, ਤੁਸੀਂ ਕਿਉਂ ਨਹੀਂ ਅੱਲਾਹ ਦਾ ਨਾਂ ਨਾਲ ਲਾਇਆ?
ਮੇਰੇ ਤੁਸੀਂ ਕਿਉਂ ਬੇਟੇ ਨਹੀਂ ਦਾ ਨਾਮ ਰੱਖਿਆ ਅਬਦੁਰਮਾਨ ਹੈ। ਨਜ਼ੀਰੁल्ला? ਤੁਸੀਂ ਨਜ਼ੀਰੁल्ला ਕਿਉਂ ਨਹੀਂ ਰੱਖਿਆ? ਮੈਂ ਕਹਿੰਦਾ ਕਿ ਅਗਰ ਇਹ ਤੇ ਮੇਰੇ ਵਾਲਿदैन ਨੇ ਰੱਖ ਛੜਿਆ, ਲੇਕਿਨ ਮੈਂ ਆਪਣੇ ਬੱਚੇ ਉਸਮਾਨ ਦਾ ਅਲੀ ਨਾਂ ਅਬਦੁਰਮਾਨ ਰੱਖਿਆ, ਉਸਮਾਨ ਮੁਹੰਮਦ ਕਿਉਂ ਨਹੀਂ ਰੱਖਿਆ? ਅਲੀ ਅਫਜ਼ਲ ਹੈ ਕਿ ਨਹੀਂ ਮੁਹੰਮਦ ਗੱਲ ਅਫਜ਼ਲ ਹੈ? ਸੁਣੋ, ਜਿਹੜੇ ਨਾਮ ਸ਼ਰੀਅਤ ਦੇ ਮੁਤਾਬਕ ਨੇ ਉਹ ਨਾਮਾਂ ਦਾ ਇਸਤੇਮਾਲ ਵੀ ਦਿੱਤਾ ਹੋਇਆ ਵਾ। ਹੁਣ ਤੂੰ ਉਲਟ ਕਰਕੇ ਕਵੇਂ ਕਿ ਇੰਜ ਕਿਉਂ ਨਹੀਂ ਰੱਖਿਆ, ਉਂਝ ਕਿਉਂ ਨਹੀਂ ਰੱਖਿਆ, ਇਹ ਤਾਂ ਨਹੀਂ ਨਾ ਹੋ ਸਕਦਾ। ਸ਼ਰੀਅਤ ਕਈ ਨੇ ਜਿਹੜੇ ਮਨਾ ਨੇ ਕੀਤਾ ਹੈ ਕਿ ਉਸਮਾਨ ਹਾਂਜੀ ਮੁਹੰਮਦ ਹਾਂਜੀ ਬਿਲਕੁਲ ਬਿਲਕੁਲ ਮੁਹੰਮਦ ਉਸਮਾਨ ਸਾਡੇ ਮੁਹੰਮਦ ਵਿੱਚ ਉਸਮਾਨ ਇਹ ਚੀਜ਼ਾਂ ਨੇ। ਤੁਸੀਂ ਤੇ ਹਦੀਸਾਂ ਨੂੰ ਤੇ ਤੁਸੀਂ ਤੇ ਸ਼ਰੀਅਤ ਨੂੰ ਮੰਨਦੇ ਨਹੀਂ। ਨਹੀਂ, ਨਾਮਾਂ ਦੇ ਤੁਸੀਂ- ਉੱਪਰ ਬਹਿਸ ਹੈ ਕਿ ਤੁਸੀਂ- ਨਾਮ ਰੱਖਣਾ ਹੈ ਤੇ ਤੁਸੀਂ ਕਿਹੜੀ ਗੱਲ ਅੱਲਾ ਕੁਦਰਤ ਦੀ ਹੋ ਇਸਤੇਮਾਲ ਰਹੀ ਹੈ ਕਰ ਸਕਦੇ ਆ, ਕਿਹੜੀ ਚੀਜ਼ ਇਸਤੇਮਾਲ ਕਰ ਗੱਲ ਸਕਦੇ ਅੱਲਾ ਆ, ਦੀ ਕਿਹੜੀ ਹੋ ਨਹੀਂ ਰਹੀ ਹੈ ਕਰ ਸਕਦੇ। ਭਾਈ, ਗੱਲ ਅੱਲਾ ਦੀ ਲੇਕਿਨ ਹੋ ਰਹੀ ਹੈ। ਅੱਲਾਹ ਦਾ ਨਾਮ ਇਸਤੇਮਾਲ ਕਰਨ ਤੇ ਕਿਸੇ ਦਾ ਇਖਤਲਾਫ ਨਹੀਂ, ਕਿਸੇ ਦਾ ਹਾਂ। ਅਜ ਤੱਕ ਇਖਤਲਾਫ ਨਹੀਂ ਹੈ। ਹਮ। ਤੇ ਤੁਸੀਂ ਅੱਲਾ ਦੇ ਵੀ ਕਿੰਨੇ ਰੱਖਦੇ ਨਾਮ ਹੋ, ਹੈ? ਤੁਹਾਡੇ ਵਿੱਚ ਵੀ ਅੱਲਾ ਕੋਈ ਦੇ ਅਬਦੁੱਲਾ ਕਿੰਨੇ ਹੋਏਗਾ, ਤੁਹਾਡੇ ਅੱਲਾ ਵਿੱਚ ਦੇ ਵੀ ਕਿੰਨੇ ਇਕਰਾਮ ਨਾਮ? ਮੁੱਲਾ ਇਸ ਤਰ੍ਹਾਂ ਦੇ ਹੋਏਗਾ, ਲੇਕਿਨ ਜਲਾਸ਼ ਤੁਹਾਡੇ ਘਰ ਦਾ ਹੀ ਅੱਲਾ ਦੇ ਨਾਮ ਹੈ। ਕਿੰਨੇ ਨਾਮ? ਅੱਲਾ ਅੱਜ ਦੇ ਕਿੰਨੇ ਤੱਕ ਨਾਮ 125 ਸਾਲ ਦੇ ਵਿੱਚ ਇਹਨਾਂ ਦੇ ਵਿੱਚ ਨਹੀਂ ਸੁਣਿਆ ਗਿਆ। ਅੱਲਾ ਦੇ ਕਿੰਨੇ ਨਾਮ ਹੈ? ਚਲੋ ਅਬਦੁਲ ਅੱਜ ਹੀ ਰੱਖ ਲਓ, ਸ਼ਰਮ ਅੱਜ ਹੀ ਆਉਂਦੀ, ਨਾਮ ਸ਼ਰਮ ਆਉਂਦੀ। ਜਿੰਨੇ ਮਰਜ਼ੀ ਨਾਮ ਅੱਲਾ ਦੇ ਨੇ, ਸਭ ਅੱਛੇ ਨਾਮ ਅੱਲਾ ਦੇ ਨੇ। ਇਹਨਾਂ ਨੂੰ ਜਿਸ ਨਾਮ ਸ਼ਰਮ ਤੋਂ ਆਉਂਦੀ ਹੈ, ਨਾਂ ਭਾਵੇਂ ਰੱਖਦੇ ਆ। ਭਗਵਾਨ ਰੱਖ ਲਓ, ਭਾਵੇਂ ਇਹਦੇ ਮੂੰਹ ਚ ਭਗਵਾਨ ਰੱਖ ਪਾਉਂਦੇ ਲਓ। ਫਿਰਦੇ ਨੇ, ਇਹ ਲਾਸ਼ ਦਾ ਨਾਂ ਸੁਣ ਕੇ ਤੇ ਮੂੰਹ ਚ ਪਾ ਲੈਂਦੇ ਨੇ। ਉਹਨਾਂ ਨੂੰ ਕੋਈ ਕਿੱਦਾਂ ਸ਼ਰਮ ਨਾ। ਸਾਨੂੰ ਸਾਰੇ ਨਾਮ ਜਿੰਨੇ ਵੀ ਨੇ ਅੱਲਾ ਦੇ ਪਿਆਰੇ ਨਾਮ ਨੇ। ਅੱਛਾ ਅਬਦੁਲ ਉਹ ਮਿਰਜ਼ਾ ਅੱਲਾ ਕਿਸੇ ਦੇ ਨੇ ਤੇ- ਰੱਖਿਆ? ਇਹ ਅੱਲਾ ਦਾ ਤੇ ਨਾਂ ਹੀ ਨਹੀਂ ਨਾ ਹੈ, ਇਹ ਤੇ ਇਹ ਤਾਂ ਲਾਸ਼ ਤੇ ਤੁਸੀਂ ਕਹਿੰਦੇ ਹੋ। ਇਹ ਤੇ ਅਬਦੁਲ ਮਿਰਜ਼ਾ ਵੀ ਹੁਸ਼ਿਆਰਪੁਰ ਰੱਖ ਵਾਲੇ ਦਾ ਨਾਂ ਹੈ ਲਓ। ਨਾ। ਯਹੂਦੀ ਮੰਨਦੇ ਇਹ ਨੇ, ਲਾਸ਼ ਹੁਸ਼ਿਆਰਪੁਰੀ ਹੈ। ਯਹੂਦੀ ਮੰਨਦੇ ਤੁਸੀਂ ਨੇ ਨਾਮ ਯਹੂਦੀ, ਅੱਲਾ ਤਾਲਾ ਤੁਸੀਂ ਦੇ, ਯਹੂਦੀ ਕੁਰਾਨ ਹੋ, ਕਰੀਮ ਚ ਆਏ ਨੇ। ਤੁਸੀਂ ਇਹ ਯਹੂਦੀ ਹੋ, ਲਾਸ਼ ਮਿਰਜ਼ਾ ਸਾਹਿਬ ਦਾ ਨਹੀਂ ਮੰਨਦੇ। ਨਹੀਂ ਤੁਸੀਂ ਯਹੂਦੀ ਹੋ? ਇਹ ਦੱਸੋ, ਅਸੀਂ ਤਾਂ ਮੰਨਦੇ ਹਾਂ, ਅਸੀਂ ਤਾਂ ਮੰਨਦੇ ਹਾਂ ਤੇ ਹਾਂ। ਨਹੀਂ ਨਾ ਮੰਨ ਰਹੇ, ਤੁਸੀਂ ਮੰਨਦੇ ਨਹੀਂ। ਤੁਹਾਡੇ ਵਿੱਚ ਇੱਕ ਵੀ ਜਗ੍ਹਾ ਤੇ ਜਲਾਸ਼ ਦਾ ਨਾਮ ਲੈ ਕੇ ਉਹਦੀ ਸਿਫਤ ਬਿਆਨ ਕੀਤੀ ਹੋਵੇ, ਉਹਦਾ ਨਾਮ ਰੱਖਿਆ ਹੋਵੇ, ਜਿੰਨੇ ਵੀ ਉਹਦੇ ਨਾਲ ਮੁਹੱਬਤ ਨਾਲ ਤੁਸੀਂ ਕਿਸੇ ਜਗ੍ਹਾ ਤੇ ਉਹਦਾ ਕੀਤਾ ਹੋਵੇ ਜ਼ਿਕਰ, ਨਾ ਤੁਸੀਂ ਛਿੜਦੇ ਹੋ, ਕਹਿੰਦੇ ਹੋ ਗਾਲ ਕਰ ਦਿੱਤੀ ਇਹਨੇ। ਕੋਈ ਗੱਲ ਨਹੀਂ। ਗਾਲੀਆਂ ਦੇਣ ਪਿਆ ਗਿਆ ਹੈ, ਮੌਲਵੀ ਗਾਲੀਆਂ ਦੇਣ ਪਿਆ ਗਿਆ ਹੈ। ਲੁਕਮਾਨ ਯਾਰ ਕਹਦੇ ਹਾਂ ਮੇਰੇ ਵਾਲ ਬੇਟਾ ਹੋਇਆ ਤੇ ਮੈਂ ਇਹ ਲਾਸ਼ ਦਿੱਤਾ ਰੱਖ ਦਿਆਂਦਾ, ਫੇਰ ਕੀ ਹੈ? ਮੈਨੂੰ ਕਾਹਦੀ ਲੋੜ? ਮੌਲਵੀ ਬਦਤਮੀਜ਼ੀ ਅੱਛਾ, ਕਰ ਉੱਤਰ ਆਇਆ, ਮੌਲਵੀ ਗਾਲੀਆਂ ਦੇਣ ਪਿਆ ਗਿਆ। ਅੱਛਾ, ਕਾਹਦੀ ਲੋੜ ਹੈ ਦਾ ਮਤਲਬ ਹੈ ਤੈਨੂੰ ਵੀ ਸ਼ਰਮਿੰਦਗੀ ਮਹਿਸੂਸ ਹੋ ਰਹੀ? ਕਿਸ जब मिर्जा ਮਾਮਲੇ साहब कहते हैं किस इनका मामले से? इस्लाम और है, हमारा ਇਹ इस्लाम ਲਾਸ਼ और ਦਿੱਤਾ ਨਾ ਰੱਖਣ ਦੋ। इनका खुदा जिसका और दुश्मन है, हमारा खुदा और है, हमारा हज और है, मैं और तो अल्लाह इनका का भी नहीं हज रखा और है, मैं तो अल्लाह हैं? का खुदा भी और है, हज भी और है, मैं तो अल्लाह हर का भी नहीं चीज में रखा। इस्लाम। ਅੱਛਾ, मिर्जा साहब ने ਮਸਰੂਰ क्या ਰੱਖ ਲੇਗਾ। मिर्जा साहब ने क्या कि तब्बत यदा अबी लाहब वाली आयत है ना, कि अबू लाहब ਦੇ ਦੋਨੋਂ ਹੱਥ ਟੁੱਟ ਜਾਣ, ਇਹ ਅੱਲਾਹ ਤਾਲਾ ਨੇ ਮੇਰੇ ਵਾਸਤੇ ਵੀ ਫਰਮਾਈ ਹੈ। ਔਰ ਮੈਨੂੰ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਅਬੂ ਲਾਹਬ ਦੇ ਹੱਥ ਟੁੱਟੇ ਸੀ ਨਾ, ਇਸੇ ਤਰ੍ਹਾਂ ਮੁਸਲਮਾਨ ਜਿਹੜੇ ਈਸਾਈਆਂ ਨਾਲ ਮਿਲ ਕੇ ਤੇਰੇ ਤੇ ਹਮਲਾ ਕਰਦੇ ਨੇ, ਇਹਨਾਂ ਦੇ ਵੀ ਹੱਥ ਟੁੱਟਣਗੇ ਇੱਕ ਦਿਨ। ਤੇ ਉਹ ਇਨਸ਼ਾਅੱਲਾ ਟੁੱਟ ਰਹੇ ਨੇ, ਔਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਮਿਰਜ਼ਾ ਸਾਹਿਬ ਦੇ ਆਪਣੇ ਟੁੱਟ ਗਏ। ਉਹ ਮਿਰਜ਼ਾ ਜੋ ਅੱਗੇ ਮਜ਼ੀਦ ਬਿਜ਼ਤੀ ਥੋੜੀ ਜੀ ਹੋਣੀ ਹੈ, ਥੋੜੀ ਗੱਲ ਸੁਣ ਲਓ, ਬਰਦਾਸ਼ਤ अच्छा ਕਰੋ। लोटा नहीं सी। ਚਲੋ ਜੀ, ਚੁੱਪ ਚੁੱਪ ਕਰੋ ਕਰਕੇ ਜੀ, ਥੋੜੀ ਸਾਈ ਸਾਹਿਬ ਨੂੰ ਸ਼ੱਕ ਤੁਸੀਂ ਕੱਢ ਲੈਣ ਦਿਓ, ਕਰੋ ਜੀ ਗੱਲ। ਥੋੜੀ ਫਾਹਸ਼ਾਤ ਬਾਅਦ ਚ ਬਕ ਲਿਆ ਜੇ। ਇਹ ਲੋਟੇ ਕਰ ਛੋਟੇ ਲੈਣ ਦਿਓ, ਤੁਹਾਡੇ ਕਰ ਵੀ ਲੈਣ ਘਰਾਂ ਦਿਓ, ਚ ਸਾਈ ਇਸਤੇਮਾਲ ਸਾਹਿਬ ਨੂੰ ਹੁੰਦੇ ਨੇ। ਫਾਇਸ਼ਾਤ ਬਕ ਲੈਣ ਦਿਓ, ਕਰੋ ਜੀ, ਇਹ ਲੋਟੇ ਤੁਹਾਡੇ ਵੀ ਘਰਾਂ ਚ ਇਸਤੇਮਾਲ ਹੁੰਦੇ ਆਏ ਨੇ ਹੁਣ ਤੱਕ। ਕਰੋ ਕਰੋ ਤੇ ਤੁਸੀਂ। ਜੇ ਗੱਲ ਇਸ ਤਰ੍ਹਾਂ ਫਾਇਸ਼ਾਤ ਹੈ ਕਿ ਬਕਣੀ ਬਕੋ, ਮੈਂ ਤੁਹਾਨੂੰ ਦੇਣਾ ਜਵਾਬ। ਇਹ ਮਿਰਜ਼ਾ ਸਾਹਿਬ ਨੇ ਫਰਮਾਇਆ ਸੀ ਕਿ ਜਿਸ ਤਰ੍ਹਾਂ ਅਬੂ ਜਹਿਲ ਦੇ ਦੋਨੋਂ ਹੱਥ ਟੁੱਟੇ ਨੇ, ਇਸੇ ਤਰ੍ਹਾਂ ਇਹ ਮੁਸਲਮਾਨ ਜਿਹੜੇ ਕ੍ਰਿਸਚਨਾਂ ਨਾਲ ਮਿਲ ਕੇ ਇਸਲਾਮ ਤੇ ਹਮਲੇ ਕਰਦੇ ਨੇ, ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਗੁਸਤਾਖੀਆਂ ਕਰਦੇ ਨੇ, ਔਰ ਮੇਰੇ ਖਿਲਾਫ ਉੱਠ ਖੜੇ ਹੁੰਦੇ ਨੇ। ਅੱਲਾਹ ਤਾਲਾ ਦਾ ਮੇਰੇ ਨਾਲ ਵਾਅਦਾ ਹੈ ਕਿ ਮੈਂ ਇਹਨਾਂ ਦੇ ਵੀ ਹੱਥ ਤੋੜਾਂਗਾ, ਔਰ ਅੱਜ ਤੱਕ ਟੁੱਟ ਰਹੇ ਨੇ। ਤੁਹਾਨੂੰ 100 ਸਾਲ ਹੋ ਗਏ ਉਸ ਬੰਦੇ ਦੇ ਮਗਰ, ਜਿਹੜਾ ਕਿ ਇਸ ਦੁਨੀਆ ਤੇ ਵੀ ਨਹੀਂ ਰਿਹਾ, ਮਗਰ ਉਹਦੀ ਤਾਕਤ ਦੇਖੋ, ਉਸ ਸ਼ਖਸ ਦੀ, ਉਹਦੀ ਰੂਹਾਨੀਅਤ ਦਾ ਅੰਦਾਜ਼ਾ ਲਗਾਓ ਕਿ ਤੁਸੀਂ ਟਿੱਲ ਲਾ ਲਿਆ ਜ਼ਿੰਦਾ ਹੋ ਕੇ ਵੀ, ਔਰ ਉਹ ਫੌਤ ਹੋ ਕੇ ਤੁਹਾਡੇ ਕੋਲ ਜਿੱਤ ਗਿਆ। ਠੀਕ ਹੋ ਗਿਆ, ਹੁਣ ਜਵਾਬ ਲੈ ਲਓ। ਤੁਹਾਡੇ ਕੋਲ ਸਿਰਫ ਜਵਾਬ ਹੀ ਨੇ, ਹੋਰ ਕੁਝ ਨਹੀਂ ਹੈਗਾ। ਆਹੋ, ਤੇ ਜਵਾਬ ਤੇ ਫਿਰ ਲੈਣਾ ਪੈਣਾ ਨਾ। ਤੁਹਾਡੇ ਕੋਲ ਜਵਾਬ ਹੀ ਨਹੀਂ, ਜਵਾਬ ਹੋਰ ਕੁਝ ਵੀ ਨਹੀਂ ਹੈਗਾ। ਹੌਸਲਾ ਰੱਖਣਾ ਚਾਹੀਦਾ ਨਾ, ਫਿਰ ਜਵਾਬ ਰਹਿ ਗਈਆਂ ਤਫਸੀਰਾਂ ਪੱਲੇ, ਕੁਝ ਵੀ ਨਹੀਂ। ਚੀਕਾਂ ਨਹੀਂ ਮਾਰਨੀ ਚਾਹੀਦੀ। ਸਾਈ ਸਾਹਿਬ ਹੁਣ ਜਵਾਬ ਤੇ ਲੈ ਲਓ, ਜਵਾਬ ਤੇ ਲੈ ਲਓ। ਮੈਂ ਹੀ ਕਹਿਣਾ ਕਿ ਜਿਹੜਾ ਮਿਰਜ਼ਾ ਸਾਹਿਬ ਨੂੰ ਇਹ ਇਲਹਾਮ ਜਾਂ ਲਾਸ਼ ਨੇ ਕੀਤਾ ਹੈ, ਵਾਅਦਾ ਕੀਤਾ ਕਿ ਤੁਹਾਡੇ ਦੁਸ਼ਮਣ ਦੇ ਹੱਥ ਟੁੱਟ ਜਾਣਗੇ, ਤੇ ਉਹਨੇ ਇਹ ਵੀ ਝੂਠਾ ਹੀ ਵਾਅਦਾ ਕੀਤਾ ਨਾ, ਜਿਸ ਤਰ੍ਹਾਂ ਉਹਨੇ ਮਹਮਦੀ ਬੇਗਮ ਵਾਲਾ ਝੂਠਾ ਵਾਅਦਾ ਕੀਤਾ ਹੈ, ਅਬਦੁੱਲਾ ਆਤਮ ਵਾਲਾ ਝੂਠਾ ਵਾਅਦਾ ਕੀਤਾ ਹੈ, ਲੇਖ ਰਾਮ ਵਾਲਾ ਝੂਠਾ ਵਾਅਦਾ ਕੀਤਾ ਹੈ, ਪੰਜਵੇਂ ਮੁੰਡੇ ਵਾਲਾ ਝੂਠਾ ਵਾਅਦਾ ਕੀਤਾ ਹੈ, ਜ਼ਲਜ਼ਲੇ ਵਾਲਾ ਝੂਠਾ ਵਾਅਦਾ ਕੀਤਾ ਹੈ, ਮੁਸਲਿਮ ਮਊਦ ਵਾਲਾ। ਉਹਨੇ ਸਾਰੇ ਝੂਠੇ ਵਾਅਦੇ ਕੀਤੇ। ਇੱਕ ਝੂਠਾ ਵਾਅਦਾ ਇਹ ਵੀ ਕਰ ਦਿੱਤਾ ਕਿ ਤੁਹਾਡੇ ਦੁਸ਼ਮਣਾਂ ਦੇ ਹੱਥ ਟੁੱਟ ਜਾਣਗੇ। ਹਕੀਕਤ ਇਹ ਸਾਰੀ ਉਹੀ ਜ਼ੁਬਾਨ ਹੈ ਗੱਲ ਤਾਂ ਕਰਨ ਦੋ ਨਾ, ਜਿਹੜੇ ਅੰਬੀਆ ਦੇ ਮੁਨਕਰੀਨ ਇਸਤੇਮਾਲ ਉਹ ਕਰਦੇ। ਸੁਣ ਤੇ ਲੋ ਨਾ। ਮੁਸਲਮਾ ਕਜ਼ਾਬ ਨੇ ਵੀ ਇਹ ਬੇਹਯਾਈ ਨਹੀਂ ਕੀਤੀ ਕਿ ਉਹਨੇ ਨਬੀ ਪਾਕ ਵਾਲੀਆਂ ਆਇਤਾਂ ਚੁੱਕ ਕੇ ਤੇ ਆਖਿਆ ਹੋਵੇ ਕਿ ਮੇਰੇ ਤੇ ਨਾਜ਼ਲ ਹੋ ਗਈਆਂ ਨੇ ਤੇ ਹੁਣ ਮੇਰੇ ਦੁਸ਼ਮਣ ਦੇ ਵੀ ਹੱਥ ਟੁੱਟ ਜਾਣਦੇ। ਇਹ ਮੁਸਲਮਾਂ ਤੋਂ ਹੀ ਵੱਧ ਕੇ ਮਿਰਜ਼ਾ ਸਾਹਿਬ ਨੇ ਹਰਕਤਾਂ ਕੀਤੀਆਂ ਨੇ। ਤੇ ਪੁੱਛੋ ਮਿਰਜ਼ਾ ਸਾਹਿਬ ਨੂੰ, ਤੇ ਮਿਰਜ਼ਾ ਸਾਹਿਬ ਤੁਹਾਡੇ ਆਪਣੇ ਹੱਥ ਟੁੱਟੇ ਨੇ ਜਾਂ ਤੁਸੀਂ ਕਿਸੇ ਮੁਸਲਮਾਨ ਦੇ ਹੱਥ ਤੋੜਨ ਚ ਕਾਮਯਾਬ ਹੋ? ਹਕੀਕਤ ਇਹ ਵੇ ਕਿ ਤੁਸਾਂ ਅਬੂ ਜਹਿਲ ਦੀ ਸੁਨਨਤ ਦੇ ਉੱਤੇ ਅਮਲ ਕੀਤਾ ਤੇ ਤੁਸਾਂ ਆਖਿਆ ਯਾ ਅੱਲਾ, ਅਗਰ ਮੈਂ ਝੂਠਾਂ
ਤੇ ਮੈਨੂੰ ਮੌਲਵੀ ਸਨਾਉਲ ਅੰਮ੍ਰਿਤਸਰੀ ਦੀ ਜ਼ਿੰਦਗੀ 'ਚ ਮਾਰਦੇ, ਤੇ ਜੇ ਮੌਲਵੀ ਸਨਾਉਲ ਅੰਮ੍ਰਿਤਸਰੀ ਝੂਠਾ ਤੇ ਇਹਨੂੰ ਮੇਰੀ ਜ਼ਿੰਦਗੀ 'ਚ ਮਾਰਦੇ। ਤੇ ਮਿਰਜ਼ਾ ਸਾਹਿਬ ਦੇ ਆਪਣੇ ਹੱਥ ਟੁੱਟ ਗਏ ਤੇ ਮਿਰਜ਼ਾ ਸਾਹਿਬ ਮਰ ਗਏ 13 ਮਹੀਨਿਆਂ ਬਾਅਦ। ਹੱਥ ਤੇ ਮਿਰਜ਼ਾ ਸਾਹਿਬ ਦੇ ਟੁੱਟੇ ਨੇ, ਲੇਕਿਨ ਇਹ ਲਾਸ਼ ਨੇ ਇਹਨਾਂ ਨੂੰ ਇਹ ਤਸੱਲੀ ਦਿੱਤੀ ਸੀ, ਫਿਕਰ ਨਾ ਕਰੋ ਤੁਹਾਡੇ ਦੁਸ਼ਮਣ ਦੇ ਹੱਥ ਟੁੱਟਣਗੇ। ਕਿਆ ਭਾਈ ਫਰਾਡੀ ਆਦਮੀ ਸੇ ਹੈ ਜਿਹਨੇ ਮਿਰਜ਼ਾ ਸਾਹਿਬ ਨਾਲ ਫਰਾਡ ਲਾਇਆ, ਤੇ ਮਿਰਜ਼ਾ ਸਾਹਿਬ ਕੋਲ ਲੋਕਾਂ ਨਾਲ ਫਰਾਡ ਲਾਣਾ ਚਾਹੁੰਦੇ ਸੀ। ਅੱਛਾ ਮਿਰਜ਼ਾ ਸਾਹਿਬ ਚੋਰਾਂ ਨੇ ਨੂੰ ਹੋਰ ਤੇ ਮੋਹਰਾਂ ਨੂੰ ਹੋਰ ਤੇ ਮਿਰਜ਼ਾ ਸਾਹਿਬ ਤੇ ਅੱਜ ਵੀ ਜ਼ਿੰਦਾ ਨੇ, ਉਹਨਾਂ ਦੀ ਕਿਤਾਬਾਂ ਅੱਜ ਵੀ ਜ਼ਿੰਦਾ ਨੇ, ਔਰ ਅੱਜ ਵੀ ਉਹ ਪੂਰੀ ਦੁਨੀਆ ਤੱਕ ਉਹਨਾਂ ਦੀ ਤਬਲੀਗ ਫੈਲ ਰਹੀ ਹੈ, ਔਰ ਸਾਰੀ ਦੁਨੀਆ ਜਾਣ ਚੁੱਕੀ ਹੋਈ ਹੈ। ਪਾਕਿਸਤਾਨੀ ਕੌਮ ਨੇ ਇਨਕਾਰ ਕਰਨਾ ਸੀ, 72 ਫਿਰਕਿਆਂ ਨੇ ਇਨਕਾਰ ਕਰਨਾ ਸੀ। ਹਰ ਟੱਟੂ ਫੈਲ ਚੁੱਕਿਆ ਹੋਇਆ ਵਾ। ਲੁਕਮਾਨ ਸਾਈ, ਮੈਂ ਮੇਰੀ ਗੱਲ ਸੁਣ, ਇੱਥੇ ਰੋਡ ਦੇ ਉੱਤੇ ਖਲੋਤਾ, ਤੂੰ ਇੱਥੇ ਮੈਨੂੰ ਕਹਿ ਮੇਰੇ ਕੋਲ ਵੱਡਾ ਟੈਬਲੇਟ ਹੈ, ਠੀਕ ਹੈ 15 ਇੰਚ ਦਾ, ਮੈਂ ਫੋਟੋ ਕੱਢ ਕੇ ਖੁਦਾ ਦੀ ਕਸਮ ਇੱਥੇ ਤੁਹਾਡੇ ਸਾਹਮਣੇ ਲਾਈਵ ਵਿਖਾਣਾ ਲੋਕਾਂ ਨੂੰ। ਇੱਕ ਬੰਦਾ ਵੀ ਆਖ ਗਿਆ ਨਾ ਬਈ ਅਸੀਂ ਇਹਦੀ ਤਾਲੀਮ ਨੂੰ ਪਹਿਚਾਣਿਆ ਜਾਂ ਇਸ ਬੰਦੇ ਨੂੰ, ਤੇ ਮੇਰੇ ਸਿਰ 'ਚ ਜੁੱਤੀਆਂ ਮਾਰਿਓ ਇੱਥੇ। ਐਵੇਂ ਯਾਰ ਡਰਾਮੇ ਕਰੀ ਜਾਂਦੇ ਹੋ, ਤਬਲੀਗ ਫੈਲ ਗਈ ਹੈ, ਦੁਨੀਆ ਜਾਣ ਗਈ ਹੈ, ਕੌਣ ਜਾਣਦਾ? ਮੈਂ ਚੌਕ ਦੇ ਵਿੱਚ ਖੜਾ ਕਹਿਣਾ ਮੈਂ ਕੈਮਰਾ ਆਨ ਕਰਕੇ ਮਿਰਜ਼ਾ ਦੀ ਫੋਟੋ ਕੱਢ ਕੇ ਵਿਖਾਣਾ, ਇੱਕ ਬੰਦਾ ਵੀ ਕਹਿ ਦੋ ਬਈ ਅਸੀਂ ਇਹਨੂੰ ਜਾਣਦੇ ਆ ਤੇ ਗੱਲ ਕਰੀ। ਛੱਡ ਦਿਓ ਡਰਾਮੇਬਾਜ਼ੀਆਂ ਯਾਰ, ਕੀ ਐਵੇਂ ਡਰਾਮੇਬਾਜ਼ੀਆਂ ਲਾਈਆਂ ਹੋਈਆਂ ਨੇ। ਇਸੇ ਮਿਆਰ ਤੇ ਬਾਕੀ ਨਬੀ ਵੀ ਪਰਖ ਲਈ ਹੈ। ਫਿਰ ਹੈ ਇਸੇ ਮਿਆਰ ਤੇ ਬਾਕੀ ਨਬੀ ਵੀ ਪਰਖ ਲਈ ਹੈ, ਜਿਹੜਾ ਮਿਆਰ ਤੁਸੀਂ ਕਾਇਮ ਕੀਤਾ। ਲਓ ਜੀ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਂ ਲੈ ਕੇ ਜਰਮਨ ਦੇ ਵਿੱਚ ਚੌਕ 'ਚ ਖਲੋ ਕੇ ਤੇ ਗੱਲ ਕਰਨੇ ਆ। ਜੇ 60% ਬੰਦੇ ਨਾ ਕਹਿਣ ਬਈ ਅਸੀਂ ਜਾਣਨੇ ਆ, ਠੀਕ ਹੈ, ਤੇ ਭਾਈਜਾਨ ਮੇਰੇ ਸਿਰ 'ਚ ਜੁੱਤੀਆਂ। ਤੇ ਜੇ 10% ਬੰਦੇ ਵੀ ਕਹਿ ਜਾਣ ਅਸੀਂ ਮਿਰਜ਼ਾ ਕਾਦੀਆਨੀ ਨੂੰ ਜਾਣਨੇ ਆ, ਤੇ ਭਾਈਜਾਨ ਮਿਰਜ਼ਾ ਕਾਦੀਆਨੀ ਦੇ ਸਮੇਤ ਤੁਹਾਡੇ ਸਿਰ 'ਚ ਜੁੱਤੀਆਂ। ਇਸੇ ਮਿਆਰ ਤੇ ਬਾਕੀ ਅੰਬੀਆ ਵੀ ਪਰਖ ਲਈ ਹੈ। ਫਿਰ ਔਰ ਜਿਹੜੀ ਗੱਲ ਮੇਰੇ ਨਾਲ ਮੈਂ ਵੀ ਜਰਮਨ 'ਚ ਰਹਿਣਾ, ਤੂੰ ਵੀ ਜਰਮਨ 'ਚ, ਆ ਦੋਵੇਂ ਚੌਕ 'ਚ ਚੱਲਦੇ। ਜਿਹੜਾ ਮਿਆਰ ਤੁਸੀਂ ਕਾਇਮ ਕੀਤਾ ਨਾ, ਮੈਂ ਪਿਆਨਾ ਮਿਆਰ ਨੂੰ ਛੱਡ, ਫੋਟੋ ਕੱਢ ਆਪਣੇ ਮਿਰਜ਼ਾ ਦੀ, ਤੇ ਮੈਂ ਵੀ ਜਿਹੜਾ ਨਾ ਸਿਰਫ ਨਾ ਫੋਟੋ ਤਾਂ ਸਾਡੇ ਕੋਲ ਹੈ ਕੋਈ ਨਹੀਂ, ਸ਼ੋਰ ਪਾਕ ਨਬੀ ਪਾਕ ਦਾ ਸਿਰਫ ਨਾਂ ਲਵਾਂਗੇ। ਨਬੀ ਪਾਕ ਅੱਲਾਹ ਤਾਲਾ ਦੀ ਜ਼ਾਤ ਪੂਰੀ ਦੁਨੀਆ ਤੇ ਸਾਰੀ ਕਾਇਨਾਤ, ਲੇਕਿਨ ਹਜ਼ਾਰ ਦਿਆਰੀਏ, ਲੱਖਾਂ ਦਿਆਰੀਏ, ਲੱਖਾਂ ਕ੍ਰਿਸਚਨ ਨੇ, ਲੱਖਾਂ ਯਹੂਦੀ ਨੇ। क्या मतलब कि खुदा तक पहुंचा नहीं है? ਇਹ ਗੱਲ ਨਹੀਂ ਹੁੰਦੀ। ਮਿਰਜ਼ਾ ਸਾਹਿਬ ਇੱਥੇ ਗੱਲ ਮਿਰਜ਼ੇ ਦੀ ਗੱਲ ਕਰ, ਲੁਕਮਾਨ ਸਾਹਿਬ ਮਿਰਜ਼ੇ ਦੀ ਗੱਲ ਕਰ, ਜਿਹੜਾ ਤੁਸੀਂ ਆ ਝੂਠ ਤੇ ਬਕਵਾਸ ਆ ਕੇ ਕਰਦੇ ਹੋ ਨਾ ਸੋਸ਼ਲ ਮੀਡੀਆ ਤੇ, ਦੁਨੀਆ ਦੇ ਵਿੱਚ ਪਹੁੰਚ ਗਈ, ਦੁਨੀਆ ਦੇ ਵਿੱਚ ਪਹੁੰਚ ਗਈ। ਚੱਲ ਆ ਫੋਟੋ ਕੱਢ ਤੇ ਇੱਧਰ ਆ ਸਾਹਮਣੇ। ਤੁਹਾਡੀ ਇਹੀ ਇਖਲਾਕੀ ਹਾਲਤ ਤੁਹਾਨੂੰ ਹਜ਼ਰਤ ਮਿਰਜ਼ਾ ਸਾਹਿਬ ਤੇ ਮਾਨ ਲਿਆਂਦੇ ਰੋਕ ਰਹੀ ਹੈ। ਲੈ ਕੇ ਆ ਸਾਹਮਣੇ ਦੋਵੇਂ ਭਰਾ ਚੌਕ 'ਚ ਚੱਲਨੇ ਆ। ਸਾਕੀ ਇਹਨੂੰ ਪੁੱਛੋ ਜਿਹੜਾ ਅੰਬੀਆ ਤੇ ਸਾਥੀ ਨੇ ਕਹਿ ਕੇ ਅਸੀਂ ਉਸੇ ਮਿਆਰ ਤੇ ਪਰਖ ਲਈਏ। ਇਹਨੂੰ ਕਹਿ ਕੇ ਅਸੀਂ ਕੋਈ ਦਾਵਾ ਕੀਤਾ ਕਿ ਅਸੀਂ ਜਾ ਕੇ ਯੂਨਸ ਅਲੈਹਿਸਲਾਮ ਦਾ ਨਾਮ ਲਵਾਂਗੇ ਤੇ ਸਾਰੇ ਜਾਣਨ ਵਾਲੇ ਹੋਣਗੇ? ਉਹ ਦਾਵਾ ਤੇ ਤੁਹਾਡਾ ਕੀਤਾ, ਤੁਸੀਂ ਦਾਵਾ ਕੀਤਾ ਹੈ ਕਿ ਭਾਈ ਸਾਰੀ ਦੁਨੀਆ ਤੇ ਫੈਲ ਗਈ ਹੈ, ਮਿਰਜ਼ਾ ਸਾਹਿਬ ਦੀ ਕਿਤਾਬਾਂ ਫੈਲ ਗਈਆਂ ਨੇ। ਸਾਕੀ ਮੂੰਹ ਤੇ ਕਹਿਣ ਲੱਗਿਆ ਕਿ ਮੈਨੂੰ 10% ਲੋਕ ਵੀ ਕਹਿ ਦੇਣ ਨਾ ਕਿ ਮੈਂ ਮਿਰਜ਼ਾ ਸਾਹਿਬ ਨੂੰ ਜਾਣਦਾ, ਮੈਂ ਉਹਨਾਂ ਦੀ ਕਿਤਾਬਾਂ ਨੂੰ ਜਾਣਨਾ, ਤੇ ਜੇ ਨਾ ਜਾਣਿਆ ਤੇ ਉਹ ਜੁੱਤੀਆਂ ਤੇਰੇ ਸਿਰ ਤੇ। ਇਹ ਸਾਕੀ ਸਾਹਿਬ ਨੇ ਦਾਵਾ ਕੀਤਾ। ਸਾਡਾ ਤਾਂ ਕੋਈ ਐਸਾ ਦਾਵਾ ਹੀ ਨਹੀਂ ਹੈਗਾ ਕਿ ਮਾਜ਼ ਅੱਲਾ ਕੋਈ ਅਸੀਂ ਜਾ ਕੇ ਕਹੀਏ ਕਿ ਭਾਈ ਜਾ ਕੇ ਹਜ਼ਰਤ ਸ਼ੁਐਬ ਅਲੈਹਿਸਲਾਮ ਦੇ ਮੁਤਲਕ ਪੁੱਛ ਜਾ ਕੇ। ਸਾਡਾ ਤਾਂ ਦਾਵਾ ਨਹੀਂ, ਦਾਵਾ ਤੇ ਤੁਹਾਡਾ ਮਿਰਜ਼ਾ ਸਾਹਿਬ ਦਾ। ਹਾਂ ਸੁਣ ਲਓ ਨਾ ਇਹਨਾਂ ਵੀ ਮਿਰਜ਼ਾ ਸਾਹਿਬ ਦੀ ਤਬਲੀਗ ਕਾਦੀਆਨ ਤੋਂ ਨਿਕਲ ਉਹ ਭਾਈ ਆਮਰ ਭਾਈ ਦੀ ਗੱਲ ਦਾ ਜਵਾਬ ਦੇ। ਆਮਰ ਭਾਈ ਦੇ ਸਾਹਮਣੇ ਇਹ ਗੱਲ ਕੀਤੀ ਹੈ ਕਿ ਇਹਨਾਂ ਦੇ ਮੁਖਾਲਫੀਨ ਦੇ ਹੱਥ ਟੁੱਟ ਜਾਣਗੇ। ਉਹ ਮਿਰਜ਼ਾ ਸਾਹਿਬ ਦੇ ਟੁੱਟੇ ਪਏ ਨੇ। ਆਮਰ ਭਾਈ ਦੀ ਗੱਲ ਦਾ ਪਹਿਲੇ ਜਵਾਬ ਦਿਓ। ਅੱਜ ਉਹੀ ਕੌਮ, ਹਬਸ਼ੀ ਕੌਮ, ਉਹੀ ਅਫਰੀਕੀ ਸਿਆਫਾਮ ਹਜ਼ਰਤ ਮਿਰਜ਼ਾ ਸਾਹਿਬ ਤੱਕ ਤੇ ਇਮਾਨ ਲੈ ਕੇ ਆਏ ਨੇ। ਫਿਰ ਯੂਰਪ ਦੇ ਲੋਕ ਇਮਾਨ ਲੈ ਕੇ ਆਏ ਨੇ। ਫਿਰ ਅਰਬੀ ਲੋਕ ਇਮਾਨ ਤੱਕ ਲੈ ਕੇ ਆਏ ਨੇ। ਫਿਰ ਕੁਰਾਨ ਕਰੀਮ ਅਬੂ ਬੱਕਰ ਮੀਰ ਕਿੱਥੇ? 에어ਪੋਰਟ ਤੋਂ ਲੈ ਗਿਆ ਮਿਰਜ਼ਾ ਸਾਹਿਬ ਕੀ? ਉਹ ਟ੍ਰੇਨ ਸਟੇਸ਼ਨ ਹੈ, 에어ਪੋਰਟ ਤਾਂ ਬਹੁਤ ਵੱਡਾ ਹੁੰਦਾ ਹੈ। ਜਿਹੜਾ ਮੁਬਾਰਕ ਮਰਬੀ ਇੱਥੇ ਜਰਮਨੀ ਦੇ ਵਿੱਚ ਮੈਨੂੰ ਕਈ ਵਾਰੀ ਵੇਖਿਆ ਗੱਡੀ ਲੈ ਕੇ ਮਿਰਜ਼ਾ ਸਾਹਿਬ ਦੀ ਤਸਵੀਰ ਲਾ ਕੇ ਖਲੋਤਾ ਹੁੰਦਾ। ਯਕੀਨ ਕਰੋ ਮੈਂ ਅੱਜ ਤੱਕ ਨਹੀਂ ਦੇਖਿਆ, ਕਈ ਵਾਰੀ ਉਹਨੂੰ ਉੱਥੇ ਇੰਜ ਗੱਡੀ ਲਾ ਕੇ ਮੈਂ ਦੇਖਿਆ ਕਿ ਕਿਸੇ ਜਰਮਨ ਨੇ ਇਹਨੂੰ ਆ ਕੇ ਪੁੱਛਿਆ ਹੋਵੇ ਕਿ ਭਾਈ ਤੂੰ ਕਾਹਤੋਂ ਖਲੋਤਾ ਹੈ, ਕੀ ਤੇਰਾ ਮੋਟਿਵ ਹੈ, ਕੀ ਤੂੰ ਪੈਗਾਮ ਪਹੁੰਚਾਉਣਾ ਚਾਹੁੰਦਾ। ਉਹ ਯਕੀਨ ਉਹ ਵੇਖ ਕੇ ਉਹ ਕਹਿੰਦੇ ਨੇ ਪਤਾ ਨਹੀਂ ਕੋਈ ਮੰਗਣ ਵਾਲਾ ਕੋਈ ਖਲੋਤਾ ਹੈ
ਐਵੇਂ ਇਹਨੂੰ ਕੀ ਮੋਲਣਾ। ਅੱਜ ਤੱਕ ਕਿਸੇ ਜਰਮਨ ਨੇ ਨਹੀਂ ਉਹਨੂੰ ਪੁੱਛਿਆ ਹੋਏਗਾ। ਤੁਹਾਡੇ ਜਰਮਨੀ ਚ ਉਹਨਾਂ ਨੂੰ ਕਹਿੰਦੇ ਨੇ ਫੈਨਾ ਫੈਨਾ। ਉਹਨੂੰ ਸਿਗੋਨਾ ਸਮਝ ਕੇ ਪਤਾ ਨਹੀਂ ਉਹਨੂੰ ਮੂੰਹ ਨਹੀਂ ਲਾਉਂਦੇ, ਇਹ ਕਹਿੰਦੇ ਜੀ ਤਬਲੀਗ ਨਹੀਂ ਸਮਝ ਨਹੀਂ ਆਉਂਦੀ, ਝੂਠ ਬੋਲ ਕੇ ਤੇ ਸ਼ਰਮਿੰਦਾ ਵੀ ਨਹੀਂ ਫਿਰ ਹੁੰਦੇ। 1900 ਲੁਕਮਾਨ ਸਾਹਿਬ ਤੂੰ ਆਪਣੀ ਈਮਾਨਦਾਰੀ ਨਾਲ ਦੱਸ, ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ, ਅੱਲਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸ ਆਪਣੀ ਈਮਾਨਦਾਰੀ ਨਾਲ। ਕਿੰਨੇ ਜਰਮਨ ਵੇਖੇ ਨਹੀਂ ਇੱਥੇ ਤੂੰ ਆਪਣੀਆਂ ਅੱਖਾਂ ਨਾਲ ਅਹਿਮਦੀ ਹੋਏ। ਮੈਂ ਤੁਹਾਨੂੰ ਅਰਜ਼ ਕਰ ਰਿਹਾ ਨਾ ਕਿ ਮਿਰਜ਼ਾ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਅੱਜ ਤੋਂ 100-125 ਸਾਲ ਪਹਿਲੇ ਜਦੋਂ ਉਹ ਹਯਾਤ ਸਨ, ਉਦੋਂ ਇਹ ਫਰਮਾ ਦਿੱਤਾ ਸੀ ਕਿ ਅੱਲਾਹ ਤਾਲਾ ਦਾ ਮੇਰੇ ਨਾਲ ਇੱਕ ਵਾਅਦਾ ਹੈ ਕਿ ਮੈਂ ਤੇਰੀ ਤਬਲੀਗ ਨੂੰ ਜ਼ਮੀਨ ਦੇ ਕਿਨਾਰੇ ਤੱਕ ਫੈਲਾਵਾਂਗਾ। ਮਿਰਜ਼ਾ ਸਾਹਿਬ ਦੀ ਉਹ ਤਬਲੀਗ ਕੀ ਸੀ? ਉਹ ਉਹੀ ਸੀ ਨਾ ਇਸਲਾਮ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਸੀ। ਉਹਦੇ ਜ਼ਰੀਏ ਕੁਰਾਨ ਕਰੀਮ, ਮਸਾਜਿਦ, ਤਬਲੀਗ ਔਰ ਓਏ ਐ ਲੁਕਮਾਨ ਡਰਾਮੇਬਾਜ਼ੀਆਂ। ਅੱਛਾ ਮੇਰੀ ਗੱਲ ਸੁਣ, ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੈ ਨਾ, ਛੋਟੀ ਜਿਹੀ ਮੇਰੀ ਛੋਟੀ ਜਿਹੀ ਗੱਲ ਤਾਂ ਸੁਣ ਲੈ। ਔਰ ਜਾ ਕੇ ਉਹ ਮੇਰੀ ਗੱਲ ਤਾਂ ਸੁਣ ਲੈ ਨਾ, ਜਿਹੜੀ ਮਿਰਜ਼ਾ ਸਾਹਿਬ ਦੀ ਤਾਲੀਮ ਹੈ, ਮੁਲਕ ਵਿੱਚ ਜਮਾਤ ਦੇ ਨਿਜ਼ਾਮ ਮੌਜੂਦ ਹੈ, ਹਰ ਮੁਲਕ ਵਿੱਚ ਤਬਲੀਗ ਮੌਜੂਦ ਹੈ ਔਰ ਜਮਾਤ ਤਬਲੀਗ ਕਰਦੀ ਹੈ। ਮੈਂ ਫਿਰ ਅਰਜ਼ ਕਰਨਾ, ਅਸੀਂ ਦਰੋਗੇ ਨਹੀਂ ਹਾਂ ਕਿਸੇ ਤੇ, ਅਸੀਂ ਦਰੋਗੇ ਨਹੀਂ ਹਾਂ। ਹਾਂਜੀ ਜੋਸਫ ਭਾਈ ਮੇਰੀ ਗੱਲ ਹੋਈ ਉਹਨਾਂ ਨਾਲ ਤੇ ਉਹ ਕਹਿ ਰਹੇ ਨੇ ਕਿ ਮੈਂ ਹੁਸੈਨੀ ਸਾਹਿਬ ਦੀ ਬਰਾੜ ਤੇ ਨਹੀਂ ਆਣਾ, ਬਿਲਕੁਲ ਵੀ ਮੇਰਾ ਮਿਜ਼ਾਜ ਹੁਸੈਨੀ ਸਾਹਿਬ ਨਾਲ ਨਹੀਂ ਮਿਲਦਾ, ਮੈਂ ਉਹਨਾਂ ਦੀ ਬਰਾੜ ਤੇ ਨਹੀਂ ਆਣਾ। ਤੇ ਜੋਸਫ ਭਾਈ ਨੂੰ ਕਹੋ ਕਿ ਮੇਰੀ ਬਰਾੜ ਤੇ ਆ ਜਾਣ ਤੇ ਮੈਂ ਉਹਨਾਂ ਨਾਲ ਕੋਈ ਜ਼ਿਆਦਤੀ ਨਹੀਂ ਕਰਾਂਗਾ। ਉਹਨਾਂ ਨੂੰ ਜਵਾਬ ਦਿੱਤਾ। ਯਾਰ ਵੇਖੋ ਗੱਲ ਐ ਵੇ ਕਿ ਜਿਨ੍ਹਾਂ ਨੂੰ ਸਾਡੇ ਤੇ ਇਤਰਾਜ਼ ਹੈ ਨਾ, ਤੇ ਇਹਨਾਂ ਦਾ ਕੰਮ ਵੈਸੇ ਇਹ ਬਣਦਾ ਹੈ ਕਿ ਸਾਡੇ ਘਰ ਆ ਕੇ ਤੇ ਇਤਰਾਜ਼ ਕਰਨ ਤੇ ਸਾਡੇ ਕੋਲੋਂ ਜਵਾਬ ਲੈ ਲੈਣ। ਜਦੋਂ ਸਾਨੂੰ ਇਤਰਾਜ਼ ਹੋਏਗਾ ਮਿਰਜ਼ਾ ਸਾਹਿਬ ਤੇ ਅਸੀਂ ਤੁਹਾਡੇ ਕੋਲ ਚਲੇ ਜਾਵਾਂਗੇ। ਇਹ ਤੇ ਕੋਈ ਗੱਲ ਨਹੀਂ ਨਾ ਕਿ ਹਰ ਗੱਲ ਦੇ ਵਿੱਚ ਹੀ ਇਹਨਾਂ ਦੇ ਘਰ ਹੋਣਾ। ਪਿਛਲੇ ਦਿਨਾਂ ਦੇ ਵਿੱਚ ਸ਼ਾਕਿਰ ਟਰੱਕ ਵਾਲੇ ਦੇ ਕੋਲ ਚਲੇ ਗਏ ਸਨ, ਤੇ ਜਦੋਂ ਅਸੀਂ ਇਹਨਾਂ ਨੂੰ ਕਹੀਏ ਕਿ ਤੁਹਾਡੀ ਬਰਾੜ ਤੇ ਆ ਜਾਣ, ਚਲੋ ਫੇਵਰਟ 49 ਸਾਹਿਬ ਦੀ ਬਰਾੜ ਤੇ ਆ ਜਾਣ, ਉੱਥੇ ਕੀ ਮਸਲਾ ਨੇ? ਇਹਨਾਂ ਦੀ ਬਰਾੜ ਦੇ ਉੱਤੇ ਕਿਉਂ ਜਾਏ ਬੰਦਾ? ਤੁਹਾਡੇ ਨਾਲ ਵਾਅਦਾ ਕੀਤਾ ਸੀ ਉਹਨਾਂ ਨਾਲ ਗੱਲ ਕਰਨ ਦਾ, ਮੈਂ ਇੱਕ ਦਫਾ ਕਰਤੀ, ਮੈਂ ਦੁਬਾਰਾ ਨਹੀਂ ਕਰਨੀ। ਤੇ ਮੈਂ ਉਹਨਾਂ ਨੂੰ ਪੈਗਾਮ ਪਹੁੰਚਾਤਾ ਤੇ ਮੈਂ ਤੁਹਾਨੂੰ ਕਹਾਂਗਾ ਤੁਸੀਂ ਉੱਥੇ ਚਲੇ ਜਾਓ ਇੱਕ ਦਫਾ, ਸਾਰੇ ਉੱਥੇ ਵੇਖਦੇ ਹੋਣਗੇ। ਨਹੀਂ ਵਜ੍ਹਾ ਵੇਖੋ ਗੱਲ ਐ ਵੇ ਕਿ ਅਸੂਲ ਇਹ ਹੁੰਦਾ ਹੈ ਕਿ ਜਦੋਂ ਇਹਨਾਂ ਨੂੰ ਸਾਡੇ ਤੇ ਇਤਰਾਜ਼ ਹੈ ਨਾ, ਤੇ ਸਾਡੇ ਘਰ ਆ ਕੇ ਤੇ ਵੈਸੇ ਕਰ ਲੈਣਾ ਇਤਰਾਜ਼ ਤੇ ਤੁਹਾਨੂੰ ਵੀ ਉਹਨਾਂ ਤੇ ਆਇਆ। ਹਾਂ, ਤੇ ਉਹ ਜਦੋਂ ਸਾਨੂੰ ਇਤਰਾਜ਼ ਹੋਏਗਾ ਤੇ ਅਸੀਂ ਚਲੇ ਜਾਾਂਗੇ ਨਾ ਉਹਨਾਂ ਦੇ ਕੋਲ। ਜਦੋਂ ਅਸੀਂ ਕਹਾਂਗੇ ਹੁਣ ਸਾਡੀ ਵਾਰੀ ਏ ਤੇ ਅਸੀਂ ਤੁਹਾਡੇ ਕੋਲ ਆ ਜਾਂਦੇ ਆ। ਦੇਖੋ ਮੈਂ ਕਿਸੇ ਨੂੰ ਫੋਰਸ ਨਹੀਂ ਕਰਦਾ ਨਾ ਉਹਨਾਂ ਨੂੰ ਤੁਹਾਨੂੰ, ਤੇ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਯਾਰ ਤੁਸੀਂ ਚਲੇ ਜਾਓ, ਬਾਕੀ ਲੋਕੀ ਦੇਖ ਹੀ ਰਹੇ ਹੋ। ਨਹੀਂ ਮੈਨੂੰ ਤੁਸੀਂ ਕਹਿਣ ਦਿਓ ਤੇ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਕਹਿੰਦੇ ਪਏ ਕਿ ਉਹ ਆ ਜਾਣ? ਮੈਂ ਤਾਂ ਤੁਹਾਨੂੰ ਵੀ ਨਹੀਂ ਫੋਰਸ ਕਰਦਾ ਨਾ ਉਹਨਾਂ ਨੂੰ ਕਰਦਾ ਵਾਂ। ਮੈਂ ਤਾਂ ਕਹਿੰਦਾ ਵਾਂ ਕਿ ਤੁਸੀਂ ਤੁਹਾਨੂੰ ਰਿਕੁਐਸਟ ਵੇਖੋ ਅਸੂਲੀ ਗੱਲ ਐ ਵੇ ਕਿ ਨਾ ਉਹਨਾਂ ਦੀ ਬਰਾੜ ਤੇ ਮੈਂ ਵੀ ਇਹ ਕਹਿਣਾ ਕਿ ਚਲੋ ਸਾਡੀ ਬਰਾੜ ਤੇ ਆ ਜਾਣ, ਅਸੀਂ ਵੀ ਕੋਈ ਜ਼ਿਆਦਤੀ ਨਹੀਂ ਕਰਾਂਗੇ। ਅਸੂਲ ਤੇ ਇਹੀ ਬਣਦਾ ਕਿ ਸਾਡੀ ਬਰਾੜ ਤੇ ਆ। ਵੀਡੀਓ ਬਣਦੀਆਂ ਨੇ ਨਾ, ਉਹ ਇੱਧਰ ਆ ਰਹੇ ਨੇ ਨਾ ਤੁਸੀਂ ਉੱਧਰ ਜਾ ਰਹੇ ਹੋ, ਫਿਰ ਇੱਥੇ ਵਿੱਚ ਅਸੀਂ ਕੀ ਕਰੀਏ? ਨਹੀਂ ਤੁਸੀਂ ਇਹ ਕਰੋ ਕਿ ਉਹਨਾਂ ਨੂੰ ਕਹੋ ਕਿ ਚਲੋ ਫੇਵਰਟ 49 ਸਾਹਿਬ ਦੇ ਕੋਲ ਚਲੇ ਚੱਲਣ, ਉੱਥੇ ਤੇ ਕੋਈ ਮਸਲਾ ਨਹੀਂ ਨਾ। ਇੱਕ ਮਿੰਟ ਠਹਿਰ, ਮੈਂ ਨਾ ਤੁਹਾਨੂੰ ਉਹਨਾਂ ਦਾ ਪੈਗਾਮ ਸੁਣਾ ਦੇਣਾ ਥੋੜਾ ਜਿਹਾ। ਮੈਂ ਵਿੱਚੋਂ ਸੁਣਾਉਣਾ ਨਹੀਂ ਚਾਹੁੰਦਾ ਕਿਉਂਕਿ ਥੋੜਾ ਜਿਹਾ ਉਹਨਾਂ ਨੇ ਨਾ ਸਖਤੀ ਕੀਤੀ ਹੈ ਕਿਸੇ ਬੰਦੇ ਦੇ ਬਾਰੇ 'ਚ, ਤੇ ਉਹ ਮੈਂ ਨਹੀਂ ਸੀ ਚਾਹੁੰਦਾ ਕਿ ਉਹ ਯਾਰ ਇਹਨਾਂ ਵੀ ਕੀ ਬੰਦੇ ਨਹੀਂ, ਮਤਲਬ ਕੋਈ ਉਹ ਨਾਜ਼ੁਕ ਹਸੀਨਾ ਬਣਦੇ ਨੇ ਇਹ ਲੋਕ। ਏਡੇ ਆ ਕੇ ਚੌੜੇ ਚੌੜੇ ਮੂੰਹ ਲੈ ਕੇ ਤੁਸੀਂ ਵੀਡੀਓ ਬਣਾ ਛੋੜਦੇ ਹੋ, ਤੇ ਜਦੋਂ ਤੁਹਾਨੂੰ ਅਗਲਾ ਬੰਦਾ ਕਵੇ है जब गिरेबान पकड़ के कहा जाए कि आओ जरा मैदान में निकलो, तो फिर मैदान में निकलते नहीं है। ये कोई तरीका तो नहीं ना। एक मिनट ठहरा जे, एक मिनट ठहरा जो बोलिया जे ना, एक मिनट ठहरो यार, चुप भी करो यार, किसी सुन भी ऑडियो सुन लें तो अबू बकर मीर भाई। एक मिनट ठहरो बोलिया जे ना विच। पर मिनट बाकायदा मुआवजा दिया जाए ना, वैसे तो हम मुआवजे के लिए पैसों के लिए काम नहीं करते, लेकिन पर मिनट बफर से मुहाल मुआवजा भी दिया जाए ना, मैं तब भी ना जाऊं हुसैनी साहब की ब्रॉड पे। इंतहाई मुनाफिक आ जाए हमारी ब्रॉड पे आ जाए, और का बड़ा ही दुश्मन है, तो मैं ऐसे बंदे की ब्रॉड पे नहीं जाता। जोसेफ साहब आ जाए हमारी ब्रॉड पे आ जाए, और हम इस बात की गारंटी देते हैं कि अगर हमारी तरफ से किसी किस्म की भी बदनज़मी और बद इंतज़ामी और या किसी किस्म का बुरा काम हुआ तो हमारी शिकस्त होगी। मैं खुद तस्लीम कर रहा हूँ इस बात को एडवांस में। नहीं वो जिथों कट्टी है ना, जिथों मैं कट्टी है उथों मैं आप ही कट्टी है, मैं वो नहीं दसना। नहीं पूरी सुनाओ ना, कट कुट के तना ना सुनाओ। देखो फिर इंसाफ करो, जब गल होई ते पूरी सुनाओ। कह रहे ने मुनाफिक ने, मुनाफिक कोई नहीं, वो कह रहे ने सैनी साहब जेडे ने वो मुनाफिक ने।
ਇੱਕ ਖਬੀਸ ਕਿਸਮ ਦੇ ਆਦਮੀ ਨੇ, ਉਹ ਇਹ ਕਹਿ ਰਹੇ ਨੇ ਮੇਰੇ ਖਿਆਲ ਦੇ ਵਿੱਚ। ਚਲੋ ਜੋ ਮਰਜ਼ੀ ਸਮਝੋ ਤੁਸੀਂ। ਨਹੀਂ, ਉਹ ਜਿੰਨਾ ਕੁ ਸੁਣਾਉਣ ਵਾਲਾ ਸੀ ਸੁਣਾ ਦਿੱਤਾ। ਨਹੀਂ ਪੂਰਾ ਸੁਣਾ ਦੋ, ਕੀ ਮਸਲਾ ਹੈ? ਉਹਨਾਂ ਨੇ ਜਿੰਨਾ ਕੁ ਤੁਹਾਡਾ ਹਿੱਸੇ ਦਾ ਸੀ ਉਹ ਮੈਂ ਸੁਣਾ ਦਿੱਤਾ। ਉਹ ਕਹਿੰਦੇ ਨੇ ਮੈਂ ਯਾਰ- ਉਦਾਂ ਦੀ ਬਰਾੜ ਤੇ ਨਹੀਂ ਆਉਣਾ।